ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਸੂਬੇ ਦੀ ਖੇਤੀਬਾੜੀ ਮੰਤਰੀ ਸਤਿਕਾਰਯੋਗ ਲਾਨਾ ਪੋਪਹੈਮ ਗੱਲਬਾਤ ਕਰਨਗੇ। ਆਪ ਵੀ ਉਹ ਫਾਰਮਰ ਨੇ, ਬਹੁਤ ਵਧੀਆ ਵਿਨਯਾਰਡ ਹੈ ਉਹਨਾਂ ਦਾ ਸੈਨੇਟ ਦੇ ਵਿੱਚ। ਖੈਰ ਉਹਨਾਂ ਨੂੰ ਪਤਾ ਹੈ ਕਿ ਮੁਸ਼ਕਲਾਂ ਕੀ ਨੇ ਇਸ ਵਰੇ ਦੀਆਂ। ਉਹਨਾਂ ਨੂੰ ਵੀ ਹੋ ਸਕਦਾ ਹੈ ਕਿ ਵਾਈਨ ਦੇ ਜਿਹੜੇ ਅੰਗੂਰ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਉਂਦੀ ਹੋਵੇ, ਪਰ ਬੈਰੀ ਵਾਲੇ, ਚੈਰੀ ਵਾਲੇ, ਸੇਬਾਂ ਵਾਲੇ, ਨਾਸ਼ਪਾਤੀਆਂ ਵਾਲੇ ਤੇ ਆਲੂ ਬੁਖਾਰੇ ਵਾਲਾ ਤਾਂ ਮੰਨ ਗਏ ਕੂਕੇ ਦੇ ਡੋਲ। ਉਧਰ ਤਾਂ ਕੱਖ ਨਹੀਂ, ਉਹ ਤਾਂ 100 ਚੋਂ $20 ਰਹਿ ਗਏ। ਤੇ ਨਾਲ ਹੀ ਬਲੂਬੇਰੀ ਵੀ ਹੁਣ ਟੁੱਟ ਨਹੀਂ ਰਹੀ। ਕਿਤੇ ਥੋੜ੍ਹੀਆਂ ਜਿਹੀਆਂ ਮੁਸ਼ਕਿਲਾਂ ਸੂਬੇ ਦੀਆਂ ਨੇ, ਥੋੜ੍ਹੀਆਂ ਜਿਹੀਆਂ ਮੁਸ਼ਕਿਲਾਂ ਫੈਡਰਲ ਸਰਕਾਰ ਦੀਆਂ ਨੇ। 10 ਮਿੰਟ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਫਾਰਮਰਸ ਦੇ ਬਾਰੇ ਉਹ ਕੀ ਰਾਏ ਰੱਖਦੇ ਨੇ ਤੇ ਕੀ ਕੀ ਹੋਣਾ ਚਾਹੀਦਾ। ਉਸ ਤੋਂ ਬਾਅਦ 12 ਵਜੇ ਗੱਲਬਾਤ ਮੈਂ ਕਰਨੀ ਹੈ ਕਿ ਧਾਰਮਿਕ ਗੁਰਦੁਆਰਿਆਂ 'ਚ, ਧਾਰਮਿਕ ਸੁਸਾਇਟੀਆਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਚਿੱਠੀ ਲਿਖੀ ਹੈ 2 ਗੁਰਦੁਆਰਾ ਕੌਂਸਲ ਨੇ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਤੇ ਅੰਟੈਰੀਓ ਗੁਰਦੁਆਰਾ ਕਮੇਟੀ ਨੇ, ਮਿਨਿਸਟਰ ਆਫ ਇਮੀਗ੍ਰੇਸ਼ਨ ਆਨਰੇਬਲ ਮਾਰਕੋ ਮੈਂਡੀਸੀਨੋ ਲਈ ਉਹਨਾਂ ਨੂੰ ਕਿਹਾ ਕਿ ਵੀ ਆਹ ਇੱਕ ਬਹੁਤ ਵੱਡਾ ਇਸ਼ੂ ਹੈ। ਮਿਨਿਸਟਰ ਸਾਹਿਬ ਨੂੰ ਕਿਹਾ ਕਿ ਜਿਹੜੇ ਸਾਡੇ ਰਜਿਸਟਰ ਕਰਾ ਕੇ ਸੁਸਾਇਟੀਆਂ ਬੰਦੇ ਆਉਂਦੇ ਨੇ, ਉਹਨਾਂ ਦਾ ਜਿਹੜਾ ਉਹ ਕੀ ਹੋ ਸਕਦਾ। ਕੱਲ ਇੱਕ ਤੁਹਾਨੂੰ ਪਤਾ ਹੀ ਹੈ, ਸਾਰੇ ਫੇਸਬੁੱਕ ਤੇ ਚੱਲ ਰਹੀ, ਇੱਕ ਪ੍ਰੈਸ ਕਾਨਫਰੰਸ ਹੋਈ ਬੰਬੇ ਬੈਂਕਟ ਹਾਲ ਦੇ ਵਿੱਚ, ਖੁੱਲੀ ਸੀ ਉਹ, ਕੱਲੀ BC ਦੇ ਪ੍ਰੈਸ, ਆਪਣੇ BC ਪ੍ਰੈਸ ਕਲੱਬ ਦੀ ਨਹੀਂ ਸੀ, ਉਹਦੇ 'ਚ ਕੋਈ ਵੀ ਜਾ ਸਕਦਾ ਸੀ। ਤੇ ਉਹਦੇ ਵਿੱਚ ਇੱਕ ਪੰਜਾਬ ਤੋਂ ਜਲੰਧਰੋਂ ਆਏ ਰਾਗੀ ਨੇ ਇਹ ਗੱਲ ਦੱਸੀ ਕਿ ਮੇਰੇ ਤੋਂ $26-27,000 ਲਿਆ ਗਿਆ। ਤੇ ਲਿਆ ਕਿਹਨੇ? ਇੱਕ ਕੰਸਲਟੈਂਟ ਨੇ। ਉਹ ਕੰਸਲਟੈਂਟ ਤੇ ਵੀਜ਼ਾ ਉਹਦਾ ਕੀ ਹੈ, ਕਿਹੜਾ? ਉਹ ਹੈਰੀਟੇਜ ਗੁਰਦੁਆਰਾ ਸਾਹਿਬ ਜਿਹੜੀ ਐਬਸਫੋਰਡ ਦੀ ਸੁਸਾਇਟੀ ਹੈ, ਉਹਦੇ ਜਿਹੜੇ 9 ਉਹਦੇ ਵਿੱਚ ਨੇ, ਉਹਨਾਂ ਦੀ ਗੱਲਬਾਤ ਹੋਈ ਹੈ। ਤੁਹਾਨੂੰ ਯਾਦ ਹੈ ਕਿ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਸ਼ੂ ਹੋਇਆ ਸੀ, ਉਹ ਇਸ਼ੂ ਤੇ ਆਪਾਂ ਦੂਸਰੇ ਦਿਨ ਗੱਲ ਕੀਤੀ ਸੀ। ਕੁਛ ਮੈਂ ਸਭਾ ਸੁਸਾਇਟੀਆਂ ਦੇ 9 ਦੱਸੇ ਸੀ ਤੁਹਾਨੂੰ ਵੀ ਇਹਦੇ 'ਚ ਫਲਾਣੇ ਡਾਇਰੈਕਟਰ ਨੇ, ਇਹਦੇ 'ਚ ਜਤਿੰਦਰ ਸਿੰਘ ਗਿੱਲ ਨੇ, ਇਹਦੇ 'ਚ ਗਰੇਵਾਲ ਹੈ, ਇਹ 'ਚ ਸਕੱਤਰ ਸਿੰਘ ਹੈ, ਸਰਤਾਜ ਸਿੰਘ ਹੈ, ਇਹ 'ਚ ਮਲਕੀਤ ਸਿੰਘ ਹੈ। ਇਹ 9 ਸੀ, ਉਹਨਾਂ ਦੇ ਐਡਰੈਸ ਵੀ ਤੁਹਾਨੂੰ ਬਹੁਤ ਡਿਟੇਲ 'ਚ ਦੱਸੇ ਸੀ। ਤੇ ਉਹਨਾਂ ਦੇ ਵਿੱਚੋਂ ਇੱਕ ਸੁਸਾਇਟੀ ਦੇ ਰਾਹੀਂ ਇਹ ਬੰਦਾ ਆਇਆ ਜਿਹਨੇ ਕਿਹਾ ਮੈਂ $26,000 ਦੇਤਾ ਤੇ ਬਾਕੀ ਮੇਰੇ ਤੋਂ ਦਿੱਤੇ, ਮੇਰਾ ਕੁਛ ਨਹੀਂ ਬਣਿਆ। ਹੁਣ ਇਹ 'ਚ ਦੋਸ਼ ਨੇ, ਉਹ ਦੋਸ਼ ਲਾ ਰਿਹਾ। ਉਹਨੂੰ ਪਤਾ, ਉਹਨੂੰ ਵੀ ਸੀ ਜਦੋਂ ਪੰਜਾਬ ਤੋਂ ਉਤਰਿਆ ਮੈਂ ਵਿਜ਼ਿਟ ਤੇ ਚੱਲਿਆ ਤਾਂ ਮੈਂ ਪੈਸੇ ਦੇ ਕੇ ਪੱਕਾ ਹੋਣਾ। ਤੇ ਉਦੋਂ ਸਵਾਲ ਵੀ ਕੱਲ ਬੜੇ ਕਰੜੇ ਪੁੱਛੇ। LMIA ਦਾ ਰੌਲਾ ਪਾ ਕੇ ਬਹਿ ਗਏ। ਥੋੜਾ ਜਿਹਾ ਪੱਤਰਕਾਰਾਂ ਨੂੰ ਬੇਨਤੀ ਹੈ ਕਿ LMIA ਸਭਾ ਸੁਸਾਇਟੀਆਂ ਦੇ ਵਿੱਚ, ਇਹਨਾਂ 'ਚ LMIA ਦੀ ਲੋੜ ਹੁੰਦੀ, LMIA ਦੀ ਕਲਾਸੀਫਿਕੇਸ਼ਨ ਦੇਣ ਦੀ ਨਹੀਂ ਲੋੜ। ਹੁੰਦਾ ਜ਼ਰੂਰ ਹੈ, ਜਦੋਂ ਅਸੀਂ ਇਕੱਠੇ ਹੋਏ ਹੁੰਦੇ ਆ ਨਾ, ਅਸੀਂ ਇੱਕ ਦੂਜੇ ਤੋਂ ਵੱਧ ਕੇ ਫਿਰ ਵਧੀਆ ਗੱਲ ਕਰਨ ਦੀ ਲੋਚਦੇ ਆ ਵੀ ਸਾਡਾ ਨੰਬਰ ਬਣ ਜਾਏ। LMIA ਇਹਦੇ 'ਚ ਜ਼ਰੂਰਤ ਨਹੀਂ ਹੁੰਦੀ। ਜਿਹੜੇ ਵਰਕ ਪਰਮਿਟ, ਜਿਹੜੇ ਇਹ ਵੀਜ਼ੇ ਤੇ ਆਉਂਦੇ ਨੇ ਨਾ ਸਭ ਆਪਣੇ ਗੁਰਦੁਆਰਾ ਸਾਹਿਬਾਨ ਤੇ ਧਾਰਮਿਕ ਸੁਸਾਇਟੀਆਂ 'ਚ, ਉਹਨਾਂ 'ਚ LMIA ਨਹੀਂ ਚਾਹੀਦਾ। ਇਹ ਪਲੀਜ਼ ਸਮਝਣ ਦੀ ਲੋੜ ਹੈ। ਪਰ ਉਹ ਆਇਆ ਇੱਕ ਏਜੰਟ ਦੇ ਰਾਹੀਂ ਆ, ਪੈਸੇ ਉਸ ਮੁੰਡੇ ਨੇ ਏਜੰਟ ਨੂੰ ਦਿੱਤੇ ਤੇ ਜਿਹੜੇ ਦੋਸ਼ ਲਾ ਰਿਹਾ ਉਹ ਉਹਦੇ ਡਾਇਰੈਕਟਰਾਂ ਤੇ ਲਾ ਰਿਹਾ। ਇਸ ਗੱਲ ਤੇ ਦੋਨੇ ਧਿਰਾਂ ਨੂੰ ਮੈਂ ਪਹਿਲਾਂ, ਕਿਉਂਕਿ ਇਸ ਨੂੰ ਆਰਗੇਨਾਈਜ਼ ਕੀਤਾ ਸਤਨਾਮ ਸਿੰਘ ਗਿੱਲ ਹੋਣੀ, ਜਿਹੜੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਪਹਿਲਾਂ ਸੇਵਾਦਾਰ ਵੀ ਰਹੇ ਨੇ, ਚੋਣ ਵੀ ਲੜ ਚੁੱਕੇ ਨੇ ਪਿਛਲੀ ਵਾਰ ਪ੍ਰਧਾਨਗੀ ਦੀ ਉਹਨਾਂ ਨੇ। ਤੇ ਜਤਿੰਦਰ ਸਿੰਘ ਗਿੱਲ, ਹੈਪੀ ਗਿੱਲ ਨੂੰ ਵੀ ਮੈਂ ਇਨਫੋਰਮੇਸ਼ਨ ਭੇਜੀ ਹੈ ਵੀ ਤੁਸੀਂ ਵੀ ਆਪਣਾ ਪੱਖ ਪੇਸ਼ ਕਰਿਓ। ਦੋਨੇ ਪੱਖ ਪੇਸ਼ ਕਰ ਲੈਣਗੇ, ਫਿਰ ਤੁਹਾਡੀ ਰਾਏ ਵੀ ਤੁਸੀਂ ਇੱਕ ਕਾਲਰ ਉਹਨਾਂ ਦੇ ਬਾਅਦ ਤੁਹਾਨੂੰ ਜਦ ਕਹਾਂਗਾ, ਜਦ ਤੁਸੀਂ ਫੋਨ ਕਰਕੇ ਦੱਸਿਓ ਕਿ ਤੁਸੀਂ ਕੀ ਸੋਚਦੇ, ਇਹ ਕੀ ਹੈ, ਕਿੱਧਰ ਨੂੰ ਗੱਲ ਚੱਲੀ ਹੈ। ਅਸਲ ਅਪ੍ਰੈਲ 2012 ਤੋਂ ਬਾਅਦ ਇੱਕ ਬਹੁਤ ਸਿੰਪਲ ਸੋਲਿਊਸ਼ਨ ਇਹਦਾ ਕਰ ਦਿੱਤਾ ਸੀ, ਉਹਦੀ ਵੀ ਮੈਂ ਗੱਲ ਜਦ ਕਰਾਂਗਾ ਅਗਲੇ ਹਿੱਸੇ 'ਚ। ਤੇ ਆਖਰੀ ਹਿੱਸੇ 'ਚ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਪੰਜਾਬ ਦਾ ਕੋਈ ਰੰਗ ਛੂਹਣੇ ਆ। ਅੱਜ ਗੱਲਬਾਤ ਹੋਏਗੀ ਕਿ ਜਿਵੇਂ ਹਰ ਸ਼ੁੱਕਰਵਾਰ ਨੂੰ ਪਿਛਲੀ ਵਾਰ ਆਪਾਂ ਪੰਜਾਬ ਦੇ ਬੈਠਕਾਂ ਦੀ ਗੱਲ, ਸਾਦਗੀ ਦੀ ਗੱਲ ਕੀਤੀ, ਅੱਜ ਵੀ
कोई गलबात करांगे। तुसीं शामिल होना 6144 247 1550 18442447 1550। KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸਭ ਦੇ ਥੱਲੇ, ਤੇ ਨਾਲ ਹੀ ਦਫ਼ਤਰ ਦਾ ਨੰਬਰ 604 440 6462 ਹੈ। ਜਦ ਕੋਈ ਵੀ ਤੁਸੀਂ ਮਸ਼ਵਰਾ ਦੇਣਾ ਇਹਦੇ ਬਾਰੇ ਤਾਂ ਦਫ਼ਤਰ ਦੇ ਵਿੱਚ ਗੱਲ ਕਰ ਸਕਦੇ ਹੋ, ਐਡਵਰਟਾਈਜ਼ਮੈਂਟ ਲਈ ਗੱਲ ਕਰ ਸਕਦੇ ਹੋ। 604 440 6462 ਮੈਨੂੰ ਵੀ ਫੋਨ ਕਰ ਦਿਓ। ਮੈਂ ਵੀ ਦਫ਼ਤਰ ਨੂੰ ਕਹਿਣਾ, ਫਿਰ ਨਿੰਮੀ ਜੀ ਦਾ ਇਹ ਮਹਿਕਮਾ ਸਾਰਾ। 604 729 1224 WhatsApp ਤੇ ਟੈਕਸਟ ਦੇ ਲਈ ਮੇਰਾ ਨੰਬਰ ਹੈ। ਤੇ ਇੱਥੇ ਤੁਸੀਂ ਕੋਈ ਵੀ ਸੁਨੇਹਾ ਭੇਜ ਸਕਦੇ ਹੋ। ਕੱਲ ਦਾ ਜਦ ਮਿਨਿਸਟਰ ਦੇ CEO ਨਾਲ ਆਪਾਂ ਡਾਕਟਰ ਲੀ ਨਾਲ ਗੱਲ ਕੀਤੀ, ਬਹੁਤ ਹੈਲਥ ਕੇਅਰ ਵਰਕਰਸ ਦੇ ਮੈਸੇਜ ਫੋਨ ਆਏ ਨੇ। ਧੰਨਵਾਦ ਕੋਈ ਨਹੀਂ, ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਜਿਗਰਾ ਕਰਕੇ ਗੱਲ ਬਾਹਰ ਲਿਆਂਦੀ। ਤੇ ਐ ਦਬ ਕੇ ਨਹੀਂ ਜਿਉਣਾ। ਮੈਂ ਫੇਰ ਕਹਿਣਾ ਤੁਹਾਨੂੰ, ਇਹ ਕਿਹੜੀ ਗੱਲ, ਤੁਸੀਂ ਕਿਤੇ ਮੋਜ਼ੰਬੀਕ ਦੇ ਜੰਗਲਾਂ 'ਚ ਥੋੜਾ ਰਹਿੰਦੀ ਹੋ? ਐ ਨਹੀਂ ਕਰੀਦਾ ਹੁੰਦਾ। ਇਹ ਕੀ ਕਹਾਣੀਆਂ, ਪਹਿਲਾਂ ਤਾਂ ਗੱਲ ਜਦ ਘਰੇ ਆ ਕੇ ਜਦੋਂ ਦੱਸਦੀਆਂ ਨੇ ਬੀਬੀਆਂ, ਘਰ ਦੇ ਪਰਿਵਾਰਕ ਮੈਂਬਰਾਂ ਦਾ ਕੰਮ ਆ ਇਹ ਵੀ ਕੈੜੇ ਹੋ ਕੇ ਗੱਲ ਆ। ਜੇ ਲੇਡੀਜ਼ ਨੂੰ ਗੱਲ ਕਰਨੀ ਔਖੀ ਆ, ਇਹ ਘਰ ਦੇ ਸਰਦਾਰਾਂ ਦਾ, ਬੰਦਿਆਂ ਦਾ ਕੰਮ ਸੀ ਇਹ ਗੱਲ ਨੂੰ ਬਾਹਰ ਲੈ ਕੇ ਆਉਣਾ। ਬਈ ਇਹ ਕੀ ਗੱਲ, ਇਹ ਮੈਨੂੰ ਪਤਾ ਹੈ, ਆਦਤ ਹੈ। ਅਸੀਂ ਪੰਜਾਬ ਦੇ ਵਿੱਚ ਜਿੱਥੋਂ ਵੱਡੇ ਹੋ ਕੇ ਆਏ ਉੱਥੇ ਕੁੜੀਆਂ ਕਤਰੀਆਂ ਨੂੰ ਬੋਲਣ ਦੀ ਜਿਹੜੀ ਪਰਮਿਸ਼ਨ ਇਹ ਹੈ ਨਹੀਂ। ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ, ਫਿਰ ਵੱਡੇ ਕਹਿਣ ਲੱਗਦੇ ਨੇ ਬੁੜੀਆਂ ਨਹੀਂ ਬੋਲਦੀਆਂ ਹੁੰਦੀਆਂ। ਸਾਡੇ ਮਾਲ ਵਿੱਚ ਬੁੜੀਆਂ ਹੀ ਕਹੀ ਜਾਂਦੇ ਆ, 18 ਸਾਲ ਦੀਆਂ ਨੂੰ ਵੀ ਬੁੜੀਆਂ ਹੀ ਕਹੀ ਜਾਂਦੇ। ਬੁੜੀਆਂ ਨਹੀਂ ਬੋਲਦੀਆਂ ਹੁੰਦੀਆਂ, ਕਿਉਂ ਨਹੀਂ ਬੋਲਦੀਆਂ ਹੁੰਦੀਆਂ? ਮੇਰੇ ਵਰਗੇ ਦੇ ਕੋਲ 4 ਪੜ੍ਹੇ ਕੋਲ ਬੋਲਣਾ ਹੋਵੇ ਤੇ ਬੁੜੀਆਂ ਨੂੰ ਤੁਸੀਂ ਬੋਲਣਾ ਦਵੋ, ਬਸ ਨਿਬੜ ਗਿਆ ਕੰਮ। ਸੋ ਆਪਣਾ ਦੁੱਖ ਜ਼ਰੂਰ ਦੱਸੋ, ਔਰ ਦੁੱਖ ਦਾ ਕੋਈ ਨਾ ਕੋਈ ਹੀਲਾ ਹੋ ਸਕਦਾ। ਕੱਲ ਮੈਂ ਕੋਸ਼ਿਸ਼ ਕੀਤੀ ਤੇ ਬਾਅਦ ਜਿਹੜੀ ਉਹਨਾਂ ਦੀ ਈਮੇਲ ਆਈ, ਮੈਨੂੰ ਤਾਂ ਇਹ ਸੀ ਵੀ ਚੱਲ ਸਵਾਲਾਂ ਨਾਲੋਂ ਦੱਸ ਦੇਵਾਂ ਵੀ ਆਹ ਹੋ ਗਈ ਗੱਲ। ਉਹ ਕਹਿੰਦੇ ਸਾਨੂੰ ਸਭ ਪਤਾ ਹੈ, ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ। ਜਦ ਇੱਥੇ ਕਾਗਜ਼ੀ ਕਾਰਵਾਈ ਹੋ ਜਾਂਦੀ ਹੈ ਫਿਰ ਕੰਮ ਹੋਣਾ ਸ਼ੁਰੂ ਹੋ ਜਾਂਦਾ। ਫਿਕਰ ਨਾ ਕਰਿਆ ਕਰੋ, ਪਹੁੰਚਦੀ ਕਰਿਆ ਕਰੋ ਗੱਲ। ਕਿਸੇ ਨੂੰ ਵੀ ਕੋਈ ਮੁਸ਼ਕਲ ਹੈ, ਜਿੰਨਾ ਮੇਰੇ 'ਚ ਹੈ ਉਨੀ ਕੁ ਮੈਂ ਗੱਲ ਕਰਾਂਗਾ, ਜਿੰਨੀ ਕੁ ਮੇਰੀ ਔਕਾਤ ਆ ਉੱਥੇ ਰਹਿ ਕੇ, ਜਿੰਨੀ ਕੋਈ ਸੁਣਦਾ ਹੈ। ਕਿਉਂਕਿ ਪੱਤਰਕਾਰੀ ਦੇ ਵਿੱਚ, ਰੇਡੀਓ ਟੈਲੀਵਿਜ਼ਨ 'ਚ ਸਾਡੀ ਕੋਈ ਪਾਵਰ ਤਾਂ ਹੈ ਨਹੀਂ, ਪਰ ਅਸੀਂ ਅਵੇਅਰ ਕਰ ਦਿੰਦੇ ਹਾਂ, ਸਾਖਰਤਾ ਲਿਆ ਸਕਦੇ ਹਾਂ ਤੇ ਹੋਰ ਕਿਸੇ ਨਾਲ ਨਾ ਹੋਵੇ। ਆਹ ਇੱਕ ਵੱਡਾ ਵਿਖਾਦ ਹੈ ਜਿਹੜਾ LMIA ਦੀ ਗੱਲ ਚੱਲ ਰਹੀ ਹੈ ਨਾ, ਲੋਕਾਂ ਦੀ ਲੁੱਟ। ਇਹਦੀਆਂ ਜੜ੍ਹਾਂ ਖਾਰੇ ਸਮੁੰਦਰ 'ਚ ਡਿੱਗਣੀਆਂ ਚਾਹੀਦੀਆਂ, ਜਿਹਦੇ 'ਚ ਮੈਂ ਇਸ ਕੇਸ ਦੀ ਨਹੀਂ ਗੱਲ ਕਰਦਾ, ਜਨਰਲ ਜਿਹੜਾ ਲੋਕਾਂ ਦਾ ਸ਼ੋਸ਼ਣ ਹੁੰਦਾ ਨਾ, ਜਿਹੜੇ ਇੱਥੇ ਜਿਨ੍ਹਾਂ ਨੇ 15,000 ਸਾਲ ਦਾ ਨਾ ਕੋਈ ਦਵੇ, ਜਿਹੜੇ 5-5 ਲੱਖ ਦੀਆਂ ਕਾਰਾਂ ਚਲਾ ਚਲਾ ਕੇ ਲੋਕਾਂ ਨੂੰ ਦਿਖਾਉਂਦੇ ਆ ਨਾ ਇੱਥੇ, ਉਹਨਾਂ ਦਾ ਕੋਈ ਨਾ ਕੋਈ ਹੀਲਾ ਹੋਣਾ ਚਾਹੀਦਾ। ਸਰਕਾਰ ਪਤਾ ਨਹੀਂ ਕਿਵੇਂ ਸੋਚਦੀ ਆ, ਕੀ ਵੇਖਦੀ ਆ। ਮੇਰਾ ਲੱਭਣਾ ਹੋਵੇ ਤੇ ਪੈਸਾ ਧੇਲਾ ਤੇ ਮੇਰੇ ਨਾਂ ਦੀਆਂ ਪ੍ਰਾਪਰਟੀ ਤੇ ਮੇਰੀ ਕਮਾਈ ਤੇ ਮੇਰਾ ਬਿਜ਼ਨਸ ਦੋਨਾਂ ਨੂੰ ਵੇਖ ਕੇ ਫੜ ਸਕਦੇ ਆ ਉਹ ਵੀ ਆਹ ਜਿਹੜਾ ਕਰੋੜਾਂ ਦਾ ਸਮਾਨ ਆਇਆ ਕਿੱਥੋਂ, ਕਿਹੜੀ ਮੱਕੀ ਬੀਜੀ ਹੈ ਇੱਥੇ। ਇਸ ਦੀ ਗੱਲ ਹੁਣ ਹੋਣੀ ਚਾਹੀਦੀ ਹੈ। ਗਲਤ ਕੀਤਾ ਤਾਂ ਸਾਡੇ ਲਈ ਫਾਇਦਾ ਸੀ, ਪਰ ਇਹ ਗਲਤ ਹੋ ਗਿਆ। ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ, ਬਹੁਤ। ਔਰ ਇਹ ਧਰਤੀ ਪਾਟਣ ਵਾਲਾ ਕੰਮ ਹੋਇਆ ਪਿਆ। ਜਿਹੜਾ 40-40 50-50 ਹਜ਼ਾਰ ਦਿੰਦਾ, ਉਹਨੂੰ ਪੁੱਛ ਕੇ ਵੇਖੋ 50,000 ਕੈਸ਼ 80,000 90,000 ਦੇ ਚੈੱਕ ਦੇ ਬਰਾਬਰ ਆ। ਤਰਸ ਕਰ ਲਓ, ਤਰਸ ਇਹਨਾਂ ਲੋਕਾਂ ਤੇ। ਤੁਸੀਂ ਜਿਹੜੇ ਫਿਰਦੇ ਨੇ ਜਬਕਦੇ, ਇਹਨਾਂ ਡਾਲਰਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ। ਡਾਲਰਾਂ ਨੇ ਖੀਸਿਆਂ 'ਚ ਸੱਪ ਬਣ ਜਾਣਾ ਤੁਹਾਡੇ, ਯਾਦ ਰੱਖ ਲਿਓ ਇਹ ਗੱਲ। ਚੜ ਟੰਮਣੇ ਤੂੰ ਸਭ ਕੁਝ ਵੇਖੇ ਤੇਰਾ ਖੇਲ ਰਚਾਇਆ, ਚੜ ਟੰਮਣੇ ਤੂੰ ਸਭ ਕੁਝ ਵੇਖੇ ਤੇਰਾ ਖੇਲ ਰਚਾਇਆ। ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਬਲਖ ਬਖਾੜੇ ਲੁੱਟ ਹੋਈ ਤੇ ਕੀ ਲੁੱਟਿਆ, ਰੂਹ 'ਚੋਂ ਲੁੱਟ ਗਏ ਰੂਹਦਾਰੀ ਤੇ ਭਲੇ ਮਾਨਸ ਨੂੰ ਕੁੱਟਿਆ। ਵਾਰ ਖੇਤ ਨੂੰ ਖਾਵੜਨ ਲੱਗੀ ਬੱਚਿਆ ਕੀ ਸਰਮਾਇਆ। ਇਤੀ ਮਾਰ ਪਈ ਕਰਲਾਣੇ ਹਲੇ ਤੈਂ ਕੀ ਦਰਦ ਨਾ ਆਇਆ। ਲਾਸ਼ਾਂ ਦੇ ਨੇ 70 ਵਿਛ ਗਏ, ਅੱਤ ਹੋਈ ਖੱਫਣਾ ਦਾ ਕੋਈ ਸੌਦਾ ਕਰ ਗਿਆ, ਇਹ ਕੈਸੀ ਮਤ ਹੋਈ। ਇੱਕ ਦਸ਼ਾਲਾ ਕੁਝ ਭੇਟਾਂ ਨਾਲ ਤੈਨੂੰ ਖੂਬ ਰਜਾਇਆ। ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਚੀਕ ਚਿਹਾੜਾ ਵਾਹ ਪੈਂਦਾ, ਕੌਣ ਮੋਇਆ। ਭਾਂਡਾ ਟੁੱਟਿਆ ਮਾਟੀ ਵਿਖਰੀ, ਮਨ ਪੰਖੇਰੂ ਹੋਇਆ। ਇਕੱਠੀ ਕਰਕੇ ਸਾਖ ਸਕੀਰੀ ਤੈਂ ਨੂੰ ਭੋਗ ਲਗਾਇਆ। ਆ ਚੱਕ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਪੈਰ ਪਿਆ ਕਰ ਬਾਬਾ ਜੀ ਦਾ, ਜੈ ਹੋਵੇ। ਚੋਰਾਂ ਦੇ ਸੰਗ ਕੁੱਤੀ ਰਲ ਗਈ, ਰਾਖੀ ਕਾਹਦੀ ਹੋਵੇ। ਡੇਰਾ ਲਿਸ਼ਕੇ ਦੂਰੋਂ ਹੁਣ ਤਾਂ ਸੰਗਮਰਮਰ ਲਗਵਾਇਆ। ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਬੰਦਾ ਪੁੱਛੇ ਬੰਦੇ ਤਾਈਂ ਰੱਬ ਕਿੱਥੇ।
ਪਾਰ ਮਾਲੇ ਸਾਂਭ ਕੇ ਰੱਖਿਆ ਇੱਕ ਕਮਰੇ ਦੀ ਵਿੱਥੇ ਵਾਹ ਤੇਰੀਆਂ ਰਮਜਾ ਸਾਦਾ ਸਭ ਨੂੰ ਖੂਬ ਖੜਾਇਆ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਕੁੜੀ ਮਹਾਰਾਜ ਜੱਦੀ ਬਣ ਗਏ ਹੱਦ ਹੋਈ ਸੂਖਮ ਜਿੰਦਾ ਵਿੰਨ ਕੇ ਸੁੱਟੀਆਂ ਭਰਤੀ ਪਿਛਲੀ ਖੂਹੀ ਵੰਡਿਆ ਤੇਰਾ ਸਭ ਕੁਝ ਪੁੱਤਾਂ ਧੀਆਂ ਦੁੱਖ ਵੰਡਾਇਆ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਬਸ ਕਰੋ ਵੇ ਧਰਤੀ ਮਾਂ ਕਰਲਾਈ ਫੇਰ ਕਿਤੇ ਕੋਈ ਨਾਨਕ ਆਸੀ ਸੋਧਣ ਧਰਤ ਲੁਕਾਈ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ ਅਮਨ ਢਿੱਲੋਂ ਲਿਖਦਿਆ ਕੈਲੀਫੋਰਨੀਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਇਸ ਹਿੱਸੇ ਦੇ ਵਿੱਚ ਸਾਡੇ ਐਗਰੀਕਲਚਰ ਮਿਨਿਸਟਰ ਆਨਰੇਬਲ ਲਾਨਾ ਪੋਪਮ ਗੱਲਬਾਤ ਕਰਨਗੇ ਮਿਨਿਸਟਰ ਇਹ ਸੈਨੇਟ ਦੇ MLA ਨੇ ਉੱਥੇ ਆਪ ਉਹ ਇੱਕ ਆਰਗੈਨਿਕ ਵਿਨਯਾਰਡ ਜਿਹੜਾ ਆਪਰੇਟ ਕਰਦੇ ਆ 1996 ਪਹਿਲਾ ਉਹ ਸਰਟੀਫਾਈਡ ਆਰਗੈਨਿਕ ਵਿਨਯਾਰਡ ਸੀ ਵੈਨਕੂਵਰ ਆਈਲੈਂਡ ਦਾ ਇਹ ਆਪ ਫਾਰਮਰ ਨੇ ਤੇ ਮਿਨਿਸਟਰ ਆਫ ਐਗਰੀਕਲਚਰ ਨੇ ਤੇ ਕ੍ਰਿਟਿਕ ਵੀ ਰਹੇ ਨੇ ਉਹ ਐਗਰੀਕਲਚਰ ਦੇ 8 ਸਾਲ 9 ਤੋਂ ਲੈ ਕੇ 17 ਤੱਕ ਤੇ ਮੇਰੇ ਨਾਲ ਨੇ ਆਨਰੇਬਲ Minister Lana Poppem. Minister, good morning. Good morning. Thanks for having me on. Thank you for sparing some time for us. And how is Victoria doing today? How is weather there? It's a little bit cold, like it probably is in many other areas. It's a very interesting summer so far. Yeah. In July, still we have 10 or 12 degree and it's not good for our crops. And no, tell us about how you're feeling. There. Yeah, tell us, is it affecting your vineyard also, this weather? Oh, well, that's an interesting question. So I don't have a vineyard anymore, but I used to. Okay. For 10 years, but I don't farm anymore. But it will be affecting crops that need that heat, like grapes for sure. And of course, we've seen a very, very difficult year for the cherry growers this year. Yes. Minister, can you tell us how is being a farmer in this great place, best place on earth? What is your experience as a farmer? You're right. Well, I think anywhere where farmers run their businesses, it's difficult. It's a hard profession, and but the one good thing is that more and more people are appreciating how important farmers are, and so that's the good news. And in British Columbia, after going through the pandemic like we are, people are very concerned about where their food is coming from. And so I think farmers are turning into the heroes that they always should have been. Yeah, now but this year I have listeners in Okanagan, and I go very frequently there, and very good friends of mine, they have orchard and blueberry farmers in my area in the city. They're going through lots of trouble this year. Do you have some idea what they are going through? Oh my goodness, yes, it's so difficult, and so there's so many different challenges. So the weather is an annual challenge. So every year there's some part of the weather that will affect crops negatively. But on top of that, because of the pandemic, we've also seen a huge challenge in the labor front. So there's labor problems, there's weather problems. We've been working very hard to get labor into British Columbia from other countries that we access labor from. And that's been very tricky because of the virus. But we've managed to put in a quarantine system for workers. And so they're coming. It's just a bit slower. So that's very frustrating for farmers. And then as far as the weather goes, let's just use cherries as an example. So, there's late cherries and there's early cherries, and they both can have their own particular challenges with weather. Maybe we get an early frost, maybe we get a late frost, and then of course rain comes at the wrong time. It splits the cherries. Well, it seems like all of those things happened
this year. And so we have a very good insurance packages for farmers, and we try to encourage farmers to buy those. In fact, we subsidize those insurance packages. And so you can get, for example, very good coverage for acreage at a very reduced rate. And we try to get people to sign up. But so in 2018, there was insurance claims that were made for crops that failed, and we paid out about $350,000. This year, we have probably 420 cherry producers that have policies, and we expect to pay out more than $12 million in insurance. Mm-hmm. So that's pretty significant. That's a huge, but luckily it's about an 80% coverage of the crop, so it helps farmers get through years like this. They have variety of issues. Raspberry growers, they are very much in pain when the time is coming to sell their crop. Then the import comes, and the cherry, raspberries from Chile, then blueberry from all over the world, and just selling their crop, selling their fruit is very, very challenging. Is there any policy government is taking care of to stop import first? Well, it's interesting. So we have a very aggressive plan called Buy BC, and we actually we market our good, amazing berries and products to our own people in British Columbia. And right now, British Columbians have an appetite for grown in British Columbia products. And so we have a label, and it's the label is a Buy BC label, and we encourage farmers to use that. So it's easy for consumers to identify that. And we have made millions of dollars in investments to market our own goods. We can't really stop imports from coming into British Columbia, but what we can do is tell British Columbians that BC tastes better. And so you will see imports, but I also think that people are wanting to support farmers right now. And so it's a shift in the way people think, but also it gives us a chance as government to invest in making sure it's an easy shift for people to think about. I go to many farms when I'm able to travel, many farmers markets, and I get a lot of correspondence from consumers that just want to know where they can get stuff. And so I keep saying, especially for the berry growers who have challenges, the raspberry growers, they need to renew their crops. They're having problems with the type of vines that they grow. So I've been having conversations with them on how do we get better vines that allows the berry to last longer after it's picked, for example. So there's lots of really good work going on. But with agriculture, I always say it's like trying to turn a giant boat around. It's hard to get it going, but then once you do, you're okay. But it takes a lot of patience from farmers. Luckily, they are patient and they're resilient. But this year's going to be one of the more challenging years that they're going to face. Yes. When I'm getting calls from that Okanagan area and Coston, Kermias, one farmer told me he had 400 acres of cherry, and the last spray was due, and it cost $100,000, and he was not sure whether he's getting pickers or not. There are big challenges. The weather almost damaged 80% of crop, and pickers are not there, and totally cherries falling down, and they can't pack it up. Is there a specific package this year due to COVID-19 for that? Well, we've been trying to improve our insurance packages, and in fact, this year we made a huge improvement, and we made sure that there was a longer time for people to sign up. If that grower has 400 acres, I would expect that he is using farming insurance, because it would be the same as if you insured your car or your house. You would insure your crop. So even if the entire crop was wiped out, with our reduced rate for our insurance, that farmer would get 80%
as an insurance claim. So that's why we try really hard to do outreach. I should actually come on your show again and just talk about how to get in touch with the people that work in our insurance department in the ministry. Yes. We've got speakers who speak many languages, including Punjabi, and I know that some farmers find that there's a lot of paperwork and maybe it's difficult to understand. So we actually have people that will walk them through and do paperwork with them. So it becomes quite an easy process, and after, it's something that's quite necessary in a situation like this. But with farmers, you hear they're having a terrible year, but they're pretty amazing because they're always growing for the next year again. So, yeah. Yeah, this is, we understand very clearly because we belong to all farmer community from Punjab. Another issue is, I think the train has gone, but still we never got chance to talk with each other, just for sizes of their farmhouse. Are you reconsidering to give them little amnesty because they feel very bad about that? Still, it's hurting them. They wanted to put a good size, enough size of their residence so they can live together with all 2 generations and 3 generations. Are you considering for that? Well, we've always said that if farmers need bigger housing to support their farm and their farm family, then it's just you apply to the Agricultural Land Commission, and the Commission supports that. So really, the limits on housing on farmland is really for people that aren't farming. They have the limits. If you are farming and your family supports the farm, you can have a bigger home. We made sure that any changes that we created and any improvements that we made to protect that important land that the farmers need, made sure that farmers had the types of housing that they need. So if you have anybody in particular that's farming and they think that they need more room for their farming family, they should contact my ministry because we have made specific rules just to support farmers. Okay. So they have but if to you're apply not farming, if you're not farming, you can't have a bigger house on bigger than 3,500 square feet. Obviously, farmland is for the farmers, and some of it's so them in outskirts. Some of them in outskirts of Surrey is a hobby farm for 3-4 acres. Then they put bigger houses. Obviously, I still in favor of farmers who live on the farm and do farming. They must have something. So they have to apply direct to you, or they are going through their municipality? Well, it goes through the Agricultural Land Commission, and they handle all activities on the Agricultural Land Reserve. But, some people are afraid to apply, or some people, it's quite a mysterious process. But again, getting a hold of my ministry, we can connect them to the people to talk to at the Commission. And the Commission is very open to having conversations with anybody, and they're very helpful. So I think a lot of times there's a lot of miscommunication, and so we've tried really hard to be very open and available to people if they want to talk about a certain situation. And I think it's working, but it's hard to get the word out. But that's why I appreciate coming on the show. One of the things that I think is really important that that farmers are doing now is that because, sometimes the price for an apple, just as an apple, they're not getting a good enough price for it. And so there's some innovation that's happening that's really amazing. So there's a lot of farmers that are doing things to the apples to make them more valuable. And I know there's this amazing family that's up in the Okanagan, and they're making a sparkling drink, fuzzy drink like a pop out of apples and carbonated water. It's called Karma Cola. And it's a fantastic family with a lot of great energy, and it's using a product made from grown in their orchard to make a product that's exciting and new, and that's what we really like to see as well.
No, my community is doing a lot in Swiss and all over. They started their farm with 5-10 acres. Now they have 200 or 300 acres of vineyard. They are producing top BC wines, and so proud of that as a British Columbians. I would like to request you, Minister, please come back within 2 or 3 weeks when you have something to offer. So they are going through lots of financial burden and lots of trouble this year because pickers are not there, weather is the issue, and even they have their local issues in co-op and everything. For a bin, for apple, it costs, they get $45, and the cost to pick the apple is $42, and I'm getting every day news stories from them. Thank you for your time, and thank you. Anything you would like to say in closing, please? Well, I just want to tell the farmers that are listening how much we appreciate them, and we know it's a hard job, but we need them so much. And consumers are right behind them. They're buying up the products that they're creating, and they're an important part of our food security in British Columbia. And so I think everybody has realized how important farmers are over this past few months especially. And I think that we just need to constantly be reminded that without farmers, we don't have any food on our plates. And so we need to appreciate them. But also, I'm going to send some information to your radio station on how to contact us directly, and maybe if you put it on your webpage, then farmers will know how to get in touch with our insurance department, etc. Does that sound okay? Thank you, Minister. Okay. Yes, thank you. Thank you indeed. Have a wonderful weekend. You too. Thanks so much. Bye-bye. Bye-bye. ਖੇਤੀਬਾੜੀ ਮੰਤਰੀ ਕਾਰਜੋਗਲਾਨਾ ਪੌਪਹੈਮ ਗੱਲਬਾਤ ਕਰ ਰਹੇ ਸੀ। ਗੱਲਬਾਤ ਠੀਕ ਲੱਗੀ ਹੈ ਮੈਨੂੰ, ਜਿਹੜਾ ਆਪਣੇ ਕੋਲ ਕਈ ਵਾਰ ਤੁਹਾਡੇ ਨਾਲ ਜਦ ਤੁਸੀਂ ਗੱਲ ਨਹੀਂ ਕਰਦੇ ਪਤਾ ਨਹੀਂ ਲੱਗਦਾ। ਇਹ ਉਹਨਾਂ ਦੀ ਗੱਲਬਾਤ, ਕਿਉਂਕਿ ਫਾਰਮਰ ਨੇ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਮਝਦੇ ਹੋ ਪੇਨ ਕੀ ਹੈ, ਤੇ ਵੱਡੇ ਘਰਾਂ ਲਈ ਵੀ ਉਹ ਕਹਿੰਦੀ ਜਿਹੜੇ ਰੀਅਲ ਫਾਰਮਰਸ ਨੇ, ਜਿਹੜੇ ਫਾਰਮ ਤੇ ਰਹਿ ਕੇ ਕਰਦੇ ਆ, ਉਹ ਸਾਨੂੰ ਅਪਲਾਈ ਕਰ ਸਕਦੇ ਆ। ਸਾਡੇ ਕਮਿਸ਼ਨ ਜਿਹੜਾ ਐਗਰੀਕਲਚਰ ਲੈਂਡ ਕਮਿਸ਼ਨ ਹੈ, ਉਹਨਾਂ ਨੂੰ ਡਾਇਰੈਕਟ ਸਾਨੂੰ ਅਪਲਾਈ ਕਰ ਦਿਓ ਤੇ ਅਸੀਂ ਤੁਹਾਨੂੰ ਘਰ ਦੇ ਦਿਆਂਗੇ। ਐਡਾ ਕੋਈ ਇਸ਼ੂ ਨਹੀਂ। ਜਿਹੜੇ ਹੌਬੀ ਫਾਰਮਰ ਨੇ ਵੀ 2 ਏਕੜ 3 ਏਕੜ ਲੈ ਕੇ ਸਰੀ ਦੇ ਆਊਟਸਕਰਟ ਦੇ ਵਿੱਚ 10-11 ਲੱਖ ਦੇ, ਤੇ ਉਹਦੇ ਤੇ 10,000 ਸਕੁਅਰ ਫੁੱਟ ਘਰ ਬਣਾਉਣਾ, ਉਹਦੇ ਕਹਿੰਦੀ ਮੈਂ ਖਿਲਾਫ। ਬਾਕੀ ਜਿਹੜਾ COVID-19 ਕਰਕੇ ਵੀ ਇਹ ਮੁਸ਼ਕਿਲ ਹੈ, ਥੋੜੀ ਜਿਹੀ ਕੋਆਪ ਦੀ ਵੀ ਮੁਸ਼ਕਿਲ ਹੈ, ਜਿਹੜੀ ਸਾਡੀ ਲੋਕਲ ਫਾਰਮਰਸ ਦੀ ਮੁਸ਼ਕਿਲ। ਹੁਣ ਬਿਨ $40 ਤਾਂ ਤੋੜਨ ਨੂੰ ਲੱਗ ਜਾਂਦੇ ਆ ਫਾਰਮ ਦੇ ਸੇਬ ਦੇ, ਤੇ 45 ਦਾ ਵਿਕਦਾ। ਤੇ ਜਿਹੜੀ ਗੱਲ ਉਹਨਾਂ ਨੂੰ ਮੈਂ ਕਹੀ 300-400 ਏਕੜ ਵਾਲਾ ਬੰਦਾ, ਅਨਸਰਟਨਟੀ ਇੰਨੀ ਆ, ਪਿਕਰ ਮਿਲਣੇ ਨੇ ਜਾਂ ਨਹੀਂ, ਸਪਰੇ ਤੇ $1 ਲੱਖ ਲੱਗਦਾ, ਉਹ ਕਰੂਗਾ ਕੀ? ਪਰ ਉਹਨਾਂ ਨੇ ਵਾਅਦਾ ਕੀਤਾ, ਕੋਸ਼ਿਸ਼ ਕਰਾਂਗੇ ਬਈ ਉਹਨਾਂ ਨੇ ਵੀ ਛੇਤੀ, ਉਹ ਕਹਿੰਦੀ ਮੈਂ ਆ ਕੇ ਕੁਛ ਸਪੈਸ਼ਲ ਇਹਦੇ ਤੇ ਪੈਕੇਜ ਦੇਣਗੇ, ਮੈਨੂੰ ਲੱਗਦਾ, ਤੇ ਫਿਰ ਮੈਂ ਆ ਕੇ ਦੱਸੂ। ਇੰਸ਼ੋਰੈਂਸ ਦੀ ਗੱਲ, ਓਬਵੀਅਸਲੀ ਇੰਸ਼ੋਰੈਂਸ ਤਾਂ ਸਾਰਿਆਂ ਕੋਲ ਹੈਗਾ ਹੀ ਹੈ। ਇੰਸ਼ੋਰੈਂਸ ਕਿੰਨਾ ਘਾਪਾ ਭਰ ਦੇਗਾ ਇਹ ਕਹਿਣਾ ਬਹੁਤ ਔਖਾ, ਖਰਚਾ ਬਹੁਤ ਹੈ। ਜੇ ਫਾਰਮਰ ਕਮਿਊਨਿਟੀ ਇਹ ਖੇਤਾਂ ਤੋਂ ਬਾਹਰ ਹੋ ਗਈ, ਇਹ ਵੇਖ ਲਓ ਜਿਹੜੀ ਚੀਜ਼ $2 ਦੀ ਮਿਲਦੀ ਆ, 8 ਦੀ ਮਿਲੂ। ਹਲੇ ਤਾਂ ਨਹੀਂ ਸਾਨੂੰ ਪੇਨ ਲੱਗਦਾ, ਕਿਉਂਕਿ ਮੇਰਾ ਖੇਤ ਨਹੀਂ ਮੇਰੇ ਹੈ, ਮੈਂ ਕੀ ਲੈਣਾ, ਰੁਲੀ ਝਾੜ ਮਿੱਟੀ। ਜਾ ਕੇ ਜਿਨ੍ਹਾਂ ਦਾ ਕੰਟੈਕਟ ਆ, ਕਦੇ ਫਾਰਮ 'ਚ ਰਹਿ ਕੇ ਦੇਖਿਓ 2 ਰਾਤ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਫਾਰਮਿੰਗ ਕਿੰਨੀ ਔਖੀ ਹੈ, ਕਿੰਨਾ ਉੱਥੇ ਔਖਾ। ਉਹ ਘਰ-ਬਾਰ ਪਾਏ ਤਾਂ ਵਧੀਆ ਲੱਗਦੇ ਆ, ਪਰ ਮਿੱਟੀ 'ਚ ਮਿੱਟੀ ਹੋਇਆ ਬੰਦਾ। ਇੱਥੇ ਵਿਆਹ ਤੇ ਰਿਸੈਪਸ਼ਨ ਤੇ ਆਏ ਤੇ ਕੁੜਤੇ ਪਜਾਮੇ ਪਾਏ ਨਾ ਦੇਖਿਆ ਕਰੋ, ਮੁਕਤਸਰੀ ਜੁੱਤੀਆਂ, ਉੱਥੇ ਮਿੱਟੀ 'ਚ ਰੁਲਦਿਆਂ ਨੂੰ ਵੇਖਿਆ ਕਰੋ। ਸੌਖਾ ਨਹੀਂ ਹੈ। ਫਾਰਮ ਤਾਂ ਫਾਰਮ ਹੀ ਹੈ। ਪੰਜਾਬ ਦਾ ਫਾਰਮ ਹੋਵੇ ਤੇ ਇੱਥੇ ਸਗੋਂ ਇੱਥੇ ਇਕਵਿਪਮੈਂਟ ਪੂਰਾ ਵੱਧ ਨੇ, ਪਰ ਉਹ ਖਰਚਾ ਬਹੁਤ ਹੈ। ਉਹਨਾਂ 50-50 ਹਜ਼ਾਰ ਦਾ, 40-40 ਹਜ਼ਾਰ ਦਾ ਟਰੈਕਟਰ ਆਉਂਦਾ ਸਪਰੇਅ ਲਈ, ਤੇ ਸਪਰੇਆਂ ਮਹਿੰਗੀਆਂ, ਤੇ ਜਿਹੜੇ ਬੰਦੇ ਵਰਕਰ ਲਿਆ ਕੇ ਰੱਖਣੇ। ਫਿਰ ਹੁਣ ਕੀ ਕਰਦੇ ਆ ਗਾਹਾਂ ਮੁੰਡੇ ਕਿਵੇਂ ਨਾ ਕਿਵੇਂ। ਪਰ ਇੱਕ ਗੱਲ ਉਹਦੇ ਜਿਹੜੀ ਕਹੀ ਆ ਮਿਨਿਸਟਰ, ਕਹਿੰਦੇ ਪਲੀਜ਼ ਅਸੀਂ ਵੀ ਟ੍ਰਾਂਜੀਸ਼ਨ ਤੇ ਇਨੋਵੇਸ਼ਨ ਕਰੀਏ, ਅਸੀਂ ਖੋਜਾਂ ਕਰੀਏ। ਬਈ ਸੇਬ ਲੈ ਲਿਆ, ਸੇਬ ਨਾਲ ਕੋਈ ਸਪਾਰਕਲਿੰਗ ਸੋਡਾ ਇਹਦੇ ਬੇਸ ਦਾ ਬਣਾ ਲਿਆ, ਜਾਂ ਅਸੀਂ ਬੈਰੀ ਦਾ ਕੋਈ ਪ੍ਰੋਡਕਟ ਬਣਾ ਲਿਆ, ਬੈਰੀ ਦੇ ਜੈਮ ਬਣਾ ਲਏ, ਕੋਈ ਮਸ਼ੀਨਾਂ ਲਾ ਰਹੀਆਂ। ਅਸੀਂ ਤਾਂ ਕੈਨਰੀ ਲਾਈ, ਸਾਫ਼ ਕਰਕੇ ਚੱਲ ਚਾਈਨਾ ਨੂੰ, ਉਹਦੇ 'ਚੋਂ ਗੱਲ ਨਹੀਂ ਹੋਣੀ। ਉਹਦਾ ਕੋਈ ਅਗਲਾ ਬਾਈ ਪ੍ਰੋਡਕਟ ਸਾਡਾ ਬਣੇ ਕਿਸੇ ਫਰੂਟ,
ਜਿਵੇਂ ਮਨਪ੍ਰੀਤ ਔਜਲੇ ਦੀ ਮੈਂ ਗੱਲ ਹੁਣ ਮੁੰਡੇ ਦਾ ਜਾ ਕੇ ਤੁਸੀਂ ਵੇਖਿਓ ਫਰੂਟ ਸਟੈਂਡ ਬਣਿਆ, ਭੁੱਖ ਲੈਂਦੀ ਆ ਕੋਲ ਦੀ ਲੰਘੇ ਜਾਂਦੇ। ਇੱਕ ਤਾਂ ਐ ਆ ਫਰੂਟ ਸਟੈਂਡ ਆਲੇ ਦੁਆਲੇ ਖੱਬਲ ਖੜਾ 2-2 ਫੁੱਟ ਤੇ ਪਤਾ ਹੀ ਨਹੀਂ ਲੱਗਦਾ ਫਰੂਟ ਸਟੈਂਡ ਕਿੱਥੇ ਢਈਆਂ ਛੱਤਾਂ ਨੇ, ਕਿੱਥੇ ਲਾਲ ਰੱਤਾ ਜਿਹੜਾ ਗੁਲਾਬੀ ਲਾਲ ਰੰਗ ਆ। ਉਰਲੇ ਬੰਨੇ ਕਾਸਟਨ ਦੇ ਵਿੱਚ ਕੈਰਮੀਅਸ ਦੇ ਵਿੱਚ ਲਿੱਦੜਾਂ ਦਾ ਦੇਖਿਓ, ਬਹੁਤ ਵਧੀਆ ਉਹ ਕਰਦੇ ਆ। ਲਿੱਦੜ ਬਾਈ ਜੀ ਦੋਸਤ ਨੇ ਸਾਡੇ, ਅਤੇ ਉੱਥੇ ਮੋਟਰਸਾਈਕਲਾਂ ਵਾਲੇ ਅਸੀਂ ਰੁਕਦੇ ਹੁੰਦੇ ਆ। ਕਾਲੋ ਉਹਨਾਂ ਦੇ ਸਾਡੇ ਰਾਈਡਰ ਹੈ, ਉਹਨਾਂ ਦੇ ਦੋਸਤ ਨੇ, ਉਹ ਰਿਸ਼ਤੇਦਾਰ ਵੀ ਨੇ। ਵਧੀਆ ਜਿਹੜਾ ਬਣਾਇਆ ਹੋਵੇ ਕੈਰਮੀਅਸ ਕਾਸਟਨ ਦੇ ਵਿੱਚ, ਉਹ ਵੀ ਇੱਕ ਆਰਟ ਹੈ। ਤੁਸੀਂ ਇੱਕ ਚੀਜ਼ 50 ਸੈਂਟ ਦੀ ਵਿਕਦੀ ਉਹਦੇ ਤੇ ਲਿਆ ਕੇ $1 ਦੀ ਵੇਚ ਸਕਦੇ। ਵਧੀਆ ਪੈਕੇਜ, ਵਧੀਆ ਗੱਲ। ਅਖਰੋਟ ਪਏ ਨੇ ਲੋਕਲ, ਲਸਣ ਪਿਆ ਲੋਕਲ ਉਗਾਇਆ ਹੋਇਆ, ਸਬਜ਼ੀਆਂ ਪਈਆਂ ਨੇ, ਕੱਦੂ ਪਏ ਨੇ, ਟੀਂਡੇ ਪਏ ਨੇ, ਬੜਾ ਸਮਾਨ ਪਿਆ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਵੀ ਕੁਛ ਕਰਨਾ ਚਾਹੀਦਾ। ਸੈਮ ਜੀ ਕੀ ਕਹਿੰਦੇ ਸਾਹਿਬ? ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਸੀ ਵੀ ਮਾਂਜੇ ਗਏ ਕੂਕਿਆਂ ਦੇ ਡੋਲੂ ਵਾਂਗੂ, ਉਹ ਤਾਂ ਬਿਲਕੁਲ ਹੀ ਗੱਲ ਸਹੀ ਹੋ ਗਈ ਹੈ। ਮਿਨਿਸਟਰ ਦਾ ਪੂਰਾ ਹੀ ਪੱਲਾ ਝੜ ਗਈ। ਸੈਮ ਜੀ ਗੱਲ ਵਿੱਚ ਰਹਿ ਗਈ ਸੀ, ਪੂਰੀ ਕਰਿਓ ਜੀ। ਸਾਹਿਬ ਮੈਂ ਗੱਲ ਕਰਦਾ ਸੀ ਵੀ ਮਿਨਿਸਟਰ ਤਾਂ ਪੂਰੀ ਤਰ੍ਹਾਂ ਹੀ ਮੁੱਕਰ ਗਏ। ਉਹ ਕਹਿੰਦੀ ਜੋ ਹੋ ਰਿਹਾ ਸਹੀ ਹੋ ਰਿਹਾ। ਹਰ ਗੱਲ ਦਾ ਤਾਂ ਜਵਾਬ ਘੜ ਕੇ ਲਿਆਈ ਸੀ ਜੇ ਤਾਂ ਉਹਨੂੰ ਪਤਾ ਸੀ ਕਿਹੜੇ ਕੁਐਸਚਨ ਪੁੱਛਣੇ ਆ। ਨਾ ਹੀ ਤਾਂ ਉਹਨੇ ਫਾਰਮਰਾਂ ਦੇ, ਨਾ ਹੀ ਉਹਨੇ ਇਹ ਦੱਸਿਆ ਵੀ ਮੈਂ ਮੈਗਾ ਹੋਮ ਨੂੰ ਕਰ ਦੂੰਗਾ। ਨਹੀਂ ਜੀ, ਉਹ ਵੀ ਬਣਾ ਸਕਦੇ ਤੁਸੀਂ, ਤੇ ਜੇ ਬਣਾ ਸਕਦੇ ਤਾਂ ਰੈੱਡ ਟੇਪ ਕਿਉਂ ਲਾਈ? ਕਿਉਂ ਬ੍ਰਿਟਿਸ਼ ਕੋਲੰਬੀਆ ਨੂੰ ਤੰਗ ਕੀਤਾ ਜੇ ਬਣਾ ਹੀ ਸਕਦੇ ਆ ਤੁਸੀਂ? ਪਹਿਲਾਂ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਰੈੱਡ ਟੇਪਾਂ ਇਹ ਚੱਕਣੀਆਂ ਕਿੰਨੀਆਂ ਔਖੀਆਂ। ਤੇ ਫਾਰਮਰਾਂ ਲਈ ਕੀ ਆ? ਉਹ ਜੀ ਇੰਸ਼ੋਰੈਂਸ ਹੈਗਾ, ਉਹਦਾ ਫਾਰਮਰ ਆਣ ਕੇ ਦੱਸਣਗੇ। ਉਹਨਾਂ ਦੇ ਪੱਲੇ ਤਾਂ ਹੁਣ ਕੁਛ ਨਹੀਂ ਹੈਗਾ, ਜਿੰਨਾ ਦਾ ਡੀਲ ਕਰਨਾ ਉਹਨਾਂ ਨੂੰ ਕੁਛ ਨਹੀਂ ਜੀ। ਆਈ ਡੋਨਟ ਨੋ ਬਿਗਰ ਪਿਕਚਰ 'ਚ ਉਹ ਕੀ ਕਰਨਗੇ ਇਕੱਠੇ ਹੋ ਕੇ। ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਹੁੰਦਾ ਵੀ ਜਦੋਂ ਇਹਦੇ 'ਚ ਸਰਕਾਰ ਵੱਲੋਂ ਤਾਂ ਕੁਛ ਨਹੀਂ ਹੈ, ਸਰਕਾਰ ਵੱਲੋਂ ਤਾਂ ਸੈਮ ਜੀ ਕੁਛ ਨਹੀਂ ਹੈ। ਇੰਸ਼ੋਰੈਂਸ ਤਾਂ ਉਹਨਾਂ ਨੇ ਲਏ ਹੀ ਹੋਏ ਨੇ, ਪਹਿਲਾਂ ਹੀ ਲਏ ਹੋਏ। ਬਿਲਕੁਲ ਬਿਲਕੁਲ। ਇਹ ਤਾਂ ਹੁਣ ਇਹ ਕਰ ਸਕਦੇ ਜੇ ਸਰਕਾਰ ਦੀਆਂ ਨੀਂਦ ਜਗਾਉਣੀ ਹੈ ਤੇ ਕੁਛ ਐਕਸਟਰਾ ਕਰਨ। ਕੋਈ ਐ ਸੁਭਾਵਨਾ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ। ਅੱਜ ਦਾ ਨਹੀਂ ਇੱਕ ਮਸਲਾ ਗਲਤ ਹੈ ਵੀ ਲਗਾਤਾਰ ਚੱਲਣ ਵਾਲਾ ਮਸਲਾ। ਮੇਰੇ ਫਾਰਮਰ ਫਰੈਂਡ ਹੈਗੇ ਆ ਜਿਹੜੇ ਵੇਚਦੇ ਰਹੇ ਆ ਪਹਿਲਾਂ ਗੁੱਡ ਫਾਰਮ, ਔਰ ਕਹਿੰਦੇ ਵੀ ਰਹੇ ਅਸੀਂ ਠੀਕ ਆ। ਨਾਓ ਟਰਬਲ, ਉਹ ਕਹਿੰਦੇ ਕੁਛ ਨਹੀਂ ਬਣਦਾ, ਸਾਡੇ ਪੈਸੇ ਕੋਲੋਂ ਪੈਂਦੇ ਆ। ਔਰ ਜਿਹੜੀ ਨਵੇਂ ਲੋਕ ਉੱਠ ਕੇ ਹੋਰ ਮਹਿੰਗੇ ਲਈ ਜਾਂਦੇ ਆ, ਆਈ ਡੋਨਟ ਨੋ ਕਿਉਂ ਫਸ ਰਹੇ ਆ ਤੇ ਬਾਅਦ ਤੰਗ ਹੁੰਦੇ ਆ। ਫਾਰਮਰਾਂ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਔਰ ਇਕੱਠੇ ਹੋ ਕੇ ਲਿਆ ਕੇ, ਮੈਂ ਤਾਂ ਕਿਹਾ ਡੰਪ ਟਰੱਕ ਭਰ ਕੇ ਲੈ ਆ ਉੱਥੋਂ ਦੇ ਸਿੱਟੋਂ ਮੋਹਰੇ ਲਿਆ ਕੇ ਕੁਛ ਨਾ ਕੁਛ ਕਰਨਾ ਹੀ ਪੈਂਦਾ ਹੁੰਦਾ ਫਿਰ ਜੇ ਇੱਦਾਂ ਦਾ ਪੰਗਾ ਹੋਵੇ। ਇਹੀ ਕਹਿਣਾ ਚਾਹੀਦਾ। ਬਿਲਕੁਲ ਜੀ, ਧੰਨਵਾਦ। ਗੱਲ ਇਹ ਹੈ ਜੀ ਬਈ ਬਹੁਤ ਵੱਡਾ ਇੱਕ ਇਹ ਇਸ਼ੂ ਹੈ। ਸਰਕਾਰਾਂ ਨੇ ਤਾਂ, ਰਾਜਨੀਤਿਕ ਬੰਦਿਆਂ ਤਾਂ ਰਾਜਨੀਤੀ ਦੀ ਗੱਲ ਕਰਨੀ ਹੈ, ਉਹ ਤਾਂ ਆਪਾਂ ਨੂੰ ਪਤਾ ਹੈ। ਕੁਛ ਇਹ ਹੈ ਸੈਮ ਜੀ ਵੀ ਆਪਣੇ ਬਾਰੇ, ਕਿਉਂਕਿ ਆਪਾਂ ਗੱਲ ਬਾਹਰ ਹੀ ਪਹਿਲਾਂ ਆਪਣੀ ਕੀਤੀ ਹੁੰਦੀ ਹੈ, ਗੱਲ ਪਤਾ ਹੀ ਹੁੰਦਾ ਹੈ ਉਹਨਾਂ ਨੂੰ ਕਿ ਆਪਾਂ ਕੀ ਕਹਿਣਾ। ਤੇ ਹਰ ਰੋਜ਼ ਆਪਾਂ ਗੱਲ ਕਰਦੇ ਹਾਂ, ਲੁਕਮਾ ਤਾਂ ਕੋਈ ਹੁੰਦਾ ਨਹੀਂ। You're listening to 1550 AM KRPI Ferndale. The views expressed are not necessarily those of the staff, management, or ownership of this station. Balwinder Singh ji, line number 4. Manjinder Singh ji, line number 4. हेलो, सत श्री अकाल जी। सत श्री अकाल जी। ਹਾਂਜੀ, ਮੈਂ ਆਪਣੀ ਐਲਐਮਆਈ ਬਾਰੇ ਗੱਲ ਕਰਨੀ ਚਾਹੁੰਦਾ ਸੀਗਾ। ਇਹਦੇ ਵਿੱਚ ਹੀ ਕੱਲਾ ਵਰਕਰਾਂ ਦਾ ਸ਼ੋਸ਼ਣ ਨਹੀਂ ਹੁੰਦਾ, ਇਹਦੇ ਵਿੱਚ ਬਿਜ਼ਨਸ ਟੂ ਬਿਜ਼ਨਸ, ਲੋਕਲ ਬਿਜ਼ਨਸ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਮੈਂ ਜੀ ਹਲੇ ਨਹੀਂ ਇਹਦੀ ਗੱਲ ਕਰਨੀ ਮਨਜਿੰਦਰ, ਪਲੀਜ਼ ਬਾਅਦ ਚ ਕਰਿਓ। ਪਲੀਜ਼ ਮੈਨੂੰ ਕਰ ਲੈਣ ਦਿਓ ਸ਼ੁਰੂ ਇਹ ਗੱਲ, ਫੇਰ ਕਰਿਓ ਪਲੀਜ਼। ਹਲੇ ਮੈਂ ਫਾਰਮਰਾਂ ਦੀ ਗੱਲ ਕਰਦਾ, ਫੇਰ ਆਇਓ। ਥੈਂਕ ਯੂ, ਧੰਨਵਾਦ। ਅੱਛਾ, ਅਮਰਤ ਜੀ, ਲਾਈਨ ਨੰਬਰ 5। ਹਾਂਜੀ ਗੱਲ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਗੱਲ ਇਸ ਤਰ੍ਹਾਂ ਜੀ, ਕ੍ਰੌਪ ਇੰਸ਼ੋਰੈਂਸ ਦੀ ਜਿਹੜੀ ਹੈਗੀ ਆ, ਇਹ ਬਿਲਕੁਲ
ਉਹ ਚੀਜ਼ ਹੈਗੀ ਆ ਵੀ ਤੁਹਾਨੂੰ ਦਿੱਤਾ ਹੈ ਵੀ ਸਾਰਾ ਕੁਝ ਤਾਂ ਦੇਣਾ ਵੀ ਕੁਝ ਨਹੀਂ ਗਾ। ਪਹਿਲੀ ਗੱਲ ਤਾਂ ਜਿਹੜੀ ਉਹਨੂੰ ਸਮਝਾਇਓ ਜੀ, ਉਹ ਹੈ ਜੀ ਉਹਨੂੰ ਸਮਝਾਇਓ ਵੀ ਇਹ ਇੰਸ਼ੋਰੈਂਸ ਕੰਮ ਕਿਵੇਂ ਕਰਦੀ ਹੈ, ਸਮਝਾਇਓ। ਕੰਮ ਉਹ ਇਹ ਕਰਦੀ ਹੈ ਜਦੋਂ ਜੀ ਪਹਿਲਾਂ ਉਹਨਾਂ ਨੇ ਕਹਿਣਾ ਤੁਹਾਨੂੰ ਜੀ ਤੁਹਾਡੀ ਅਸੀਂ ਅਸੈਸ ਕਰਦੇ ਹਾਂ ਵੀ ਤੁਹਾਡੀ ਬੇਰੀ 4 ਟਨ ਦੀ ਨਿਕਲੂਗੀ। ਠੀਕ, ਅੱਛਾ ਜੀ, ਉਹਦੇ ਵਿੱਚ 3 ਤਰ੍ਹਾਂ ਦੀ ਹੋ ਜਾਂਦੀ ਹੈ। ਇੱਕ ਵੀ 70% ਤੁਸੀਂ ਕਵਰੇਜ ਲੈਣੀ ਆ, 60% ਲੈਣੀ ਆ, 20% ਲੈਣੀ ਆ। ਵੀ ਲੈਟਸ ਸੇ 5 ਲੱਖ ਪਾਉਂਡ ਤੁਹਾਡੀ ਉਹ ਮੈਕਸਿਮਮ ਵਾਲੀ ਲੈ ਲਈ ਤੁਸੀਂ। ਉਹਦੇ ਵਿੱਚ ਉਹਨਾਂ ਨੇ ਡਿਡਕਟੇਬਲ ਕੱਢ ਲੈਣਾ। ਡਿਡਕਟੇਬਲ ਕੱਢ ਕੇ ਜਿੰਨੀ ਉਹ ਇੰਸ਼ੋਰੈਂਸ ਕਰਦੇ ਆ ਉਨੀ ਤੁਸੀਂ ਬਿਲਕੁਲ ਕੁਝ ਵੀ ਨਾ ਕਰੋ ਤਾਂ ਵੀ ਬੇਰੀ ਹੋ ਜਾਂਦੀ ਹੈ। ਫਿਰ ਉਹ ਕਹਿੰਦੇ ਆ ਤੁਹਾਡੀਆਂ ਮੱਖੀਆਂ ਰੱਖੀਆਂ ਸੀ, ਇਹ ਸੀ ਉਹ ਸੀ। ਉਹਦੇ ਤੋਂ ਮੇਰਾ ਤਾਂ ਖਿਆਲ ਨਹੀਂ ਕਿਸੇ ਨੂੰ ਅੱਜ ਤੱਕ ਕਿਸੇ ਨੇ ਉਹ ਇੰਸ਼ੋਰੈਂਸ ਲਿਆ ਹੋਵੇ, ਕਿਉਂਕਿ ਉਹਨਾਂ ਦੇ ਉਹਦੇ ਵਿੱਚ ਫਾਈਨ ਲਾਈਨਸ ਦੇ ਵਿੱਚ ਲਿਖਿਆ ਹੋਇਆ ਵਾ ਵੀ ਜਿਹੜੀ ਤੁਹਾਡੀ ਕੋਈ ਡਿਜ਼ੀਜ਼ ਆ ਉਹ ਨਹੀਂ ਹੋਣੀ ਚਾਹੀਦੀ, ਫਿਰ ਕਵਰੇਜ ਨਹੀਂ ਹੈਗੀ। ਕੋਈ ਫਾਰਮ ਇਹੋ ਜਿਹਾ ਹੋ ਹੀ ਨਹੀਂ ਸਕਦਾ ਵੀ ਜਿਹਦੇ ਵਿੱਚ ਡਿਜ਼ੀਜ਼ ਹੋਵੇ ਨਾ। ਹਾਂ, ਉਹ ਇਹ ਕਹਿ ਸਕਦੇ ਵੀ ਹਾਂ ਤੁਸੀਂ ਉਹਦੇ ਲਈ ਕੀਤਾ ਕੀ ਸੀ, ਉਹਦਾ ਸਪਰੇਅ ਰੈਕਡ ਦੇਖ ਸਕਦੇ ਆ ਵੀ ਤੁਸੀਂ ਉਹਦੀ ਸਪਰੇਆਂ ਕੀਤੀਆਂ, ਉਹਦੀ ਪ੍ਰੋਟੈਕਸ਼ਨ ਕੀਤੀ, ਉਹ ਕੁਛ ਨਹੀਂ ਹੈਗਾ। ਕੋਈ ਉਹਦੀ ਕੁਆਲਿਟੀ ਵੀ ਹੈ ਨਹੀਂ। ਇਸ ਸਾਲ ਇੰਨੀ ਜ਼ਿਆਦਾ ਮੋਲਡ ਪੈ ਗਈ ਆ, ਮੀਂਹਾਂ ਦੇ ਨਾਲ ਬਹੁਤ ਜ਼ਿਆਦਾ ਡਿੱਗ ਗਈ ਆ ਬੇਰੀ, ਉਹਦੀ ਕੋਈ ਕਵਰੇਜ ਨਹੀਂ, ਕਿਸੇ ਨੂੰ ਕੁਝ ਨਹੀਂ ਮਿਲਣਾ। ਇਹ ਸਭ ਗੱਲਾਂ ਨੇ। ਇੱਕ ਇੰਸ਼ੋਰੈਂਸ ਦਾ ਇਹ 9 ਦਾ ਅਸੀਂ ਬਹੁਤ ਗੱਲਬਾਤ ਕਰ ਚੁੱਕੇ ਹਾਂ ਐਪੀਸੋਡ ਦੇ ਵਿੱਚ ਵੀ। ਤੇ ਹਾਂਜੀ, ਉਹ ਪਹਿਲਾਂ ਇਹ NDP ਦੀ ਸਰਕਾਰ ਆਉਣ ਤੋਂ ਪਹਿਲਾਂ ਸੀ, ਕਹਿੰਦੇ ਜੀ ਹੁਣ ਵੋਟਾਂ ਪੈਣੀਆਂ ਨੇ, ਇਹ ਗੱਲ ਵੋਟਾਂ ਤੋਂ ਬਾਅਦ ਚੱਲੂਗੀ। ਵੋਟਾਂ ਵੀ ਪੈ ਗਈਆਂ, ਦੁਬਾਰੇ ਵੀ ਵੋਟਾਂ ਪੈਣ ਵਾਲੀਆਂ ਹੋ ਗਈਆਂ, ਕਿਸੇ ਨੇ ਕੁਝ ਨਹੀਂ ਕੀਤਾ ਹੈਗਾ। ਉਹ ਸਾਰਾ ਇਸੇ ਤਰ੍ਹਾਂ ਹੀ ਉਹ ਨੋਰਮਲੀ ਚੱਲੀ ਜਾ ਰਿਹਾ। ਤੇ ਗਰੋਵਰ ਵੀ ਬੋਲ ਕੇ ਗੱਲਾਂ ਬਾਤਾਂ ਕਰਕੇ ਹਟ ਜਾਂਦੇ ਆ, ਉਹ ਵੀ ਨਹੀਂ ਕੁਝ ਕਰ ਸਕਦੇ ਕਿਉਂਕਿ ਜਦੋਂ ਅੱਗੇ ਗੱਲ ਤੁਰਨੀ ਹੋਈ ਨਹੀਂ, ਵਧਣੀ ਹੋਈ ਨਹੀਂ ਗੱਲ ਤਾਂ ਜੇ ਤੁਰੇ ਤਾਂ ਸਾਰੇ ਹੋਣ ਫਾਰਮਰ ਨੂੰ ਬਚਾਉਣ ਦੇ ਹੱਕ ਚ ਹੋਣ। ਬਾਈ ਜੀ ਕੀ ਬਣੂਗਾ ਫਿਰ? ਕਹੀ ਜਾਂਦੇ ਆ ਜੀ ਵੱਡੇ ਵੱਡੇ ਘਰ ਵਾ। ਜੇ ਹੁਣ ਬੰਦਾ 30 ਸਾਲ ਤੋਂ 40 ਸਾਲ ਤੋਂ ਆ ਰਿਹਾ, ਜੇ ਬੰਦੇ ਨੇ 40 ਸਾਲ ਦੇ ਵਿੱਚ ਇੱਕ ਵੱਡਾ ਘਰ ਪਾ ਲਿਆ, ਉਹਦਾ ਗੁਨਾਹ ਤਾਂ ਨਹੀਂ ਹੋਇਆ। ਉਹਦੇ ਤੋਂ ਉਹ ਵੀ ਦੇਖੋ ਉਹਦਾ ਲੋਨ ਕਿੰਨਾ ਕਾ, ਉਹਦਾ ਡੈਟ ਕਿੰਨਾ ਕਾ। ਸਿਰਫ ਲੈਂਡ ਵੈਲਿਊ ਜਿਹੜੀ ਹੈਗੀ ਆ ਬਚਾਈ ਜਾ ਰਹੀ ਆ ਫਾਰਮਰਾਂ ਨੂੰ। ਅਦਰਵਾਈਜ਼ ਇਹਦੇ ਚੋਂ 5 ਮਿਲੀਅਨ ਦੀ ਇਨਵੈਸਟਮੈਂਟ ਕਰਕੇ ਉਹਦੇ ਵਿੱਚੋਂ ਤੁਸੀਂ ਉਹਦੀ ਰਿਟਰਨ ਦੇਖ ਲਓ ਵੀ ਕੀ ਹੋ ਸਕਦੀ ਆ। ਉਹ ਪੇਪਰ ਦੇ ਉਹ ਦੇਖ ਸਕਦੇ ਆ, CRA ਨੂੰ ਸਭ ਪਤਾ। ਪਰ ਸਿਰਫ ਹਾਂ ਇੱਕ ਗੱਲ ਹੈਗੀ, ਲੈਂਡ ਦੀ ਵੈਲਿਊ ਜਿਹੜੀ ਹੈਗੀ ਆ ਉਹ ਜ਼ਰੂਰ ਬਚਾ ਰਹੀ। ਉਹ ਡੈਟ ਦੇ ਉੱਪਰ ਡੈਟ ਹੋਰ ਉਹ ਬੰਦਾ ਚਲੋ ਕਹਿੰਦਾ ਹੁਣ ਘਰ ਤਾਂ ਪਾਉਣਾ ਹੀ ਹੈ, ਬੱਚਿਆਂ ਨੂੰ ਤਾਂ ਨਾਲ ਰੱਖਣਾ ਹੀ ਹੈ, 4 ਲੱਖ ਹੋਰ ਸੀ ਜਿੱਥੇ ਹੋਰ ਸੀ। ਪਰ ਇਹ ਚ ਦਾ ਵਧਣੀਆਂ ਚਾਹੀਦੀਆਂ ਨੇ ਖਰਚੇ। ਉਹਦੇ ਨਾਲ ਉਹਦੀ ਜਿੰਨੀ ਇਨਪੁਟ ਦੀ ਕਾਸਟ ਵੱਧਦੀ ਆ, ਉਹਦੀ ਆਊਟਪੁੱਟ ਵੀ ਉਹਨੂੰ ਮਿਲਣੀ ਚਾਹੀਦੀ ਆ। 12-12 ਵਜੇ ਤੱਕ ਰਾਤ ਨੂੰ ਫਾਰਮਰ ਫਿਰਦੇ ਆ। ਹਰੇਕ ਅਗਲਾ ਕਹਿੰਦਾ ਜੀ ਛੱਡ ਦਿਓ ਜੇ ਨਹੀਂ ਬਚਦਾ, ਪਰ ਜਿਹਨੇ ਪੈਸੇ ਲਾਏ ਹੁੰਦੇ ਆ ਉਹ ਛੱਡਣਾ। ਤੁਸੀਂ ਇੱਕ ਜੌਬ ਛੱਡਣੀ ਔਖੀ ਹੋ ਜਾਂਦੀ ਹੈ, ਬਿਜ਼ਨਸ ਸ਼ੁਰੂ ਕਰਨਾ ਇਹਨੂੰ ਬਿਜ਼ਨਸ ਹੀ ਕੰਸੀਡਰ ਕਰਨਾ ਚਾਹੀਦਾ। ਛੱਡਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ। ਤੁਸੀਂ ਇੱਕ ਜੌਬ $10-12 $15 ਵਾਲੀ ਛੱਡਣੀ ਹੋਵੇ, ਉਹ ਬੰਦਾ 15 ਵਾਰੀ ਸੋਚਦਾ ਵੀ ਹਾਂ ਯਾਰ ਵੀ ਮੈਂ ਛੱਡਾਂ ਕਿ ਨਾ ਛੱਡਾਂ। ਜਿਹੜਾ ਕੁਛ ਅਗਲੇ ਨੇ ਬਣਾਇਆ ਹੁੰਦਾ ਵਾ, ਉਹ ਮਸ਼ੀਨਰੀ ਬਣਾਈ ਹੁੰਦੀ, ਉਹ ਕਿੱਥੇ ਲੈ ਜਾਣਾ, ਨਾ ਉਹਦਾ ਕੁਛ ਮਿਲਦਾ, ਨਾ ਉਹਦਾ ਦੇਣਾ ਕਿਸੇ ਨੇ। ਸੋ ਇਸੇ ਉਹ ਚੱਕਰ ਦੇ ਵਿੱਚ ਹੀ ਬੰਦਾ ਇੱਕ ਸੀਜ਼ਨ ਲੱਗ ਗਿਆ, 2 ਵੇਟ ਕਰ ਲਈ, ਇੱਕ ਸੀਜ਼ਨ ਲੱਗ ਗਿਆ, 2 ਵੇਟ ਕਰ ਲਈ। ਉਹ ਵੀ ਚਲੋ ਹੁਣ ਹੋਇਆ। ਇੰਡੀਆ ਦੇ ਨਾਲੋਂ ਭੈੜਾ ਹਾਲ ਆ ਇੱਥੇ ਖੇਤੀ ਦਾ। ਜੇ ਕੋਈ ਕਿਹਾ ਜਾਵੇ ਜਿਹਨੇ ਉਹ ਕਰਨਾ ਵਾ ਤਾਂ ਮੇਰੇ ਨਾਲ ਤੁਸੀਂ ਆਫਟਰ ਦਾ ਮਤਲਬ ਹੈਗਾ ਸ਼ੋਅ ਤੁਸੀਂ ਕੱਲ ਕਰ ਸਕਦੇ ਹੋ, ਮੈਂ ਤੁਹਾਨੂੰ ਦਿਖਾ ਦੂੰ, ਨੰਬਰ ਦਿਖਾ ਸਕਦਾ ਵਾਂ ਵੀ ਇਹਦੇ ਚ ਕੀ ਕੱਢਣ ਪਾਉਣ ਨੂੰ ਹੈਗਾ ਵਾ। LMI ਇਹਦਾ ਲੋਕ ਰੌਲਾ ਪਾਉਂਦੇ ਆ, ਉਹ ਬਿਲਕੁਲ ਉਹ ਫਾਰਮਰ ਨਹੀਂ ਹੈਗੇ ਜਿਹੜੇ ਜਿਨ੍ਹਾਂ ਨੇ ਵੇਚੇ ਆ। ਉਹ ਕੋਈ ਟਰੱਕ ਚਲਾ ਰਿਹਾ, ਕੋਈ ਕੁਛ ਕਰ ਰਿਹਾ, ਉਹਨਾਂ ਦੇ ਸਾਈਡ ਤੇ ਹੈਗੇ ਆ। ਉਹਨਾਂ ਨੇ ਜਿਹੜੇ ਐਕਚੁਅਲੀ ਫਾਰਮਰ ਆ ਉਹਨਾਂ ਨੂੰ ਤਾਂ ਬੰਦੇ ਮਿਲ ਨਹੀਂ ਰਹੇ, ਉਹਨਾਂ ਨੂੰ ਤਾਂ ਆਪਦੇ ਫਾਰਮ ਦੇ ਲਈ ਲੇਬਰ ਮਿਲ ਜੂ, ਉਹੀ ਬਹੁਤ ਆ। ਉਹ ਵੇਚਣ ਵਾਲੇ ਉਹ ਕੈਟਾਗਰੀ ਹੋਰ ਆ, ਉਹ ਫਾਰਮਿੰਗ ਕੈਟਾਗਰੀ ਨਹੀਂ ਹੈਗੀ। ਉਹ ਉਹਨਾਂ ਦੇ ਸਿਰਫ ਉਹ ਲਿਵਿੰਗ ਦੇ ਲਈ ਹੈਗਾ, ਉੱਥੇ ਘਰ ਬਣਾਇਆ ਹੋਇਆ ਜਾਂ ਹੋਰ ਕੁਛ ਕੀਤਾ ਹੋਇਆ। ਉਹ ਪਾਸੇ ਉਹਨਾਂ ਦਾ ਇਨਕਮ ਰਿਸੋਰਸਿਸ ਹੋਰ ਨੇ। ਉਹ ਕਹਿੰਦੇ ਚਲ ਕੋਈ ਨਹੀਂ, ਇੱਕ ਦੋ ਅਮਰਤ ਜੀ ਉਹ ਤਾਂ ਫਾਰਮ ਵੀ ਕਾਗਜ਼ਾਂ 'ਚ ਹੀ ਨੇ। ਉਹ ਫਾਰਮ ਵੀ ਇੱਕ ਦੇ ਮੈਨੂੰ ਕਿਸੇ ਨੇ ਕੈਰਮੀਅਸ ਦਿਖਾਇਆ, ਇੱਕ ਨੇ ਖੱਡ ਲਈ ਹੋਈ ਆ 100 ਏਕੜ ਦੀ। ਇੱਥੇ ਪਤਾ ਲੱਗਿਆ ਕੰਸਲਟੈਂਟ ਨੇ ਉਹਦੇ ਤੇ 100 ਵੇਚਦਾ ਘੱਟੋ ਘੱਟ। ਉਹ ਇਸੇ ਤਰ੍ਹਾਂ ਹੀ ਹੈਗੇ ਆ। ਉਹ ਜਿਹੜੇ ਅਸਲ 'ਚ ਫਾਰਮਿੰਗ ਕਰਦੇ ਆ ਉਹਨਾਂ ਨੇ ਨਾ ਕਿਸੇ ਨੇ ਵੇਚਿਆ ਤੇ ਨਾ ਹੀ ਉਹਨਾਂ ਕੋਲ ਵੇਚਣ ਨੂੰ ਇਹ ਹੈਗੀ ਵੀ ਆ ਗੱਲ। ਉਹਨਾਂ ਦਾ ਤਾਂ ਆਪਦਾ ਹੀ ਲੋਟ ਆ ਰਿਹਾ ਵੀ ਉਹ ਕਿਵੇਂ ਉਹਨੂੰ ਉਹਨਾਂ ਨੇ ਹੈਂਡਲ ਕਰਨਾ ਵਾ, ਕਿਵੇਂ ਬੇਰੀ ਜਾਂ ਹੋਰ ਕੋਈ ਵੀ ਕਰੋਪ ਹੈਗੀ ਉਹਨੇ ਕਿਵੇਂ ਸਾਂਭਣੀ ਹੈ। ਉਹ ਇੱਕ ਰਸੇ ਹੁਣ ਇਹ ਦੱਸੋ ਲੋਕ ਆ ਕੇ ਹਾਂਜੀ ਅਮਰਤ ਜੀ, ਇਹ ਰਾਜਨੀਤਿਕ ਬੰਦਿਆਂ ਨੇ ਤਾਂ ਰਾਜਨੀਤੀ ਦੀ ਗੱਲ ਕਰਨੀ ਹੈ। ਕੀ ਤੁਸੀਂ ਸੋਚਦੇ ਹੋ ਫਿਰ ਵੀ ਫਾਰਮਿੰਗ ਫਿਰ ਕਿੰਨਾ ਚਿਰ ਇਸ ਤਰ੍ਹਾਂ ਚੱਲੇਗੀ?
ਮੈਨੂੰ ਪਤਾ ਪੰਜਾਬ ਵਾਂਗੂ ਇੱਕ ਸੀਜ਼ਨ ਲੱਗ ਗਿਆ, 2 ਲੱਗੇ ਨਹੀਂ, ਤੀਜਾ ਲੱਗ ਗਿਆ, ਉਸ ਤਰ੍ਹਾਂ ਆੜਤੀਆਂ ਤੋਂ ਇੱਧਰ ਉੱਧਰ ਕਰਕੇ ਇੱਥੇ ਵੀ ਉਹੀ ਹਾਲ ਆ। ਫਿਰ ਦੇਖੋ ਜੀ, ਜਿਨ੍ਹਾਂ ਦੀ ਤਾਂ ਹੁਣ ਸੈਕੰਡ ਜਨਰੇਸ਼ਨ ਹੈਗੀ ਆ, ਮਤਲਬ ਜੇ ਹੁਣ ਫਰਜ਼ ਕਰੋ ਮੇਰੇ ਡੈਡ ਨੇ ਕੰਮ ਸ਼ੁਰੂ ਕੀਤਾ, ਸੋ ਮੇਰੇ ਅੱਗੇ ਬੱਚਿਆਂ ਨੇ ਉਹ ਕਿਸੇ ਦੇ ਨਹੀਂ ਕਰ ਰਹੇ, ਕਿਸੇ ਨੇ ਲੀਜ਼ ਤੇ ਦੇਤੀ, ਕਿਸੇ ਨੇ ਕੁਛ ਕਰ ਦਿੱਤਾ, ਕਿਉਂਕਿ ਸਸਤੇ ਭਾਵਾਂ ਦੀ ਲਈ ਹੋਈ ਸੀਗੀ, ਉਹ ਚਲੋ ਠੀਕ ਆ। ਅੱਗੇ ਕੋਈ ਵੀ ਬੱਚਾ ਪੇਰੈਂਟਸ ਆਪਦੇ ਬੱਚਿਆਂ ਨੂੰ ਇਸ ਕੰਮ 'ਚ ਲਾ ਨਹੀਂ ਰਹੇ ਤੇ ਨਾ ਹੀ ਲੱਗ ਰਹੇ ਆ, ਉਹ ਸਾਰੇ ਨਿਕਲ ਹੀ ਜਾ ਰਹੇ ਆ। ਪਹਿਲਾਂ ਗੋਰੇ ਨਿਕਲੇ, ਫਿਰ ਹੋਰ ਕਮਿਊਨਿਟੀ ਆ ਗਈ, ਹੁਣ ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਆ ਇਹ ਵੀ ਕਾਫੀ ਹੱਦ ਤੱਕ ਨਿਕਲਦੀ ਜਾ ਰਹੀ ਆ। ਹਾਂ, ਛੋਟੇ ਜਿਹੜੇ 5 ਏਕੜ ਪਾਰਸਲ ਹੈਗੇ ਆ, 2 ਏਕੜ ਆ, ਉਹ ਲੋਕ ਹਜੇ ਵੀ ਇੰਟਰਸਟਡ ਹੈਗੇ ਆ। ਕਹਿੰਦਾ ਚਲੋ ਰਹਿਣ ਦੇ ਲਈ ਘਰ ਪਾ ਲਾਂਗੇ 5 ਏਕੜ ਦੇ ਵਿੱਚ, ਚਲੋ ਠੀਕ ਆ। ਨਾਲ 2 ਟਰੱਕ ਖੜ ਜਾਣਗੇ, ਕੋਈ ਟਰੱਕ ਚਲਾ ਰਿਹਾ, ਕੋਈ ਕੁਛ ਇਸ ਤਰ੍ਹਾਂ ਦਾ ਹੈ, ਉਹ ਕਹਿੰਦਾ ਚਲੋ ਮੇਰੇ ਨਾਲ ਇਹ ਟਰੱਕ ਖੜੀ ਜਾਊਗਾ। 15 ਲੱਖ ਦਾ ਟਾਊਨ ਦੇ ਵਿੱਚ ਘਰ ਹੈਗਾ, ਚਲੋ ਜੇ ਮੈਨੂੰ 15-20 ਦੇ ਜਾਂ 2 ਮਿਲੀਅਨ ਦੇ ਜਾਂ 2.5 ਮਿਲੀਅਨ ਦੇ 5 ਏਕੜ ਮਿਲ ਜਾਣਗੇ ਤਾਂ ਠੀਕ ਆ। ਉਹ ਸੋਚ ਕੇ ਜਿਹੜੇ ਵਿਕ ਰਹੇ ਆ ਫਾਰਮ, ਜੇ ਕੋਈ ਐਜ਼ ਉਹਨੂੰ ਫਾਰਮਿੰਗ ਦੀ ਇਨਕਮ ਵਾਲੇ ਇਸ ਤਰ੍ਹਾਂ ਦੇ ਫਾਰਮ ਨਹੀਂ ਲੱਗੇ। 2 ਮਿਲੀਅਨ 2.5 ਮਿਲੀਅਨ ਜਿਹੜੀ ਉਹ ਵਿਕ ਰਹੇ ਆ, ਉਹ ਸਿਰਫ ਲਿਵਿੰਗ ਦੇ ਲਈ ਵਿਕ ਰਹੇ ਆ। ਉਹਦਾ ਇੰਟਰਸਟ ਜੋੜ ਕੇ ਦੇਖ ਲੈਣ ਤੇ ਹੋਰ ਆ, ਉਹ ਮਤਲਬ ਉਹ ਆਪ ਦਾ ਕਵਰ ਵੀ ਨਹੀਂ ਕਰਦਾ ਹੈਗਾ, ਹੋਰ ਉਹਨੇ ਇਨਕਮ ਤਾਂ ਕੀ ਦੇਣੀ, ਉਹਦੀ ਫੈਮਿਲੀ ਨੂੰ ਤਾਂ ਕਿਵੇਂ ਕੋਈ ਹੈਲਪ ਕਰ ਸਕਦਾ। ਲੈਂਡ ਦੀ ਪ੍ਰਾਈਸ ਬਹੁਤ ਜ਼ਿਆਦਾ ਹੋ ਗਈ, ਕਿਉਂਕਿ ਉਹ ਘਰ ਮਹਿੰਗੇ ਆ, ਉਹ ਡਿਮਾਂਡ ਹੈਗੀ ਆ, ਉਹ ਤਾਂ ਕੋਈ ਰੋਕ ਨਹੀਂ ਸਕਦਾ ਹੈਗਾ। ਦੂਜੀ ਹੈਗੀ ਆ ਵੀ ਇਹਦੀ ਜਿਹੜੀ ਹੈਗੀ ਆ ਕੋਈ ਮਾਰਕੀਟਿੰਗ ਦੀ ਉਹ ਹੈ ਨਹੀਂ, ਕੋਈ ਬਾਹਲਾ ਵਧੀਆ ਸਿਸਟਮ ਹੈ ਨੀਗਾ, ਜਾਂ ਤਾਂ ਬਿਲਕੁਲ ਕਿਸੇ ਦੇ ਸਾਲ ਹਾਈ ਪ੍ਰਾਈਸ ਆ ਜਾਂ ਜਮਾਂ ਹੀ ਕੁਛ ਮਿਲਣਾ ਹੀ ਨਹੀਂ 4 ਸਾਲ। ਕ੍ਰੌਪ ਇੰਸ਼ੋਰੈਂਸ ਦਾ ਨਾਂ ਦੀ ਹੋਈ ਹੈਗੀ ਆ, ਕਿਸੇ ਨੂੰ ਇਹ ਕੋਈ ਵੀ ਗਰੋਵਰ ਮੇਰਾ ਦਾ ਖਿਆਲ ਨਹੀਂ ਆ ਕੇ ਦੱਸੂਗਾ ਵੀ ਹਾਂ ਵੀ ਮੈਨੂੰ ਮਿਲਿਆ ਹੋਊ ਤਾਂ ਦੱਸੂ। ਉਹ ਐਲੀਗੇਸ਼ਨ ਹੀ ਇਹੋ ਜਿਹੇ ਤੁਹਾਡੇ ਤੇ ਲਾਉਂਦੇ ਆ, ਪੁਆਇੰਟ ਹੀ ਇਹੋ ਜਿਹੇ ਕੱਢ ਕੇ ਲਿਆਉਂਦੇ ਆ, ਤੁਹਾਡਾ ਆਹ ਨਹੀਂ ਹੋਇਆ, ਤੁਹਾਡੇ ਮੱਖੀਆਂ ਨਹੀਂ ਰੱਖੀਆਂ ਹੋਈਆਂ ਸੀ, ਤੁਹਾਡੇ ਤਾਂ ਇਹ ਅਖੇ ਜੀ ਪਹਿਲਾਂ ਹੀ ਲਿਖਿਆ ਹੋਇਆ ਹੈਗਾ ਵੀ ਇਹ ਜਿਹੜੀ ਡਿਜ਼ੀਜ਼ ਹੋਣੀ ਵੀ ਚਾਹੀਦੀ, ਡਿਜ਼ੀਜ਼ ਫ੍ਰੀ ਖੇਤ ਹੋ ਹੀ ਨਹੀਂ ਸਕਦਾ ਕੋਈ। ਤੋ ਇਹ ਇੱਕ ਪ੍ਰੋਬਲਮ ਨਹੀਂ ਹੈਗੀ, ਬਾਹਲੀਆਂ ਪ੍ਰੋਬਲਮਾਂ ਨੇ, ਬਾਹਲਾ ਲੰਬਾ ਨਹੀਂ ਫਿਊਚਰ ਹੈਗਾ ਫਾਰਮਿੰਗ ਦਾ। ਹਾਂ, ਰਹਿਣ ਵਾਲੇ ਘਰ ਲੋਕਾਂ ਨੇ ਲੈਣੇ ਹੀ ਆ, ਉਹ 5-5 ਏਕੜ 10-10 ਏਕੜ ਦੇ ਉਹ ਵਿਕੀ ਵੀ ਜਾਣੇ ਹੈਗੇ ਆ ਤੇ ਉਹ ਵਿਕ ਵੀ ਰਹੇ ਆ। ਠੀਕ ਆ ਵੀਰ ਜੀ। ਹਾਂਜੀ, ਓਕੇ, ਥੈਂਕ ਯੂ ਅਮਰ ਵੀਰ ਜੀ, ਥੈਂਕ ਯੂ। ਵਪਾਰਕ ਸੰਦੇਸ਼ ਆ ਕੇ ਦੂਸਰੇ ਕਾਲਰ ਨਾਲ ਗੱਲ ਕਰਦਾ ਵਾਪਸ ਆਉਣਾ। ਸਾਹਿਬ ਬਲਵੀਰ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਹਿਬ ਮਿਨਿਸਟਰ ਜਿਹੜੀ ਆ, ਚਲੋ ਆਰਨ ਤੁਹਾਨੂੰ ਤੁਸੀਂ ਕਹਿੰਦੇ ਵੀ ਤੁਹਾਨੂੰ ਥੋੜੀ ਫੇਅਰ ਲੱਗੀ ਆ, ਪਰ ਇਹ ਆਲਵੇਜ਼ ਗੱਲਾਂ ਰੇਡੀਓ ਤੇ ਕੁਛ ਹੋਰ ਕਰ ਜਾਂਦੀ ਹੁੰਦੀ ਹੈ ਜੀ। ਉੱਥੇ ਜਦੋਂ ALC ਵਾਲਿਆਂ ਨਾਲ ਡੀਲ ਕਰਕੇ ਦੇਖੋ, ਉਹ ਪਤਾ ਤਾਂ ਤੁਹਾਨੂੰ ਫੇਰ ਲੱਗਦਾ ਆ। ਜਦੋਂ ਵੱਡੇ ਘਰ ਬਣਾਉਣੇ ਆ, ਛੋਟੇ ਬਣਾਉਣੇ, ਹੁਣ ਤੁਸੀਂ ਆ ਭਾਈ ਸਾਹਿਬ ਵੀ ਕਹਿ ਕੇ ਜਾਇਆ, ਅੱਗੇ ਜਿਹੜਾ 5-5-6 ਏਕੜ ਦੇ ਵਿੱਚ ਲੋਕੀ ਇਸ ਕਰਕੇ ਇੱਥੇ ਘਾਹ ਉੱਗਦਾ ਸੀ, ਆਪਣੇ ਘਰ ਬਣਾਈ ਜਾਂਦੇ ਸੀ, ਰਹੀ ਜਾਂਦੇ, ਚਲੋ ਨਾਲ ਟੱਬਰ ਪਾਲੀ ਜਾਵਾਂਗੇ, ਨਾਲ ਇੱਧਰ ਖੇਤੀ ਕਰੀ ਜਾਵਾਂਗੇ, ਨਾਲ ਕੁੱਟ ਚਲੋ ਸਾਈਡ ਤੇ ਕੋਈ ਟਰੱਕ ਵੀ ਖੜਾ ਕਰ ਸਕਦਾ। ਪਰ ਓਵਰਆਲ ਤੁਸੀਂ ਹੁਣ ਇਹਨਾਂ ਫਾਰਮ ਨਾਲ ਜੇ ਤੁਸੀਂ ਗੱਲ ਕਰਦੇ ਆ, ਜਿਹੜਾ ਓਪਨ ਕਰਨ ਦੇ ਸਾਰੇ ਵਿਚਾਰੇ, ਉਹਨਾਂ ਦੇ ਵਿਚਾਰਾਂ ਦੇ ਕੁਛ ਪੈਕੇਜ ਤਾਂ ਦਿਓ, ਉਹਨੂੰ ਕੁਛ ਕਰਕੇ ਦੱਸੋ। ਜਿਵੇਂ ਇੰਸ਼ੋਰੈਂਸ ਹੈਗੀ ਆ, ਕੋਈ ਉਹਦੇ ਵਿੱਚ ਇਹਨਾਂ ਨੇ ਕਹਿਣਾ ਇੰਨੇ % ਜੇ ਡੈਮੇਜ ਹੋਇਆ ਤਾਂ ਫੇਰ ਕਵਰ ਕਰਨਾ, ਇੰਨਾ ਹੋਇਆ ਨਹੀਂ ਕਰਨਾ। ਓਵਰਆਲ ਇਹ ਕਹਿਣ ਦੀਆਂ ਗੱਲਾਂ ਆ ਜੀ, ਰੇਡੀਓ ਤੇ ਕੁਛ ਹੋਰ ਦੱਸ ਜਾਂਦੇ ਆ, ਪਰ ਕੁਛ ਨਾ ਕੁਛ ਉਹਨਾਂ ਵਿਚਾਰਿਆਂ ਨੂੰ ਕਰਕੇ ਉਹਨਾਂ ਦੇ ਪੱਲੇ ਪਾਓ, ਫਾਰਮਿੰਗ ਪ੍ਰੋਫਿਟੇਬਲ ਬਣਾਓ, ਤਾਂ ਹੀ ਲੋਕੀ ਇਨਕਰੇਜ ਹੋਣਗੇ ਉਹਦੇ ਲਈ। ਜੇ ਤੁਸੀਂ ਉਹ ਪ੍ਰੋਫਿਟੇਬਲ ਹੀ ਹੈ ਨਹੀਂ, ਕਿੱਦਾਂ ਇਨਕਰੇਜ ਹੋਣਗੇ? ਸੋ ਇਹ ਕਹਿਣ ਦੀਆਂ ਗੱਲਾਂ ਹੋਰ ਹੈ ਜੀ, ਕਰਨ ਦੀਆਂ ਕੁਛ ਹੋਰ ਹੈ ਜੀ। ਗੱਲ ਤਾਂ ਬਸ ਇੱਥੇ ਜਦੋਂ ਰੇਡੀਓ ਤੇ ਆਉਂਦੇ ਆ, ਇਹਨਾਂ ਨੂੰ ਪਤਾ ਸਾਰੇ ਲੋਕੀ ਸੁਣਦੇ ਆ, ਉਹ ਚੋਪੜੀਆਂ ਗੱਲਾਂ ਕਰ ਜਾਣੀਆਂ, ਅੱਗੇ ਪਿੱਛੇ ਵੀ ਕੱਲਾ ਵਿਚਾਰਾ ਫੇਰ ਅੱਗੇ ਖਾਂਦਾ ਫਿਰੇ। ਸੋ ਆਹ ਕੁਛ ਹੋ ਰਿਹਾ ਜੀ। ਥੈਂਕ ਯੂ। ਕੋਈ ਨਾ ਜੀ, ਫਿਰ ਆਪਾਂ ਵੀ ਇੱਥੇ ਹੀ ਆ। ਜੇ ਚੋਪੜੀਆਂ ਗੱਲਾਂ ਕਰ ਗਏ ਤੇ ਫਿਰ ਹਰ ਰੋਜ਼ ਦੀਆਂ ਆਪਣੀਆਂ ਚੋਪੜੀਆਂ ਸੁਣਨੀਆਂ ਵੀ ਬੜੀਆਂ ਔਖੀਆਂ। ਆਪਾਂ ਪਹਿਲੀ ਵਾਰ ਗੱਲ ਕੀਤੀ ਹੈ, ਫਿਰ ਵੀ ਆਪਾਂ ਪੋਜ਼ਿਟਿਵ ਰਹਿ ਕੇ ਗੱਲ ਕਰੀਏ ਵੀ ਹੋ ਸਕਦਾ ਹੈ ਆਪਾਂ ਆਪਣੇ ਲਈ ਵਧੀਆ ਹੋ ਜਾਵੇ। ਲੈਟਸ ਹੋਪ ਫॉर ਬੈਸਟ। ਨਹੀਂ, ਉਹ ਜਿਹੜੀ ਉਹ ਆਪਾਂ ਬਹੁਤ ਉਹਦੀ ਵਿਰੋਧ ਤਾਂ ਕੀਤੀ ਸੀ ਜਦ ਆਪਣੇ ਤੇ ਇਹਨਾਂ ਨੇ ਜਿਹੜੀ ਰਿਸਟ੍ਰਿਕਸ਼ਨ ਲਾਈ ਤੇ। ਅੱਜ ਉਹਨੂੰ ਪੁੱਛਿਆ ਵੀ ਹੈ ਵੀ ਕੋਈ ਨਾ ਕੋਈ ਐਮਨੈਸਟੀ ਹੈ, ਉਹ ਕਹਿੰਦੀ ਨਾ ਅਸੀਂ ਦਿੰਦੇ ਹਾਂ। ਬਿਲਕੁਲ, ਕਈ ਵਾਰ ਤੁਸੀਂ ਗੱਲਬਾਤ ਖੈਰ, ਜੇ ਇਹ ਮਿਨਿਸਟਰ ਨੇ ਸਾਡੇ ਇਹਨਾਂ ਫਾਰਮੂਲਾ ਦੀ ਪੇਨ ਨਾ ਲਈ, ਫਿਰ ਹੋਰ ਨਹੀਂ ਲੈਣੀ। ਜਿਹੜਾ ਬੰਦਾ ਰਹਿੰਦਾ ਰਿਹਾ 7-8 ਸਾਲ ਫਾਰਮਿੰਗ ਕਰਦਾ ਰਿਹਾ, ਉਹਨੂੰ ਪਤਾ ਹੈ। ਹਾਂ, ਜੇ ਕਿਤੋਂ ਹੋਰ ਟੈਸ਼ਨ ਚੱਲਦਾ ਉਹਦਾ ਮੈਂ ਕੁਛ ਨਹੀਂ ਕਰ ਸਕਦਾ, ਪਰ ਹੁਣ ਦੇਖਦੇ ਆ ਆਪਾਂ 2 ਵੀਕ ਉਡੀਕਦੇ ਆ। ਤੇ ਕੋਈ ਨਹੀਂ, ਦਾਤੀ ਥੋੜਾ ਤਾਰਾ ਤਾਂ ਹੈਗਾ ਹੀ ਆ।
ਲਿਆਈ ਇੱਥੋਂ ਘੋਟਣਾ, ਲਿਆਈ ਇੱਥੋਂ ਘੋਟਣਾ, ਉਹ ਤਾਂ ਆਪਾਂ ਕਹਾਂਗੇ। ਫਿਰ ਸਰਦਾਰ ਭੁਪਿੰਦਰ ਸਿੰਘ ਜੀ, ਲਾਈਨ ਨੰਬਰ 3। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜ਼ਿਲ੍ਹਾ ਵੈਕ ਤੋਂ ਬੋਲਦਾ, ਫਰੇਜ਼ਰ ਵੈਲੀ ਕੋਲ ਕ੍ਰੌਪ ਗਰੋਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ, ਖੇਤੀ ਵੀ ਕਰਦਾ ਜੀ ਭਾਈ ਸਾਹਿਬ। ਤੇ ਇਹ ਮੈਂ ਇੱਕ ਦੱਸਣਾ ਚਾਹੁੰਦਾ ਸੀ ਵੀ ਮਿਨਿਸਟਰ ਨੂੰ ਪੁੱਛੋ ਕਿ ਜਿਹੜੇ ਤੁਹਾਡੇ ਪ੍ਰੋਗਰਾਮ ਹੈਗੇ ਕ੍ਰੌਪ ਇੰਸ਼ੋਰੈਂਸ ਟੂਵਰਡ ਐਗਰੀਕਲਚਰ, ਉਹ ਕਿੰਨੇ ਪੁਰਾਣੇ ਹੈਗੇ, ਓਵਰਹੋਲ ਕੋਈ ਨਹੀਂ ਕਰਦਾ, ਰੀਡਿਜ਼ਾਈਨ ਕਦੀ ਦੇ ਕੀਤੇ 20-25 ਸਾਲ ਪੁਰਾਣੇ ਹੈਗੇ ਆ। ਉਹ ਜਿਹੜੇ ਪ੍ਰੋਗਰਾਮ ਬਣਾਏ ਗਏ ਸੀ ਉਦੋਂ $100 ਖੇਤ ਦਾ ਰੈਂਟ ਸੀ, ਹੁਣ ਅਸੀਂ $1500 ਰੈਂਟ ਦੇ ਰਹੇ ਹਾਂ। ਜੇ ਅਸੀਂ ਪਾਲਿਸੀ ਵਾਏ ਕਰਕੇ $1200 ਵਾਪਸ ਲੈਣਾ ਤਾਂ ਸਾਨੂੰ ਉਹਦਾ ਫਾਇਦਾ ਕੀ ਆ? ਜਿਹੜੇ ਕਿ ਪ੍ਰੋਗਰਾਮ ਫ੍ਰੀ ਹੁੰਦੇ ਸੀ, ਦੇਅਰ ਵਾਜ਼ ਨੋ ਪ੍ਰੀਮੀਅਮ ਫਾਰ ਦਾ ਕ੍ਰੌਪ ਇੰਸ਼ੋਰੈਂਸ, ਪਰ ਹੁਣ ਇਹ ਉੱਥੋਂ ਸਾਡੋਂ ਪੈਸੇ ਲੈ ਕੇ ਸਾਨੂੰ ਪਾਲਿਸੀ ਵੇਚਦੇ ਆ, ਪਰ ਦਿੰਦੇ ਸਾਨੂੰ ਕੱਖ ਨਹੀਂ। ਅਸੀਂ ਫੈਡਰਲ ਲੈਵਲ ਤੇ ਗੱਲ ਕੀਤੀ ਹੈ, ਕਹਿੰਦੇ ਵੀ 60-40-100 ਪ੍ਰੋਗਰਾਮ ਹੈਗੇ ਇਹੋ, ਜਿਹੜੀ ਪ੍ਰੋਵਿੰਸ ਉਹ 40% ਨਹੀਂ ਆਪਣਾ ਕੰਟਰੀਬਿਊਟ ਕਰਦੀ, ਅਸੀਂ ਕੁਛ ਨਹੀਂ ਇਹਨੂੰ ਚੇਂਜ ਕਰਨਾ। ਇਹਨਾਂ ਦੇ ਐਗਰੀ ਸਟੈਬਿਲਿਟੀ, ਐਗਰੀ ਇਨਵੈਸਟ ਪ੍ਰੋਗਰਾਮ ਜਿਹੜੇ ਕਿ ਅੱਗੇ ਨੂੰ ਜਾਣੇ ਚਾਹੀਦੇ, ਪਿੱਛੇ ਨੂੰ ਲੈ ਗਏ। ਮੈਂ ਕਹਿੰਦੇ ਸਾਡੇ ਨਾਲ ਗੱਲ ਕਰਨ ਮਿਨਿਸਟਰ ਆ ਕੇ, ਇਹਨੇ ਕਿੰਨੀ ਕੁ ਵਾਰ ਅੱਗੇ ਅੱਜ ਤੱਕ ਕਿਸੇ ਐਸੋਸੀਏਸ਼ਨ ਤੱਕ ਅਪਰੋਚ ਕੀਤੀ ਵੀ ਤੁਹਾਨੂੰ ਪ੍ਰੋਬਲਮ ਕੀ ਹੈਗੀ ਹੈ? ਇਹਨਾਂ ਦੇ ਜਿਹੜੇ ਕ੍ਰੌਪ ਇੰਸ਼ੋਰੈਂਸ ਪ੍ਰੋਗਰਾਮ ਹੈਗੇ ਆ, ਇਹ 2 ਟਾਇਰ ਸਿਸਟਮ ਹੈਗੇ ਆ। ਓਕਨਾਗਨ ਵੈਲੀ ਲਈ ਹੋਰ ਹੈਗੇ ਆ, ਫੀਲਡ ਕ੍ਰੌਪ ਲਈ ਹੋਰ ਹੈਗੇ ਆ। ਇਹ ਦੁਨੀਆ ਦੇ ਜਿੱਥੇ ਮਰਜ਼ੀ ਚਲ ਜਾਓ, ਲੋਕ ਬਾਦਲ ਨੂੰ ਗਾਲਾਂ ਕੱਢਦੇ, ਕੈਪਟਨ ਨੂੰ ਕੱਢਦੇ, ਜਿੱਥੇ ਮਰਜ਼ੀ ਉਹਦਾ ਹਾਲ ਤੇ ਨਹੀਂ ਹੈਗਾ। ਕਿਸੇ ਨੇ ਕੁਛ ਨਹੀਂ ਕਰਨਾ, ਲਿਬਰਲ ਆ ਜਾਏ, NDP ਆ ਜਾਏ, ਰਿਫਾਰਮ ਆ ਜਾਓ, ਇਹ ਗੱਲਾਂ ਬਾਤਾਂ ਵਾਲੇ ਸਾਰੇ ਜਾ ਰਹੇ ਆ। ਦੈਟਸ ਆਲ ਆਈ ਵਾਂਟ ਟੂ ਸੇ। ਤੇ ਬਾਈ ਜੀ ਫਿਰ ਭੁਪਿੰਦਰ ਸਿੰਘ ਜੀ, ਕੀ ਸਬਸਟੀਟਿਊਟ ਹੈ ਜੀ, ਕੀ ਕੀਤਾ ਜਾਊਗਾ ਫਿਰ? ਫਾਰਮਰ ਦਾ ਕੀ ਹੋਏਗਾ? ਇਹ ਹੋਏਗਾ ਇਹ ਇੰਡਸਟਰੀ ਦੀ ਆਊਟਪੁੱਟ ਲੈਣ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੈਗੇ ਆ। ਇਹ ਜਿਹੜੇ ਪ੍ਰੋਗਰਾਮਾਂ ਨੂੰ ਓਵਰਹੋਲ ਕਰਨ, ਅਸੀਂ ਇਹ ਪ੍ਰੋਗਰਾਮ ਹੈਗੇ ਉਹ ਬਹੁਤ ਪੁਰਾਣੇ ਆ, ਸਾਨੂੰ ਸੁਟੇਬਲ ਨਹੀਂ ਹੈਗੇ। ਸਾਨੂੰ ਇਹ ਦੱਸਿਆ ਵੀ $1500 ਰੈਂਟ ਦੇ ਕੇ ਪਾਲਿਸੀ ਬਾਏ ਕਰੀਏ $1200 ਨੂੰ। ਇਹਦੇ ਸੇ ਫਿਰ ਲੋਕ ਕਹਿੰਦੇ ਪਤਾ ਨਹੀਂ ਸਾਰਿਆਂ ਨੂੰ ਪੈਸੇ ਮਿਲਦੇ ਹੈਗੇ ਜਾਂ ਪਤਾ ਨਹੀਂ ਕੀ ਮਿਲਦਾ, ਸਾਨੂੰ ਤਾਂ ਅਜੇ ਤੱਕ ਮਿਲਿਆ ਨਹੀਂ। ਮੈਂ 500 ਖੇਤ ਦੀ ਖੇਤੀ ਕਰਦਾ, ਮੇਰਾ ਹੈਂਡ ਟੂ ਮਾਊਥ ਹੈਗਾ। ਹਰ ਸਾਲ ਡੈਟ ਵੱਧਦਾ ਆ, ਨਾ ਕਿ ਸਾਨੂੰ ਕੋਈ ਉਹਦਾ ਪ੍ਰੋਫਿਟ ਹੁੰਦਾ ਹੈ। ਸੋ ਇਵੈਂਚੁਅਲੀ ਇੱਕ ਦਿਨ ਛੱਡਣਾ ਪਊ, ਫਿਰ ਛੱਡਣਾ ਪੈਣਾ। ਸਾਡੇ ਨਿਆਣੇ ਅਸੀਂ ਤਾਂ ਕਹਿੰਦੇ ਬਾਹਰ ਕੰਮ ਕਰ ਲਓ ਕਾਕਾ, ਸਾਡੀ ਬੈਟਰ ਲਾਈਫ ਆਊਗੀ, ਸਾਨੂੰ ਫਾਇਦਾ ਨਹੀਂ। ਇਹ ਮੈਨੂੰ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਦੱਸਿਆ, ਮੈਂ ਇਹਨਾਂ ਦੀ ਐਡਵਾਈਜ਼ਰੀ ਕਮੇਟੀ ਵਿੱਚ ਵੀ ਰਿਹਾ। ਮੈਂ ਕਿਹਾ ਤੁਸੀਂ ਇੱਦਾਂ ਕਰੋ, ਇਹ ਸਭ ਪ੍ਰੋਗਰਾਮ ਬੰਦ ਕਰ ਦਿਓ, ਸਾਡੇ ਇਹ ਦਫ਼ਤਰ ਵੀ ਬੰਦ ਕਰ ਦਿਓ ਐਗਰੀਕਲਚਰ ਦੇ। ਇੱਕ ਯੂਨੀਵਰਸਲ ਪ੍ਰੋਗਰਾਮ ਲੈ ਆਓ, ਉਹਦਾ ਉਹ ਹੋਵੇ ਲੋਸਟ ਨੂੰ ਕੈਰੀ ਕਵਰ ਕਰਨ ਲਈ। ਇੱਕ ਪ੍ਰੋਗਰਾਮ ਰੱਖੋ, ਨਾ ਕਿ 3-4 ਰੱਖੋ। ਕ੍ਰੌਪ ਇੰਸ਼ੋਰੈਂਸ ਤੁਸੀਂ ਦੇਣਾ ਕੁਛ ਨਹੀਂ। ਹੁਣ ਸਾਨੂੰ ਵੈਜੀਟੇਬਲ ਵਾਲਿਆਂ ਨੂੰ ਕਹਿੰਦੇ 10% ਦਾ 20% ਡਿਡਕਟੇਬਲ ਆ, ਜਿੱਦਾਂ ਤੁਸੀਂ ਕਾਰਨ ਕਰਦੇ ਆ। ਜਦੋਂ ਤੁਸੀਂ ਖੇਤ ਦੇ ਵਿੱਚ ਇੱਕ ਫੁੱਲ ਵੀ ਵੱਢ ਲਿਆ, ਕਹਿੰਦੇ ਮਿਲਣ ਅਵੋਇਡ ਹੋ ਜਾਂਦਾ ਸਾਡਾ ਇੰਸ਼ੋਰੈਂਸ। ਇਹ ਕਿੱਥੇ ਦੀ ਪਾਲਿਸੀ? ਅਸੀਂ ਰੇਜ ਕੀਤੀ ਕ੍ਰੌਪ, ਅਸੀਂ ਵਿੱਚੋਂ 2 ਹੈਡ ਵੱਢ ਕੇ ਲੈਂਦੇ, ਉਹ ਕਹਿੰਦੇ ਤੁਸੀਂ ਇੰਟਰ ਕਰ ਗਏ ਖੇਤ। ਇਹ ਤਾਂ ਐਨਵਾਇਰਨਮੈਂਟ ਲਈ ਵੀ ਬੈਡ ਆ। ਤੁਸੀਂ ਡੀਜ਼ਲ ਵਾਲਿਆ, ਨਾਈਟ੍ਰੋਜਨ ਪਾਈ ਆ, ਐਨਵਾਇਰਨਮੈਂਟ 'ਚ ਗਈ ਆ, ਉਹਨੂੰ ਅਸੀਂ ਖਰਾਬ ਕੀਤਾ। ਅਸੀਂ ਆਪਣੀ ਕ੍ਰੌਪ ਨਹੀਂ ਹਾਰਵੈਸਟ ਕਰਦੇ, ਦੇਣਾ ਤੁਸੀਂ ਸਾਨੂੰ $1000। ਇਹ ਬਹੁਤ ਕੰਮ ਹੈਗਾ। ਤੇ ਇਹ ਛੋਟੀ ਗੱਲ ਨਹੀਂ, ਮਾੜਾ ਜਿਹਾ ਕਹਿ ਕੇ ਦੱਸ ਜਾਂਦੇ। ਮੈਂ ਕਿਹਾ ਮੇਰੇ ਨਾਲ ਗੱਲ ਕਰਾਂਗੇ। ਮੈਂ ਫੈਡਰਲ ਲੈਵਲ ਤੱਕ ਮਿਨਿਸਟਰ ਨਾਲ ਗੱਲ ਕੀਤੀ। ਲੈਣਾ ਪਊਗਾ, ਉਹਨੇ ਮੇਰੇ ਨਾਲ ਫੋਟੋ ਵੀ ਚਾਹੀ 2010 ਦੇ ਵਿੱਚ। ਇੱਥੇ ਮਿਨਿਸਟਰ ਆਇਆ ਸੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, 2010 'ਚ ਡਿਜ਼ਾਸਟਰ ਹੋਇਆ ਤੇ ਰਿਲੀਫ ਫੰਡ ਸਾਨੂੰ ਮਿਲਿਆ। ਸਾਨੂੰ ਸੀਗਾ ਪਤਾ ਨਹੀਂ ਕੀ ਦੇਣਾ, ਤੇ $175 ਖੇਤ ਦੇ ਅਨਾਊਂਸ ਕੀਤੇ, $170 ਪਰ ਏਕੜ। ਦੱਸੋ $175 ਉਹ ਮੈਂ ਆਪਣੀ ਦਿੱਤਾ। ਮੈਂ ਕਿਹਾ ਸਲੈਬ ਆਨ ਫਾਰਮਰ ਫੇਸ, ਉਹ ਬੜੀ CTV ਨੇ ਨਿਊਜ਼ ਵੀ ਲਾਈ। ਮੈਂ ਕਿਹਾ ਮਿਨਿਸਟਰ ਨੂੰ ਪੁੱਛਿਆ ਤੇਰਾ ਹੋਮ ਲਾਈਫ ਦਾ ਕਿੰਨਾ ਖਰਚਾ ਸੀਗਾ, ਇੱਥੇ ਰਹਿਣ ਦਾ ਕਿੰਨਾ ਖਰਚਾ ਹੈ, ਤੇ ਸਾਨੂੰ ਕੀ ਦਿੱਤਾ ਫਾਰਮਰਾਂ ਨੂੰ? ਇਹ ਲੈਣਾ ਹੁਣ ਵੀ ਮੁੜ ਕੇ ਕਿੰਨਾ ਚਿਰ ਹੋ ਗਿਆ ਦੱਸੋ? ਵੀ ਕਿਸੇ ਫਾਰਮਰ ਨੇ, ਕਿਸੇ ਐਸੋਸੀਏਸ਼ਨ ਨੇ ਕੋਈ ਕੀਤੀ ਮੀਟਿੰਗ? ਮੈਂ ਇਹਨਾਂ ਨੂੰ ਈਮੇਲ ਵੀ ਕੀਤੀ ਆ ਕਪਲ ਵੀਕਸ ਅਗੋ। ਇਸ ਕਰਕੇ ਕਿਸੇ ਇਹ ਫਿਰ ਇਹਦਾ ਕੋਈ ਮੈਕੈਨਿਜ਼ਮ ਐਟਲੀਸਟ ਫਾਰਮਰਸ ਨੂੰ ਫਸਟ ਹੈਂਡ ਬੈਠ ਕੇ ਕੋਈ ਟਾਊਨ ਹਾਲ ਮੀਟਿੰਗ ਮਿਨਿਸਟਰੀ ਤੱਕ ਕਰੇ। ਤੁਸੀਂ ਲੋਕਲ MLA ਦੇ ਰਾਹੀਂ ਥਰੂ ਨਹੀਂ ਕੀਤਾ ਵੀ ਯਾਰ ਸਾਡੇ ਕੰਸਰਨ, ਅਸੀਂ ਕਿਹਦੇ ਨਾਲ ਗੱਲ ਕਰੀਏ? ਹਾਂਜੀ, ਅਸੀਂ ਸਭ ਨਾਲ ਕੀਤੇ, ਕੋਈ ਨਹੀਂ ਸੁਣਦਾ। ਇੱਕ ਸਾਡੇ ਆਪਣੇ ਕਮਿਊਨਿਟੀ 'ਚ ਪ੍ਰੋਬਲਮ ਹੈਗੀ ਆ, ਕਿਉਂਕਿ ਡਿਵਰਸੀਫਾਈ ਹੈਗੀ ਕ੍ਰੌਪਸ ਦੀ ਹੈਗੀ। ਹੁਣ ਅਸੀਂ ਵੈਜੀਟੇਬਲ ਗਰੋਅਰ ਜਿਹੜੇ ਵੈਰੀ ਲਿਮਟਡ ਆ, ਅਸੀਂ ਉੱਥੇ 5 ਜਾਂ 7 ਗਰੋਅਰ ਹੈਗੇ ਵੈਜੀਟੇਬਲ ਜਿਹੜੇ ਮੇਨ ਗਰੋਅਰ ਆ, ਉਹ 5-7 ਹੀ ਫਿਰ ਸੁਣਦਾ ਕੋਈ ਨਹੀਂ ਹੈਗਾ।
ਬੈਰੀ ਵਾਲੇ ਨਾਲ ਦੇ ਬੈਰੀ ਗਰੋਰ ਵੀ ਉਹ ਵੀ ਸਫਰ ਕਰਦੇ, ਕਿਉਂਕਿ ਪੈਕਰ ਸਾਡੇ ਆਪਣੇ ਹੈਗੇ, ਮੋਨੋਪਲੀ ਹੈ ਉਹਨਾਂ ਦੀ। ਉਹ ਜਦੋਂ ਕ੍ਰੌਪ ਉਹਨੇ ਲੱਗ ਜਾਣਾ, ਇਹ ਵੈਰੀ ਪੈਰੀਸ਼ੇਬਲ ਹੈਗੀ, ਤੁਸੀਂ ਸਟੋਰ ਇੰਨੀ ਨਹੀਂ ਕਰ ਸਕਦਾ ਫਾਰਮਰ। ਜੇ ਉਹ ਮੋਨੋਪਲੀ ਕਰਨ ਤਾਂ ਅਸੀਂ ਵੀਕ ਇੱਕ ਵੈਰੀ ਨਹੀਂ ਤੁਹਾਡੀ ਖਰੀਦਣੀ, ਕਿੱਥੇ ਜਾਣੀ ਸਾਰੀ? ਕੋਈ ਰੂਲ ਰੈਗੂਲੇਸ਼ਨ ਹੋਣ, ਕੋਈ ਇਹ ਹੈ ਨਹੀਂ ਜੇ ਕੁਛ ਵੀ। ਤੁਸੀਂ ਕਈ ਰੈਗੂਲੇਟਡ ਕ੍ਰੌਪਸ ਵੀ ਹੈਗੇ, ਉੱਥੇ ਵੀ ਜਿਹੜਾ ਕਮਿਸ਼ਨ ਇਨਵੋਲਵ ਹੈ, ਕਮਿਸ਼ਨ ਵੀ ਕੁਛ ਨਹੀਂ ਕਰਦਾ। ਉਹ ਉੱਥੇ ਇੱਕ ਦੋ ਏਜੰਸੀ ਨੂੰ ਡਿਕਟੇਟ ਕਰੀ ਜਾਂਦੇ ਵੀ ਤੁਸੀਂ ਅਸੀਂ ਜੋ ਕਹਿੰਦੇ ਉਹ ਕਰਨਾ। ਪਰ ਮੇਰੀ ਬਹੁਤ, ਮੈਂ ਉੱਥੇ ਦੀ ਕਮਿਸ਼ਨ 'ਚ ਵੀ ਦੇਖਾਂ, ਉਹ ਸਾਡੀ ਸੁਣਦੇ ਨਹੀਂ। ਉੱਥੇ ਵੋਟ ਪੈਂਦੀ ਹੈਗੀ, 4 ਵੋਟਾਂ ਇੱਕ ਪਾਸੇ ਹੋ ਜਾਂਦੀਆਂ, ਅਸੀਂ ਆਪਣਾ ਪੰਜਾਬੀ ਇੱਕ ਪਾਸੇ ਰਹਿ ਜਾਂਦਾ, ਜਿਹੜੇ ਗੋਰੇ ਆ 4 ਦੂਜੇ ਪਾਸੇ ਪਾ ਦਿੰਦੇ ਆ। ਇਸ ਕਰਕੇ ਇਹ ਤਾਂ ਜਾਂ ਸਾਡੇ ਲੋਕ ਇਕੱਠੇ ਹੋਣ, ਆਹ ਕੰਮ ਕਰਨਾ ਜਾਂ ਕਰਨਾ, ਇਹਦਾ ਬੰਦ ਕਰ ਦਿਓ ਥੋੜਾ ਚਿਰ ਖੇਤੀ ਨੂੰ। ਥੈਂਕ ਯੂ ਵੀਰ ਜੀ, ਥੈਂਕ ਯੂ। ਤਾਂ ਬਲਜੀਤ ਸਿੰਘ ਧਾਲੀਵਾਲ। ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਪਹਿਲਾਂ ਤਾਂ ਮੈਂ ਖਰਾਬ ਇਨਸੂਰੈਂਸ ਦੀ ਗੱਲ ਕਰਦਾ। ਮੇਰੀ ਐਵਰੇਜ 2,25,000 ਰਾਸਬੇਰੀ ਹੁੰਦੀ ਆ, ਤੇ ਪਿਛਲੇ ਸਾਲ ਮੇਰੀ ਹੋਈ ਆ 1,10,000 ਪਾਉਂਡ। ਇਹਨਾਂ ਨੇ ਮੈਨੂੰ ਦਿੱਤਾ $1,600 ਖਰਾਬ ਇਨਸੂਰੈਂਸ ਨੇ। ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿਵੇਂ ਹੈਗਾ। ਦੂਸਰੀ ਗੱਲ, ਮੈਂ ਪਿਛਲੇ ਸਾਲ ਇਹਦੇ ਨਾਲ ਗੱਲ ਕੀਤੀ ਸੀ ਜੁਲਾਈ ਦੇ ਵਿੱਚ। ਮੈਂ ਕਿਹਾ ਮੇਰੀ ਕੋਈ ਰਾਸਬੇਰੀ ਨਹੀਂ ਲੈ ਰਿਹਾ। ਇਹ ਮੈਨੂੰ ਕਹਿੰਦੀ ਬਨਾਸ ਮਾਰ ਕੇ ਤੂੰ ਸੁਪਰ ਸਟੋਰ 'ਚ ਲੈ ਜਾ ਇਨਵੈਸਟਰ। ਹਾਂਜੀ, ਤੇ ਮੈਨੂੰ ਨਹੀਂ ਪਤਾ ਵੀ ਇਹਨੇ ਕਿੰਨੀ ਇਹ ਫਾਰਮਰ ਹੈਗੀ ਆ। ਇਹਨੇ 5-4 ਸਾਲ 2-3 ਕਿੱਲੇ ਤੇ ਖੇਤੀ ਕੀਤੀ ਆ ਜਾਂ 4 ਤੇ ਕੀਤੀ ਆ। ਮੈਨੂੰ 45 ਸਾਲ ਹੋ ਗਏ ਫਾਰਮ ਲੈ ਨੂੰ, ਤੇ 40 ਕਿੱਲੇ ਲਏ ਦੇ ਆ, ਤੇ ਮੇਰੇ ਕੋਲ ਉਹੀ ਏਕੜ ਆ। ਜਿਵੇਂ ਕਹਿੰਦੇ ਆ ਨਾ ਵੀ ਫਾਰਮਰ ਬਹੁਤ ਬਣਾਉਂਦੇ ਆ, ਤੇ ਲੀਜ਼ ਤੇ ਮੇਰੇ ਕੋਲ ਹੈਗੇ ਆ 25-30 ਕਿੱਲੇ। ਅਸੀਂ ਹੈਂਡ ਟੂ ਮਾਊਥ ਚੱਲਦੇ ਆ, ਜਾਂ ਇੱਧਰੋਂ ਪਾ ਲਏ ਉੱਧਰੋਂ ਪਾ ਲਏ, ਕੇਸ ਲੋਡ ਕਰਕੇ ਸਾਡਾ ਗੁਜ਼ਾਰਾ ਹੋ ਰਿਹਾ। ਪਰ ਜਿਹੜੇ ਕਹਿੰਦੇ ਅਸੀਂ ਮਦਦ ਕਰਾਂਗੇ, ਕੋਈ ਨਹੀਂ ਕਰਦਾ ਸਾਡੀ, ਤੇ ਨਾ ਹੀ ਕਿਸੇ ਨੇ ਕਰਨੀ ਹੈ। ਥੈਂਕ ਯੂ, ਤੁਸੀਂ ਕਾਲ ਲੈ ਕੇ ਆਉਂਦੇ ਆ, ਇਹਨਾਂ ਨੂੰ ਥੋੜਾ ਜਿਹਾ ਦਵਾਲਦੇ ਆ, ਕੁਛ ਨਾ ਕੁਛ ਕਿਤੇ ਨਾ ਕਿਤੇ ਤਾਂ ਇਹਦਾ ਪੈਰ ਖੜੂਗਾ ਹੀ। ਧੰਨਵਾਦ ਜੀ ਤੁਹਾਡਾ। ਧੰਨਵਾਦ ਜੀ, ਥੈਂਕ ਯੂ। ਵਪਾਰਕ ਸੰਦੇਸ਼ ਮੁੜ ਕੇ ਆਉਣਾ, ਪਰ ਇਹ ਬਹੁਤ ਬਈ ਔਖਾ ਇੱਕ ਵਿਸ਼ਾ ਹੈ ਵੀ ਜਿਹਨੂੰ ਵੀ ਛੇੜਦਾ ਅੰਬਿਆ ਪਿਆ ਸਰੀਰ, ਹੱਥ ਨਹੀਂ ਲੱਗਦਾ ਸੁੱਜਿਆ ਪਿਆ। ਆਹ ਹੈਲਥ ਕੇਅਰ ਵਰਕਰ ਦੀ। ਪਰ ਫਿਰ ਅਸੀਂ ਕਾਹਦੇ ਲਈ ਜਿਹੜਾ ਸਾਡੇ ਅਸੀਂ ਚੁਣ ਕੇ ਭੇਜਦੇ ਹਾਂ, ਫਿਰ ਸਾਡੇ ਲਈ ਕੀ ਕਰਦੇ ਨੇ? ਤੁਹਾਡੇ ਲਈ ਵੀ ਫਿਰ ਇਹ ਕਾਹਦੇ ਲਈ ਹੁੱਬ ਕੇ ਫਿਰ ਤੁਸੀਂ ਇਹ ਸੱਦ ਕੇ ਇਹਨਾਂ ਨੂੰ ਚਾਹਾਂ ਤੇ ਸਮੋਸੇ ਤੇ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਂਦੇ ਹੋ? ਫਿਰ ਸਿੱਧੇ ਹੋਵੋ ਲੋਕੋ ਤੁਸੀਂ ਵੀ, ਜਾਂ ਤੁਹਾਡਾ ਸੁਣੀ ਦਾ ਹੀ ਕੋਈ ਨਹੀਂ, ਤੁਹਾਡੇ ਕੀਤਾ ਹੀ ਨਹੀਂ, ਫਿਰ ਤੁਸੀਂ ਕੋਈ ਰੰਗ ਬੰਨ ਤੁਸੀਂ ਵੀ ਦਿਖਾਓ। ਵੋਟਾਂ ਤਾਂ ਅਸੀਂ ਜਦੇ ਚਾਚੇ ਭੂਆ ਦੇ ਕਹਿਣ ਤੇ ਪਾਈ ਜਾਂਦੇ ਹਾਂ, ਬੱਸਾਂ ਭਰ ਕੇ ਆਉਂਦੇ ਆ, ਬਲਾਕ ਵੋਟਿੰਗ ਕਰਦੇ ਆ। ਉਦੋਂ ਨੂੰ ਇਹ ਵੀ ਖਿਆਲ ਰੱਖੋ ਵੀ ਆ ਜਿਹੜੀ $20 ਦੀ ਬੋਤਲ ਪਿੱਛੇ ਵੋਟਾਂ ਪਵਾਉਂਦੇ ਹੋ, ਉਦੋਂ ਵੀ ਆਪਾਂ ਫਿਰ ਕੈੜੇ ਹੋਈਏ ਨਾ। ਬਹੁਤ ਜ਼ਿਆਦਾ ਇਹ ਠੀਕ ਕਰਨ ਵਾਲੀ ਗੱਲ ਹੈ, ਇਹਨੂੰ ਸਮਝੀਏ ਆਪਾਂ। ਇਸ ਹਿੱਸੇ ਦੇ ਵਿੱਚ ਮੈਂ ਗੱਲਬਾਤ ਕਰਨੀ ਹੈ ਕਿ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪੰਜਾਬ ਤੋਂ ਆਏ ਹੋਏ ਪ੍ਰਭਜੋਤ ਸਿੰਘ ਨੇ ਜਿਹੜਾ ਇੱਕ ਐਫੀਡੇਵਿਟ ਦਿੱਤਾ ਉਹਨਾਂ ਨੇ ਪਿਛਲੇ ਦਿਨੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਖਾਲਸਾ ਦੀਵਾਨ ਸੁਸਾਇਟੀ ਦੀ ਜਿਹੜੀ ਇੱਕ ਹੋਰ ਸੁਸਾਇਟੀ ਗੁਰਸਿੱਖ ਟੈਂਪਲ ਐਂਡ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ 33-099 ਸਾਊਥ ਫਰੇਜ਼ਰ ਵੇ, ਉਹਨੇ ਉਹਨੂੰ ਵਰਕ ਪਰਮਿਟ ਦਿੱਤਾ। ਤੇ ਵਰਕ ਪਰਮਿਟ ਹੈਗਾ ਫਰਵਰੀ 12, 2020 ਤੋਂ ਫਰਵਰੀ 12, 2022 ਤੱਕ। ਮੇਰਾ ਐਮਪਲੋਇਰ ਕੰਟੈਕਟ ਪਰਸਨ ਜਤਿੰਦਰ ਸਿੰਘ ਗਿੱਲ ਹੈ। ਫੋਨ ਨੰਬਰ 604-832-4000। ਸੈਕਟਰੀ ਆਫ ਸਿੱਖ ਟੈਂਪਲ, ਸਾਈਨਿੰਗ ਅਫੀਸਰ ਜਿਹੜਾ ਐਮਪਲੋਇਮੈਂਟ ਕੰਟਰੈਕਟ ਤੇ ਓਬਵੀਅਸਲੀ ਸੈਕਟਰੀ ਸਾਈਨ ਕਰਦਾ। ਥਰਡ ਪਾਰਟੀ ਟਰੈਵਲ ਏਜੰਟ ਹੈ JS ਕਪੂਰ, ਜਿਹਦਾ ਵਿਨੀਪੈਗ ਦਾ ਨੰਬਰ ਹੈ 204 ਵਾਲਾ, ਤੇ $42,000 ਮੇਰੇ ਤੋਂ ਲੈਣਾ ਕੀਤਾ ਵਿਜ਼ਟਰ ਸਟੇਟਸ ਨੂੰ ਵਰਕ ਪਰਮਿਟ ਦੇ ਲਈ।
ਪਹਿਲਾਂ ਮੈਂ ਜਿਹੜਾ ਸੰਦੀਪ ਕੌਰ ਨੂੰ 2000 ਹੀ ਟ੍ਰਾਂਸਫਰ ਕੀਤਾ ਤੇ ਜਨਵਰੀ 3 ਪਹਿਲਾ ਦਸੰਬਰ 17 2019 ਨੂੰ ਦਿੱਤਾ 2000 ਤੇ ਉਸ ਤੋਂ ਬਾਅਦ ਜਨਵਰੀ 3 ਨੂੰ 2000 ਦਿੱਤਾ ਰੋਹਨ ਵਰਮਾ ਦੇ ਈਮੇਲ ਤੇ। ਫਰਵਰੀ 12 2020 ਨੂੰ ਮੈਨੂੰ ਜਤਿੰਦਰ ਸਿੰਘ ਗਿੱਲ ਹੋਣੀ ਲੈ ਕੇ ਗਏ ਤੇ ਐਬਸਪੋਰਟ CBSA ਤੋਂ ਮੇਰਾ ਵਰਕ ਪਰਮਿਟ ਦਿੱਤਾ ਤੇ ਮੈਨੂੰ ਕਿਹਾ ਗਿਆ ਕਿ $22,000 ਜਿਹੜਾ ਉਹ JS ਕਪੂਰ ਨੂੰ ਦੇਣਾ। ਸੋ ਉਸਨੇ ਕੱਲ ਜਿਹੜਾ ਸਾਰਿਆਂ ਲਾਈਵ ਸੁਣਿਆ ਵੀ $26,000 ਮੈਂ ਦਿੱਤਾ। ਉਹਦੇ ਬਾਅਦ ਫਿਰ ਉਸਨੇ ਦੱਸਿਆ ਕਿ ਮੈਨੂੰ ਚੈੱਕ ਜਿਹੜੇ ਮਿਲੇ ਨੇ ਜਿਹੜੇ 2 ਮਹੀਨੇ ਦੇ ਜਾਂ 3 ਮਹੀਨੇ ਦੇ ਤੇ ਉਹਦੇ ਚੋਂ ਮੈਂ ਮਨੀ ਵਾਪਸ ਕਰਦਾ ਰਿਹਾ। ਉਹਨੇ ਵੀ ਇਹ ਲਾਈਆਂ ਹੋਈਆਂ ਤੇ ਇੱਕ ਟੂ ਹੂਮ ਇਟ ਮੇ ਕੰਸਰਨ ਦੇ ਥੱਲੇ ਜਿਹੜਾ ਡਾਕੂਮੈਂਟਸ ਨੇ ਉਹ ਨਾਲ ਹੀ ਉਹ ਸਤਨਾਮ ਸਿੰਘ ਗਿੱਲ ਵੱਲੋਂ ਨੇ ਕਿ ਇਹ ਜਿਹੜੀ ਕੁਛ ਜਿਹੜੀਆਂ ਸੁਸਾਇਟੀਆਂ ਖੁੱਲੀਆਂ ਗੁਰਸਿੱਖ ਟੈਂਪਲ ਐਂਡ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ, ਨਾਮਰਾ ਸਿੱਖ ਸੇਵਾ ਸੁਸਾਇਟੀ, ਬਾਬਾ ਦੀਪ ਸਿੰਘ ਸਿੱਖ ਸੁਸਾਇਟੀ, ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ, ਸਿੱਖ ਚਿਲਡਰਨ ਕਲਚਰਲ ਐਂਟਰਟੇਨਮੈਂਟ ਸੈਂਟਰ, ਇਹਦੀ ਗੱਲ ਉਹਨਾਂ ਨੇ ਕੀਤੀ ਕਿ ਉਹਨਾਂ ਨੇ ਟੂ ਹੂਮ ਇਟ ਮੇ ਕੰਸਰਨ ਕਰਕੇ ਮੈਂਬਰ ਆ ਮੈਂ ਖਾਲਸਾ ਦੀਵਾਨ ਸੁਸਾਇਟੀ ਦਾ ਤੇ ਮੈਂ ਇਹ ਖੁੱਲੀਆਂ ਹੋਈਆਂ ਤੇ JS ਕਪੂਰ ਹੈ ਜਿਹੜਾ ਉਹ ਏਜੰਟ ਆ ਉਹਦੇ ਰਾਹੀਂ ਵਰਕ ਪਰਮਿਟ ਵਿਕ ਰਹੇ ਨੇ। ਜਿਹੜੀ ਆਨਲਾਈਨ ਰਜਿਸਟਰੀ ਹੈ ਜਿਵੇਂ ਪਹਿਲਾਂ ਵੀ ਇੱਕ ਵਾਰ ਆਪਣੇ ਤੁਹਾਨੂੰ ਯਾਦ ਹੈ ਗੱਲ ਹੋਈ ਸੀ ਜਤਿੰਦਰ ਸਿੰਘ ਗਿੱਲ ਨੂੰ ਕਹਿ ਗਿਆ ਸੀ ਵੀ ਮੈਨੂੰ ਇਸ ਸੁਸਾਇਟੀ ਦਾ ਗੁਰਸਿੱਖ ਟੈਂਪਲ ਐਂਡ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ ਦਾ ਕੋਈ ਨਹੀਂ ਪਤਾ ਕਿਹਨੇ ਬਣਾਈ ਹੈ ਇਹ। ਉਹਦੇ ਤੇ ਜਤਿੰਦਰ ਸਿੰਘ ਗਿੱਲ ਦਾ ਨਾਂ ਹੈ, ਸੁਰਿੰਦਰ ਸਿੰਘ ਗਰੇਵਾਲ ਦਾ ਨਾਂ ਹੈ, 2937 ਫਲੈਗਮੈਨ ਪਲੇਸ ਦਾ। ਉਸ ਤੋਂ ਬਾਅਦ ਰਣਜੀਤ ਸਿੰਘ ਸਿੱਧੂ ਨੇ ਇਹਦੇ ਤੇ ਨਾਂ ਨੇ ਉਹਨਾਂ ਦੇ। ਤੇ ਇਹ ਕੱਲ ਉਹਨੇ ਜਦ ਇਨਫੋਰਮੇਸ਼ਨ ਦਿੱਤੀ ਤਾਂ ਇਨਫੋਰਮੇਸ਼ਨ ਤੋਂ ਬਾਅਦ ਫਿਰ ਉਸਨੂੰ ਪੱਤਰਕਾਰਾਂ ਨੇ ਸਵਾਲ ਵੀ ਬਹੁਤ ਪੁੱਛੇ ਨੇ, ਤੁਸੀਂ ਸਾਰੇ ਉੱਤੇ ਸੀ ਵੀ ਤੂੰ ਕਿਉਂ ਦਿੱਤੇ, ਤੈਂ ਵੀ ਫਰਾਡ ਕੀਤਾ ਜਦ ਪੈਸੇ ਦਿੱਤੇ। ਸੋ ਸਾਰੀ ਇਹ ਗੱਲ ਦੇ ਲਈ ਜੋ ਸਤਨਾਮ ਸਿੰਘ ਗਿੱਲ ਉੱਥੇ ਨਾਲ ਬੈਠੇ ਸੀ ਉਹਨੇ ਮੇਰੇ ਨਾਲ ਫਿਰ ਜਤਿੰਦਰ ਸਿੰਘ ਗਿੱਲ, ਹੈਪੀ ਗਿੱਲ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਵੀ ਅਸਲ ਮੁੱਦਾ ਕੀ ਹੈ ਤੇ ਹੈ ਕੀ। ਸਤਨਾਮ ਸਿੰਘ ਗਿੱਲ ਜੀ, ਸਵਾਗਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਇਹ ਸਾਰਾ ਮੁੱਦਾ ਜਿਹੜਾ ਹੈ ਇਹ ਗਿੱਲ ਸਾਹਿਬ ਮੁੱਦਾ ਜਿਹੜਾ ਕੀ ਹੈ ਇਹਨੂੰ ਜੇ ਆਪਾਂ ਕਿਉਂਕਿ ਸਾਰੀ ਕੱਲ ਦੀ ਜਿਹੜੀ ਸੁਣ ਵੀ ਲਈ ਹੈ, ਬੰਦਿਆਂ ਨੇ ਵੇਖ ਵੀ ਲਈ ਹੈ, ਉਹਨੇ ਦੋਸ਼ ਲਾਏ ਨੇ, ਉਹਨੂੰ ਸਵਾਲ ਵੀ ਪੁੱਛੇ ਕਈ ਪੱਤਰਕਾਰਾਂ ਨੇ, LMIA ਦਾ ਚੱਕਰ ਪਾ ਕੇ ਕਈ ਬਹਿ ਗਏ LMIA ਇਹਦੇ 'ਚ ਨਹੀਂ ਹੁੰਦੀ। ਰਿਲੀਜੀਅਸ ਸੁਸਾਇਟੀਆਂ ਦੇ ਵਿੱਚ ਜਿਹੜੇ ਬੰਦੇ ਆਉਂਦੇ ਆ ਇਹ LMIA ਤੇ ਨਹੀਂ ਹੁੰਦੇ, ਇਹ ਕੋਈ ਹੋਰ ਇਸ਼ੂ ਹੈ, ਉਹ ਹੋਰ ਇਸ਼ੂ ਤੇ ਗੱਲ ਕਰਦੇ ਸੀ। ਤੁਸੀਂ ਜਿਹੜਾ ਇਹਨੇ ਬੰਦੇ ਨੇ ਤੁਹਾਡੇ ਤੱਕ ਅਪਰੋਚ ਕੀਤੀ, ਤੁਸੀਂ ਉਹਨੂੰ ਲੈ ਕੇ ਆਏ, ਉਹਨੂੰ ਐਫੀਡੇਵਿਟ ਦਿੱਤਾ, ਤੁਸੀਂ ਇਹਦੇ 'ਚ ਓਵਰਆਲ ਕੀ ਕਹਿਣਾ ਚਾਹੁੰਦੇ ਹੋ, ਹੋਇਆ ਕੀ ਹੈ? ਇਹ ਜੀ ਜਿਹੜਾ ਕੁਝ ਵੀ ਹੋ ਰਿਹਾ, ਪਹਿਲੀ ਗੱਲ ਤਾਂ ਅਨਫੋਰਚੂਨੇਟ ਸਿਚੁਏਸ਼ਨ ਆ ਵੀ ਹੋਣਾ ਨਹੀਂ ਚਾਹੀਦਾ, ਕਿਉਂਕਿ ਇਹਦੇ ਵਿੱਚ ਜਦੋਂ ਗੱਲਾਂ ਇਹ ਬਾਹਰ ਆਉਂਦੀਆਂ ਹੋਰ ਕਮਿਊਨਿਟੀ 'ਚ ਵੀ ਜਾਂਦੀਆਂ ਤਾਂ ਉਹਦੇ 'ਚ ਸਾਡੀ ਸਾਰਿਆਂ ਦੀ ਸਮੁੱਚੇ ਤੌਰ ਤੇ ਆਪਣੀ ਨੈਗੇਟਿਵਿਟੀ ਫੈਲਦੀ ਹੈ। ਸਾਡਾ ਕੋਈ ਫਾਇਦਾ ਨਹੀਂ ਹੁੰਦਾ, ਬੇਇੱਜ਼ਤੀ ਹੁੰਦੀ ਹੈ ਇਹ ਕਹਾਂਗੇ ਇਹਦੇ ਵਿੱਚ। ਸੋ ਖਾਸ ਕਰਕੇ ਜਦੋਂ ਇਹ ਗੱਲਾਂ ਗੁਰਦੁਆਰਾ ਸਾਹਿਬ ਤੋਂ ਹੁੰਦੀਆਂ ਉਹ ਤਾਂ ਉਦੋਂ ਵੀ ਮਾੜੀ ਗੱਲ ਹੋ ਜਾਂਦੀ ਆ। ਫਿਰ ਇਹਦੇ ਵਿੱਚ ਪੈਸੇ ਇਨਵੋਲਵ ਹੋ ਗਏ, ਕਈ ਕੁਛ ਹੀ ਹੋ ਗਿਆ ਜੀ। ਫਿਰ ਇਹ ਭਾਈ ਸਾਹਿਬ ਜਿਹੜੇ ਸੀਗੇ ਆਪਣੇ ਪ੍ਰਭਜੋਤ ਸਿੰਘ, ਇਹਨਾਂ ਨੇ ਆਹ ਜਿਹੜਾ ਕੱਲ ਜੋ ਲਾਈਵ ਦੱਸਿਆ ਸਾਰਾ ਕੁਛ ਇਹ ਹੋਇਆ ਉੱਥੇ, ਉਹਨਾਂ ਨੇ ਦੱਸਿਆ ਵੀ ਇੰਨੇ ਪੈਸੇ ਲੈ ਗਏ, ਸਾਰਾ ਕੁਛ ਉਹਨਾਂ ਨੇ ਲਿਖ ਕੇ ਵੀ ਦਿੱਤਾ। ਤੇ ਸਾਡਾ ਤਾਂ ਮਕਸਦ ਇੱਕੋ ਹੀ ਆ ਵੀ ਜਿਹੜਾ ਵੀ ਕੋਈ ਹੋਰ ਕੋਈ ਪ੍ਰਾਈਵੇਟ ਬਿਜ਼ਨਸ ਹੋਵੇ ਕਿਸੇ ਦਾ, ਜਿੱਥੋਂ ਜੋ ਮਰਜ਼ੀ ਕਰੀ ਜਾਵੇ, ਆਪਣਾ ਕਿਸੇ ਨਾਲ ਕੋਈ ਲਿੰਕ ਨਹੀਂ, ਨਾ ਕੋਈ ਪਰਸਨਲ ਰਿਲੇਸ਼ਨ ਆ। ਜਦੋਂ ਗੁਰਦੁਆਰਾ ਸਾਹਿਬ ਤੋਂ ਹੁੰਦਾ ਜੀ ਫਿਰ ਸਾਰਿਆਂ ਨੂੰ ਦੁੱਖ ਹੁੰਦਾ। ਸੋ ਆਪਾਂ ਨਹੀਂ ਚਾਹੁੰਦੇ ਵੀ ਇਹੋ ਜਿਹਾ ਕੁਛ ਗੁਰਦੁਆਰਾ ਸਾਹਿਬ ਹੋਵੇ। ਇਹ ਬੰਦੇ ਨੇ ਇਹ ਮੂਹਰੇ ਆਇਆ ਕੇਸ ਲੈ ਕੇ, ਸੋ ਇਹਦੀ ਆਪਾਂ ਜਿਵੇਂ ਵੀ ਇਹਨੇ ਦੱਸਿਆ, ਇਹਨੂੰ ਜੋ ਵੀ ਹੈਗਾ ਇਹ ਹੁਣ ਸਾਰਾ ਪ੍ਰੂਫ ਤੁਸੀਂ ਪੇਪਰ ਦੇਖਿਆ ਕੱਲ ਮੀਡੀਆ ਵਾਲਿਆਂ ਨੇ ਸਾਰੇ, ਉਹ ਜੋ ਹੈਗਾ ਉਹ ਉਹਨੇ ਦੱਸਿਆ, ਉਹ ਸਾਰਿਆਂ ਦੇ ਸਾਹਮਣੇ ਆ। ਹੁਣ ਅਸੀਂ ਤਾਂ ਇਹੀ ਆ ਵੀ ਸਾਡੀ ਇਹ ਜਿਹੜੀ ਸਿਚੁਏਸ਼ਨ ਆ, ਅਸੀਂ ਇਹ 'ਚੋਂ ਨਿਕਲਣਾ ਚਾਹੁੰਦੇ ਵੀ ਇਸ ਨੂੰ ਕਿਵੇਂ ਰੋਕਿਆ ਜਾਵੇ, ਇਹ ਗਾਹਾਂ ਨੂੰ ਗਲਤ ਕੰਮ ਨਾ ਹੋਣ। ਸਾਡਾ ਸਟੈਂਡ ਤਾਂ ਇਹ ਆ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਕੇ, ਤਾਂ ਕਿ ਖਾਲਸਾ ਦੀਵਾਨ ਸੁਸਾਇਟੀ ਜਿਹੜਾ ਸਾਡੇ ਕੋਲੇ ਹੁਣ ਅਸੀਂ ਪਿੱਛੇ ਦੇ 100 ਸਾਲੇ ਮਨਾ ਕੇ ਹਟੇ ਆ, ਸਾਡਾ ਇੰਨਾ
ਰੈਪੂਟੇਸ਼ਨ ਗੁੱਡ ਆ, ਆਨਗੋਇੰਗ ਪ੍ਰੋਸੈਸ ਆ ਇਹ ਹੈਰੀਟੇਜ ਦੀ ਜਿਹੜੀ ਸਾਰੀ ਸਿਚੁਏਸ਼ਨ ਆ, ਪਰ ਹੁਣ ਇਹਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ ਜੀ ਸਾਡੇ ਮੁਤਾਬਕ। ਤੁਸੀਂ ਜਸਕਰਨ ਹੋ ਜਾਂ ਸਤਨਾਮ ਹੋ? ਮੈਂ ਜਸਕਰਨ ਸਿੰਘ ਬੋਲਦਾ ਜੀ। ਮੈਨੂੰ ਅੱਛਾ ਜੀ, ਓਕੇ ਸੌਰੀ, ਮੈਂ ਸਤਨਾਮ ਸੋਚ। ਅੱਛਾ ਧਾਲੀਵਾਲ ਜੀ, ਮੈਨੂੰ ਐਂ ਦੱਸੋ ਵੀ ਜਿਹੜੀ ਗੁਰਸਿੱਖ ਟੈਂਪਲ ਐਂਡ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ ਆ, ਇਹ ਕਿਹਦੀ ਸੁਸਾਇਟੀ ਹੈ? ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਹੁਣ ਮੌਜੂਦਾ ਉੱਥੇ ਤੁਹਾਡੀ ਜਿਹੜੀ ਸੇਵਾਦਾਰ ਨੇ ਉਹਨਾਂ ਨੂੰ ਇਹ ਪਤਾ, ਉਹਨਾਂ ਨੇ ਸੁਸਾਇਟੀ ਬਣਾਈ, ਇਹਦੇ ਡਾਇਰੈਕਟਰ ਨੇ ਜਿਹੜੇ ਇਹ ਗੁਰਦੁਆਰਾ ਸਾਹਿਬ ਦੀ ਹੁਣ ਸੇਵਾਦਾਰ ਵੀ ਨੇ ਇਹ ਗਰੇਵਾਲ ਹੋਣੀ ਤੇ ਸਿੱਧੂ ਹੋਣੀ? ਹਾਂਜੀ, ਐਕਚੁਅਲੀ ਜਿਹੜੀ ਸਾਡੀ ਸਿਚੁਏਸ਼ਨ ਆ, ਅਸੀਂ ਤਾਂ ਹੁਣ ਤੁਹਾਨੂੰ ਪਤਾ ਵੀ ਅੱਗੇ ਕੇਸ ਚੱਲ ਕੇ ਹਟਿਆ, ਸਾਡੀ ਤਾਂ ਮੈਂਬਰਸ਼ਿਪ ਵੀ ਇਹਨਾਂ ਨੇ ਕੈਂਸਲ ਕੀਤੀ ਹੋਈ ਸੀ। ਜਦੋਂ ਕੋਰਟ ਨੇ ਸਾਨੂੰ ਵਾਪਸ ਲੈ ਲਿਆ, ਉਹਨਾਂ ਨੇ ਫੇਰ ਅਪੀਲ ਕਰਤੀ ਵੀ ਇਹ ਵਾਪਸ ਨਹੀਂ ਲੈਣੇ। ਅਸੀਂ ਤਾਂ ਹੈਗੇ ਆ ਬਾਹਰ ਸਿਚੁਏਸ਼ਨ ਤੋਂ। ਇਹ ਤੋਂ ਜਿਹੜੀ ਇਹ ਸੁਸਾਇਟੀ ਬਣੀ ਹੈ, ਮੌਜੂਦਾ ਕਮੇਟੀ ਦੇ ਮੈਂਬਰ ਹੀ ਨੇ ਇਹਦੇ ਵਿੱਚ, ਉਹਨਾਂ ਨੇ ਬਣਾਈ ਹੈ। ਉਹਨਾਂ ਨਾਲ ਵੀ ਕੰਟੈਕਟ ਕੀਤਾ, ਉਹ ਕਹਿੰਦੇ ਵੀ ਵਿੱਚੋਂ ਭਜਨ ਸਿੰਘ ਤੂਰ ਜਾਂ ਨਛੱਤਰ ਸਿੰਘ ਮਾਨ, ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਇਸ ਚੀਜ਼ ਬਾਰੇ। ਸੋ ਇਹ ਨਹੀਂ ਹੁਣ ਪਤਾ ਵੀ ਇਹ ਸਾਰੇ ਜਦੋਂ ਸਾਡੇ ਇਹ ਅਪੀਲ ਹੋਈ ਆ ਸਾਡੇ ਫੈਸਲੇ ਦੇ ਵਿਰੁੱਧ, ਜਦੋਂ ਸਾਨੂੰ ਰੀਇਨਸਟੇਟ ਕੀਤਾ, ਉਦੋਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਬਈ ਉਹ ਕਹਿੰਦੇ, ਉਦੋਂ ਇਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਰਿਪੀਲ ਦਾ ਫੈਸਲਾ ਯੂਨੈਨਿਮਸ ਆ। ਸੋ ਹੁਣ ਜਿਹੜੀ ਇਹ ਕਮੇਟੀ ਬਣਾਈ ਹੈ, ਇਹਦਾ ਇਹ ਨਹੀਂ ਪਤਾ ਵੀ ਯੂਨੈਨਿਮਸ ਲਈ ਸਾਰਿਆਂ ਨੇ ਸਹਿਮਤੀ ਨਾਲ ਬਣਾਈ ਆ ਜਾਂ ਇਹ 2-3 ਮੈਂਬਰ ਜਿਹੜੇ ਹੈਗੇ ਇਹੀ ਇਨਵੋਲਵ ਆ। ਇਹ ਹਲੇ ਦੀ ਕਲੀਅਰ ਨਹੀਂ, ਪਰ ਉਹ 2-3 ਬੰਦਿਆਂ ਨੇ ਜਵਾਬ ਦਿੱਤਾ ਵਿੱਚੋਂ ਮੈਂਬਰਾਂ ਨੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਹੋਇਆ ਕੀ ਨਹੀਂ ਹੋਇਆ, ਕੀ ਹੋ ਰਿਹਾ ਜਾਂ ਕਿਵੇਂ ਹੋ ਰਿਹਾ, ਉਹਨਾਂ ਕਹਿੰਦੇ ਸਾਨੂੰ ਨਹੀਂ ਪਤਾ। ਕਿਉਂਕਿ ਜਿਹੜੀ ਹੁਣ ਇਹਦੇ ਤੇ ਜਿਹੜੀ ਇਨਕੋਰਪੋਰੇਸ਼ਨ ਹੈ, ਉਹਦੇ ਤੇ ਐਡਰੈਸ ਆ ਜਿਹੜਾ, ਉਹ ਐਡਰੈਸ ਗੁਰਦੁਆਰਾ ਸਾਹਿਬ ਦਾ ਤਾਂ ਹੈ ਨਹੀਂ। ਜਿਹੜੀ ਉਹਦੇ ਤੇ ਐਡਰੈਸ ਹੋਰ ਹੈ, ਇਹਦੀ ਮੈਂ ਗੱਲ ਵੀ ਪਿਛਲੇ ਦਿਨੀ ਜਦ ਗੱਲ ਚੱਲੀ ਸੀ ਤਾਂ ਇਹਦੇ ਬਾਰੇ ਜਦ ਮੈਂ ਇਹ ਜਿਹੜੀਆਂ ਸਾਰੀਆਂ ਸੁਸਾਇਟੀਆਂ ਦਾ ਕੱਢਿਆ ਸੀ ਵੀ ਆਹ ਸੁਸਾਇਟੀਆਂ ਨੇ, ਇਹ ਬਹੁਤ ਵੱਡੀ, ਕਿਉਂਕਿ ਜਿਹੜੀ ਰਜਿਸਟਰਡ ਆਫਿਸ ਐਡਰੈਸ ਇਨਫੋਰਮੇਸ਼ਨ ਆ ਗੁਰਦੁਆਰਾ ਸਾਹਿਬ ਦੀ ਨਹੀਂ ਹੈ। 2937 ਫਲੈਗਮੈਨ ਪਲੇਸ ਦੀ ਹੈ, ਉਹ ਗੁਰਦੁਆਰਾ ਸਾਹਿਬ ਦੀ ਨਹੀਂ ਹੈ। ਇਹਦੇ ਤੇ ਜਿਹੜੀ ਨਾਮ ਗੁਰਸਿੱਖ ਟੈਂਪਲ ਤੇ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ। ਨਹੀਂ ਜੀ, ਮੇਰੇ ਖਿਆਲ ਮੁਤਾਬਕ ਜੇ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਦਾ ਐਡਰੈਸ ਆ ਉਹਦੇ ਪੇਪਰ ਵੱਲ। ਜਿਹੜੀ BC ਸੁਸਾਇਟੀ ਸਮਰੀ ਹੈ, BC ਰਜਿਸਟਰੀ ਤੇ ਆਨਲਾਈਨ ਸਰਵਿਸ ਹੈ, ਉਹਦੇ ਵਿੱਚ ਰਜਿਸਟਰਡ ਆਫਿਸ ਦਾ ਐਡਰੈਸ ਹੈਗਾ 2937 ਫਲੈਗਮੈਨ ਵਾਲਾ। ਤੇ ਜਿਹੜਾ ਵਰਕ ਪਰਮਿਟ ਹੈ, ਵਰਕ ਪਰਮਿਟ ਤੇ ਗੁਰਸਿੱਖ ਟੈਂਪਲ ਤੇ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ ਇੰਪਲਾਇਰ ਦਾ ਲਿਖਿਆ ਹੋਇਆ, ਪਾਸਪੋਰਟ ਦਾ ਲਿਖਿਆ ਹੋਇਆ। ਐਨੀਵੇਜ਼ ਜਿਹੜੀ ਮਨੀ ਇਨਵੋਲਵ ਹੈ, ਉਹ ਬੰਦਾ ਕੱਲ ਕਹਿੰਦਾ ਵੀ ਮੈਂ ਕਪੂਰ ਨੂੰ ਦਿੱਤੀ ਹੈ। ਹੁਣ ਕਪੂਰ ਨੂੰ ਦਿੱਤੀ ਮਨੀ ਦਾ, ਤੇ ਇੱਧਰ ਜਿਹੜਾ ਦੋਸ਼ ਲਾ ਰਿਹਾ ਵੀ ਮੈਂ ਜਤਿੰਦਰ ਸਿੰਘ ਗਿੱਲ ਨੂੰ ਦਿੱਤੀ ਆ, ਉਹ ਦੋਨੇ ਚੀਜ਼ਾਂ ਮੈਚ ਨਹੀਂ ਕਰਦੀਆਂ। ਫਿਰ ਇਹਦੇ ਚ ਕੱਲ ਵੀ ਉਹਨਾਂ ਨੂੰ ਇਹ ਕੁਐਸਚਨ ਪੁੱਛਿਆ ਗਿਆ ਸੀਗਾ, ਮੈਂ ਬਾਅਦ ਚ ਸੁਣਿਆ ਫੇਸਬੁੱਕ ਤੇ ਜਿਹੜੀ ਸੀਗੀ, ਬਈ ਤੁਸੀਂ ਇਹਨਾਂ ਨੂੰ ਇਨਵੋਲਵ ਕਾਹਤੋਂ ਕਰ ਦੋ? ਪੈਸੇ ਤਾਂ ਕੋਈ ਜਿਹੜਾ ਕਪੂਰ ਭਾਈ ਆ ਵੀ ਉਹਦੇ ਨਾਲ ਤੁਹਾਡੀ ਗੱਲਬਾਤ ਹੋਈ ਆ, ਉਹਨੂੰ ਦਿੱਤੇ ਆ। ਉਹ ਕਹਿੰਦੇ ਵੀ ਜਦੋਂ, ਹਾਂਜੀ ਉਹਨੂੰ ਦਿੱਤੇ ਆ। ਉਹ ਕਹਿੰਦੇ ਵੀ ਜਦੋਂ ਮੈਂ ਜਿਹੜੀ ਜਿੱਥੋਂ ਦਾ ਵਰਕ ਪਰਮਿਟ ਆ, ਉਹ ਕਪੂਰ ਨਹੀਂ ਇਹਨਾਂ ਨੂੰ ਲੱਭਿਆ ਜਾਂ ਕਿਵੇਂ ਇੱਕ ਦੂਜੇ ਨੂੰ ਲੱਭਿਆ, ਇਹ ਨਹੀਂ ਪਤਾ। ਜਦੋਂ ਕੋਈ ਮੀਟਿੰਗ ਹੁੰਦੀ ਆ, ਉਹਨਾਂ ਨੇ ਇਹ ਵੀ ਦੱਸਿਆ ਵੀ ਇਕੱਠਿਆਂ ਦੀ ਇਹਨਾਂ ਦੀ ਮੀਟਿੰਗ ਹੁੰਦੀ ਆ ਸਾਰਿਆਂ ਦੀ। ਤੇ ਉਹ ਕਹਿੰਦੇ ਵੀ ਜਦੋਂ ਫਿਰ ਕੰਮ ਤਾਂ ਇਹ ਜਿਹੜੀ ਜਿੱਥੋਂ ਦਾ ਵਰਕ ਪਰਮਿਟ ਆ ਉੱਥੇ ਹੀ ਦੇਣਾ ਸੀ, ਉਹ ਇਸ ਤਰ੍ਹਾਂ ਇਨਡਾਇਰੈਕਟਲੀ ਇਨਵੋਲਵ, ਇਹਦੇ ਵਿੱਚ ਇਸ ਤਰ੍ਹਾਂ ਇਨਵੋਲਵਮੈਂਟ ਕਹਿੰਦੇ ਹੈਗੀ ਆ ਉਹਨਾਂ ਦੀ। ਕੱਲ ਵੀ ਇਹੀ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਬਈ ਜਦੋਂ ਵਰਕ ਪਰਮਿਟ ਉਹਨਾਂ ਨੇ ਕੰਮ ਨਹੀਂ ਦਿੱਤਾ, ਫਿਰ ਉਹਨਾਂ ਨੇ ਕੰਟੈਕਟ ਵੀ ਕੀਤਾ ਉਹਨਾਂ ਨਾਲ ਵੀ ਮੈਨੂੰ ਕੰਮ ਦਿਓ, ਤਾਂ ਕੰਮ ਉੱਥੇ ਹੈ ਨਹੀਂ ਸੀ। ਫਿਰ ਉਹਨੂੰ ਸੱਦ ਕੇ ਜਿਹੜਾ ਸਾਰਿਆਂ ਨੇ ਸੁਣਿਆ, ਜਦੋਂ ਪ੍ਰਭਜੋਤ ਸਿੰਘ ਨੇ ਦੱਸਿਆ, ਉਹਨੂੰ ਦਫ਼ਤਰ ਸੱਦ ਕੇ ਜੋ ਕੁਛ ਕਿਹਾ ਉਹ ਸਾਰਿਆਂ ਦੇ ਸਾਹਮਣੇ ਆ ਕੱਲ, ਉਹ ਤਾਂ ਉਹ ਇਨਵੋਲਵ ਨੇ ਜੀ ਇਹਦੇ ਵਿੱਚ। ਬਿਲਕੁਲ ਜੀ। ਜਿਹੜੀਆਂ ਪੇ ਸਟਬਸ ਨੇ ਧਾਲੀਵਾਲ ਸਾਹਿਬ, ਪੇ ਸਟਬਸ ਤੇ 33099 ਸਾਊਥ ਫਰੇਜ਼ਰ ਵੇ ਐਡਰੈਸ ਹੈ ਜਿਹੜੀ ਤੁਸੀਂ ਦੱਸਦੇ ਹੋ, ਉਹ ਬਿਲਕੁਲ ਤੁਸੀਂ ਵੀ ਰਾਈਟ ਹੋ। ਜਿਹੜੀ ਪੇ ਸਟਬਸ ਨੇ ਉਹਦੇ ਤੇ ਉਹ ਐਡਰੈਸ ਹੈ। ਤੇ ਜਿਹੜੀ ਹੁਣ ਕੁਛ ਇਹਦੇ ਚ ਹੋਰ ਐਡ, ਕਿਉਂਕਿ ਇੱਕ ਬਹੁਤ ਵੱਡੀ ਚਿੱਠੀ ਹੈ ਜਿਹੜੀ ਮਿਨਿਸਟਰ ਨੂੰ, ਇਮੀਗ੍ਰੇਸ਼ਨ ਮਿਨਿਸਟਰ ਨੂੰ ਆਲਰੇਡੀ ਜੀ ਆਪਣੇ BC ਦੀ ਜਿਹੜੀ ਕੌਂਸਲ ਹੈ ਗੁਰਦੁਆਰਾ ਦੀ, BC ਗੁਰਦੁਆਰਾ ਕੌਂਸਲ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ, ਉਹਨਾਂ ਨੇ ਕਹਿਤਾ ਵੀ ਇਹ ਬਹੁਤ ਸੁਸਾਇਟੀਆਂ ਬਣ ਗਈਆਂ, ਬੰਦੇ ਬਹੁਤ ਆ ਰਹੇ ਨੇ, ਇਹਦੇ ਤੇ ਨਿਗਾਹ ਮਾਰੀ ਚੱਲੇ। ਆਲਰੇਡੀ ਉਹਦੇ ਤੇ ਮਨਿੰਦਰ ਸਿੰਘ ਨੇ ਤੇ ਅਮਰਜੀਤ ਸਿੰਘ ਮਾਨ ਨੇ ਇਹ ਆਲਰੇਡੀ ਜਿਹੜੀ ਭੇਜ ਦਿੱਤੀ ਆ ਜੁਲਾਈ 9 ਕੱਲ। ਹਾਂਜੀ,
ਇਹਦੇ 'ਚ ਹੁਣ ਜਦੋਂ ਇਹ ਕੋਈ ਗੱਲਬਾਤ ਇਹੋ ਜਿਹੀ ਹੁੰਦੀ ਆ ਜੀ, ਉਹਦੇ 'ਚ ਮੈਨੂੰ ਲੱਗਦਾ ਕੰਪਲੇਂਟ ਵੀ ਹੋਈ ਆ ਇਮੀਗ੍ਰੇਸ਼ਨ ਨੂੰ ਵੀ ਇਹਦੀ ਇਨਕੁਆਇਰੀ ਹੋਵੇ ਸਾਰੀਆਂ ਸੋਸਾਇਟੀਆਂ ਦੀ ਵੀ ਕੀ ਹੋ ਰਿਹਾ, ਕਿਉਂਕਿ ਜਿਹੜੀ ਪੇ ਸਟੱਬ ਆ ਜਾਂ ਸਾਰਾ ਕੁਛ ਆ ਜੀ ਉਹ ਹੁਣ ਉੱਥੇ ਨਾ ਹੀ ਉਹਨਾਂ ਦਾ ਕੋਈ ਅਕਾਊਂਟ ਆ, ਨਾ ਹੀ ਉਹਨੂੰ ਬੰਦੇ ਨੂੰ ਪੇ ਮਿਲਦੀ ਆ ਉਸ ਅਕਾਊਂਟ ਤੋਂ। ਉਹ ਜਿੱਥੋਂ ਉਹਨੂੰ ਪੇ ਸਟੱਬਾਂ ਮਿਲੀਆਂ ਉਹ ਅਕਾਊਂਟ ਨਹੀਂ ਐਗਜ਼ਿਸਟ ਕਰਦਾ। ਸੋ ਇਸ ਕਰਕੇ ਇਹ ਚੱਕਰ ਚੱਲ ਗਿਆ ਸਾਰਾ ਹੀ ਵੀ ਇਹ ਸਾਰਾ ਕੁਛ ਹੀ ਫੇਕ ਲੱਗਦਾ ਜੋ ਪੇਪਰ ਵਰਕ ਹੈਗਾ, ਉਹਦੇ ਬੇਸ ਤੇ ਹੀ ਸਾਰਾ ਕੁਛ ਹੋ ਰਿਹਾ ਜੋ ਕੰਪਲੇਂਟ ਜਾਂ ਜਿਹੜਾ ਵੀ ਕੁਛ ਹੋਇਆ ਜੀ। ਸੋ ਜਿਹੜੀਆਂ ਪੇ ਸਟੱਬਸ ਨੇ ਉਹ ਕੋਈ ਪੇ ਸਟੱਬਸ ਨੇ ਜਿਹੜੀਆਂ ਧਾਲੀਵਾਲ ਸਾਹਿਬ ਉਹਦੇ ਉਹ ਅਕਾਊਂਟ ਨਹੀਂ ਹੈ, ਤੁਸੀਂ ਇਹ ਕਹਿੰਦੇ ਹੋ? ਹਾਂਜੀ, ਨਹੀਂ ਉੱਥੇ ਜਿਹੜੀ ਉਹਨੂੰ ਉਹ ਸੁਣਾਉਂਦਾ ਉੱਥੇ ਕੋਈ ਅਕਾਊਂਟ ਨਹੀਂ ਹੈਗਾ ਜੀ। ਐਨੀਵੇਜ਼ ਧੰਨਵਾਦ ਜੀ। ਇਹ ਉਹਨਾਂ ਦਾ ਕਲੇਮ ਇਹੀ ਸੀਗਾ ਵੀ ਇਹ ਫੇਕ ਹੈ ਜੀ। ਧੰਨਵਾਦ ਬਾਈ ਜੀ, ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਜਸਕਰਨ ਸਿੰਘ ਧਾਲੀਵਾਲ ਗੱਲਬਾਤ ਕਰਦੇ ਸੀ। ਇਸ ਤੋਂ ਬਾਅਦ ਜਤਿੰਦਰ ਸਿੰਘ ਗਿੱਲ ਉਹਨਾਂ ਨਾਲ ਵੀ ਪੁੱਛਦੇ ਆ, ਉਹਨਾਂ ਨੂੰ ਵੀ ਫੋਨ ਕਰਦੇ ਆ ਕਿ ਉਹ ਆਪਣੀ ਸਾਈਡ ਇਹਦੇ ਬਾਰੇ ਦੱਸਣ ਕਿ ਸਾਰਾ ਕੀ ਹੈ। ਵਾਪਸ ਆ ਕੇ ਵਪਾਰਕ ਸੰਦੇਸ਼ਾਂ ਤੋਂ ਬਾਅਦ LMIਆਂ ਦੇ ਵਰਕ ਪਰਮਿਟ ਦੇ ਜਿਹੜੇ ਇਸ਼ੂ ਨੇ ਉਹਨਾਂ ਦੇ ਬਾਰੇ ਗੱਲ ਹਰ ਰੋਜ਼ ਭਾਈਚਾਰੇ ਚੱਲਦੀ ਰਹਿੰਦੀ ਹੈ। ਹੁਣ ਇੱਕ ਪ੍ਰੈਸ ਕਾਨਫਰੰਸ ਕੱਲ ਕੀਤੀ, ਐਫੀਡੇਵਿਟ ਦਿੱਤਾ ਉਹਨੇ, ਤੇ ਉਹਦੇ ਤੋਂ ਪੱਤਰਕਾਰਾਂ ਨੇ ਸਵਾਲ ਵੀ ਪੁੱਛੇ ਮੁੰਡੇ ਤੋਂ ਜਿਹੜੇ ਉਹਨੇ ਦੋਸ਼ ਲਾਏ ਸੀ ਵੀ ਕਿ ਕੀ ਇਹਦੀ ਕਹਾਣੀਆਂ ਕੀ ਨਹੀਂ। ਹੁਣ ਜਤਿੰਦਰ ਸਿੰਘ ਗਿੱਲ ਮੇਰੇ ਨਾਲ ਨੇ, ਉਹਨਾਂ ਤੋਂ ਵੀ ਪੁੱਛਦੇ ਹਾਂ। ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਗਿੱਲ ਸਾਹਿਬ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦਾ ਤੁਸੀਂ ਦੇਖੀ ਹੋਣੀ ਆ ਪ੍ਰੈਸ ਕਾਨਫਰੰਸ ਵਾਲੀ ਵੀਡੀਓ ਸਾਰੀ, ਜਿਹਦੇ ਵਿੱਚ ਉਹਨੂੰ ਸਵਾਲ ਵੀ ਮੁੰਡੇ ਨੂੰ ਪੁੱਛੇ। ਉਹ ਤੁਹਾਡੇ ਤੇ ਦੋਸ਼ ਲਾਉਂਦਾ ਵੀ ਤੁਸੀਂ ਨਾਲ ਜਾ ਕੇ ਉਹਨੂੰ ਵਰਕ ਪਰਮਿਟ ਲੈ ਕੇ ਆਏ ਆ। ਮਨੀ ਜਿਹੜੀ ਦਿੱਤੀ ਆ ਉਹ ਕਹਿੰਦਾ ਮੈਂ ਕਪੂਰ ਨੂੰ ਦਿੱਤੀ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਉਹ ਬਿਲਕੁਲ ਸਹੀ ਗੱਲ ਆ। ਉਹਨੂੰ ਆਪਾਂ ਵਰਕ ਪਰਮਿਟ ਨਹੀਂ, ਉਹ ਵੀਜ਼ਾ ਵਧਾਇਆ ਸੀ ਉਹਦਾ, ਤੇ ਉਦੋਂ ਬਾਅਦ ਉਹ ਕੰਮ ਕਰਨ ਲੱਗ ਗਿਆ ਹਰਪਿੰਦਰਪਾਲ ਸਿੰਘ ਟੂਰ ਦੇ ਨਾਲ, ਤੇ ਉਹ ਆਪਣੇ ਗੁਰਦੁਆਰੇ ਆਇਆ ਹੀ ਨਹੀਂ, ਆਪਣੇ ਨਾਲ ਉਹਨੇ ਕੰਮ ਹੀ ਨਹੀਂ ਕੀਤਾ ਹਨਾ। ਚਲੋ ਕਰੋਨਾ ਹੋ ਗਿਆ, ਆਪਾਂ ਵੀ ਉਹਨੂੰ ਬਾਹਲਾ ਕੋਈ ਗੱਲਬਾਤ ਨਹੀਂ ਕੀਤੀ, ਤੇ ਨਾ ਹੀ ਉਹਦੀ ਕੋਈ ਇਹਨੂੰ ਕੋਈ ਕਿਹਾ ਵੀ ਕੰਪਲੇਂਟ ਕਰਨੀ ਹੈ ਜੇ ਏਦਾਂ ਦੀ ਗੱਲ। ਤੇ ਉਦੋਂ ਬਾਅਦ ਉਹ ਟੂਰ ਦੇ ਨਾਲ ਹੀ ਹਜੇ ਤੱਕ ਕੰਮ ਕਰਦਾ ਉਹ ਗਟਰਾਂ ਦਾ। ਤੇ ਉਹਨਾਂ ਨੇ ਉਹ ਜਿਹੜਾ ਕਹਾਣੀ ਘੜ ਕੇ ਤੇ ਜਿਵੇਂ ਵੀ ਬਦਨਾਮ ਕਰਨ ਵਾਲੀ ਗੱਲ ਆਪੋਜੀਸ਼ਨ ਵੱਲੋਂ ਉਹਨਾਂ ਨੇ ਆ ਪ੍ਰੈਸ 'ਚ ਹੁਣ ਰੌਲਾ ਜਿਹਾ ਪਾਇਆ ਵੀ ਇਹ ਜੀ ਆਹ ਹੋਇਆ ਏਦਾਂ ਹੋਇਆ। ਉਹਦੇ ਵਿੱਚ ਗੱਲ ਇਹ ਆ ਵੀ ਦੇਖੋ, ਜੇ ਉਹਦੇ ਨਾਲ ਫਰਾਡ ਹੋਇਆ, ਅਸੀਂ ਆਲਰੇਡੀ ਕਪੂਰ ਤੇ ਜਿਹੜੀ ਮੈਂ ਆਪਦੇ ਲੈਵਲ ਤੇ ਕੰਪਲੇਂਟ ਪਾ ਕੇ ਉਹਦਾ ਆਫਿਸ ਤੱਕ ਆ ਜਿਹੜਾ ਉਹ ਬੰਦ ਹੋ ਗਿਆ ਉੱਥੇ। ਤੇ ਜੇ ਉਹਦੇ ਕੋਲ ਕੋਈ ਡਾਕੂਮੈਂਟ ਹੈਗੇ ਆ ਤਾਂ ਉਹ ਨਾਲ ਆਵੇ ਮੇਰੇ, ਤੇ ਜਾਂ ਵਕੀਲ ਕੀਤਾ ਅਸੀਂ ਉਹਦੇ ਨਾਲ ਜਾ ਕੇ, ਵਕੀਲ ਆ ਜਿਹੜਾ ਉਹਦੇ ਨਾਲ ਗੱਲ ਕਰ ਲਵੇ ਤੇ ਡਾਕੂਮੈਂਟ ਦਵੇ। ਹੋਰ ਕੇਸ ਆ ਜਿਹੜਾ ਸਟਰੋਂਗ ਹੋਵੇ ਵੀ ਜੇ ਕੋਈ ਉਹਨੂੰ ਕੋਈ ਡਾਕੂਮੈਂਟ ਜਾਲੀ ਦਿੱਤੇ ਆ ਤਾਂ ਅਸੀਂ ਉਹਦੇ ਲੈਵਲ ਤੇ ਸਾਡਾ ਕੇਸ ਹੋਰ ਸਟਰੋਂਗ ਹੋਊਗਾ। ਜੇ ਕਿਸੇ ਨੇ ਕੋਈ ਉਹਦੇ ਨਾਲ ਠੱਗੀ ਮਾਰੀ ਉਹ ਕਹਿੰਦਾ ਤਾਂ ਉਹ ਸਿਰਫ ਇੱਕ ਹੀ ਗੱਲ ਉਹ ਲੱਗਿਆ ਹੋਇਆ ਮੀਡੀਆ 'ਚ ਵੀ ਜਾ ਕੇ ਉਸਤਨਾਮ ਹੋਣੀ ਹੈ ਜਿਹੜੇ ਉਹਨਾਂ ਨੂੰ ਲੱਗਿਆ ਵੀ ਸਾਨੂੰ ਛੇਤੀ ਗੁਰਦੁਆਰੇ ਦੀ ਪ੍ਰਧਾਨਗੀ ਮਿਲ ਜੇ, ਵੀ ਨਹੀਂ ਤਾਂ ਅਸੀਂ ਮਰਦੇ ਜਾਂਦੇ ਹਾਂ ਤੇ ਹੈਪੀ ਨੂੰ ਬਦਨਾਮ ਕਰ ਲਓ। ਉਹਦੇ ਪਿੱਛੇ ਲੱਗੇ ਹੋਏ ਆ। ਉਹਨਾਂ ਨੂੰ ਉਹ ਗੁਰਦੁਆਰੇ ਦਾ ਨਾਂ ਦਾ ਉਹ ਜੋੜ ਕੇ ਉਹਨਾਂ ਨੂੰ ਇਹ ਆ ਵੀ ਛੇਤੀ ਇਹਨੂੰ ਕੱਢ ਦੇਵੇ ਸੰਗਤ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹਨੂੰ ਰੱਖਣਾ ਨਹੀਂ ਰੱਖਣਾ, ਉਹ ਚੌਧਰ ਤੇ ਕਦੇ ਮੜੀਆਂ ਦੀ ਪ੍ਰਧਾਨਗੀ ਭਾਲਦੇ ਆ, ਕਦੇ ਮੜੀਆਂ ਚਾਹ ਦੇ ਮੁੰਡੇ ਨੂੰ ਪਾ ਦਿੰਦੇ ਆ, ਇਹੋ ਜਿਹੇ ਕੰਮ ਕਰਦੇ ਆ। ਕਦੇ ਇਸ ਬੰਦੇ ਦੀ ਜ਼ਿੰਦਗੀ ਖਰਾਬ ਕਰਨ ਲਈ ਜਦੋਂ ਵੀ ਕੰਮ ਦੇ ਰਹੇ ਹੋ ਤੇ ਕਿਉਂ ਉਹਨੂੰ ਏਦਾਂ ਖਰਾਬ ਕਰਦੇ ਹੋ ਹਨਾ। ਅਸੀਂ ਤਾਂ ਉਹਦੀ ਕੰਪਲੇਂਟ ਕੋਈ ਨਹੀਂ ਕਰੀ ਗੁਰਦੁਆਰਾ ਸਾਹਿਬ ਵੱਲੋਂ। ਜੇ ਉਹ ਕੰਮ ਕਰਦਾ ਆਪਾਂ ਕਹਿੰਦੇ ਐ ਜੇ ਇਨਸਾਨੀਅਤ ਕੋਈ ਬੰਦਾ ਕਰੀ ਚੱਲੇ। ਦੂਜੀ ਗੱਲ ਇਹ ਆ ਵੀ ਉਹਨੇ ਕੰਪਲੇਂਟ, ਉਹਨੂੰ ਲੱਗਦਾ ਉਹਦੇ ਨਾਲ ਕੋਈ ਫਰਾਡ ਹੋਇਆ, ਉਹ ਮੇਰੇ ਨਾਲ ਰਲੇ ਤਾਂ ਜੋ ਆਪਾਂ ਜੇ ਕਪੂਰ ਦਾ ਜਿਵੇਂ ਹੁਣ ਅਸੀਂ ਉਹਦੀ ਇਨਕੁਆਇਰੀ ਲਾਈ ਆ, ਆਫਿਸ ਤੱਕ ਬੰਦ ਕਰਾਇਆ, ਹੋਰ ਨਾਲ ਰਲ ਕੇ ਚੱਲੇ ਤੇ ਆਪਾਂ ਕੇਸ ਆ ਜਿਹੜਾ ਹੋਰ ਸਟਰੋਂਗ ਹੋ ਸਕੇ। ਤੇ ਇਹ ਥੋੜੀ ਆ ਵੀ ਆਪਾਂ ਵੀ ਕਾਨਫਰੰਸ ਕਰਕੇ ਉਹਨਾਂ ਨੇ ਟਾਰਗੇਟ ਇੱਕ ਹੀ ਆ, ਹੈਪੀ 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 ਕਰੀ ਜਾਂਦੇ ਬੈਠੇ ਸਾਰੇ। ਚਲੋ ਕੋਈ ਨਾ, ਚਲੋ ਤੁਸੀਂ ਜਦ ਆਪਣੀ ਜਗ੍ਹਾ ਸਹੀ ਹੋ, ਜਦ ਤੁਸੀਂ ਆਪਣੀ ਜਗ੍ਹਾ ਸਹੀ ਹੋ ਫਿਰ ਕੋਈ ਮੁਸ਼ਕਲ ਨਹੀਂ ਹੋ ਸਕਦੀ।
ਇਹ ਕਪੂਰ ਕਿਵੇਂ ਗੁਰਦੁਆਰਾ ਸਾਹਿਬ ਦੇ ਤੇ ਇਹਦੇ ਵਿੱਚ ਕਪੂਰ ਕਿਵੇਂ ਆ ਗਿਆ? ਗੁਰਦੁਆਰਾ ਸਾਹਿਬ ਨੇ ਰਾਗੀ ਚਾਹੀਦਾ ਅੱਗੇ ਤੁਸੀਂ ਏਜੰਟਾਂ ਦੇ ਰਾਹੀਂ ਕੋਈ ਨਹੀਂ ਇਹ ਆਪਣੇ ਨਾਲ ਦਾ ਕੋਈ ਲਿੰਕ ਨਹੀਂ ਸੀ। ਇਹਦਾ ਮੁੰਡੇ ਦਾ ਵੀਜ਼ਾ ਮੈਂ ਵਧਾਇਆ ਤੇ ਉਸ ਤੋਂ ਬਾਅਦ ਇਹ ਉਹਦੇ ਕੋਲ ਕਪੂਰ ਕੋਲ ਕਿਤੇ ਚਲੇ ਗਿਆ। ਜਾਂ ਤਾਂ ਇਹਨੂੰ ਇਹ ਹੋਇਆ ਵੀ ਮੈਂ ਕੋਈ ਇਹ ਜਿਹੜੇ ਕਿ ਨਾ ਆਮ ਜੱਥੇ ਆਉਂਦੇ ਆ ਜਾਂ ਆਪਣੇ ਕੋਲੇ ਕਿਸੇ ਦੇ ਵੀਜ਼ੇ ਵਧਾਉਣੇ, ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਸਾਨੂੰ ਇਹ ਪੱਕਾ ਕਰਾ ਸਕਦੇ ਆ ਹਨਾ, ਤੇ ਚਲੋ ਪੱਕੇ ਹੁੰਦੇ ਵੀ ਆ ਇਹ ਹਨਾ। ਤੇ ਜੇ ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ, ਚਲੋ ਉਹ ਵੀ ਕਪੂਰ ਨੇ ਉਹਦੇ ਨਾਲ ਠੱਗੀ ਮਾਰੀ ਆ ਤਾਂ ਉਹਦਾ ਰੀਜ਼ਨ ਇਹ ਨਹੀਂ ਵੀ ਪ੍ਰੈਸ 'ਚ ਜਾਓ ਜਾਂ ਆਪਾਂ ਰੌਲਾ ਪਾਓ, ਤੇ ਸਾਡੇ ਜਿਵੇਂ ਅਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਆ ਤੇ ਕਾਨੂੰਨੀ ਕਾਰਵਾਈ ਕਰੋ ਤੇ ਉਹ ਕੰਪਲੇਂਟ ਆ ਜਿਹੜੀ ਸਾਡੀ ਪਾਈ ਹੋਈ ਆ ਨਾਲ ਰਲੇ। ਹੁਣ ਸਾਡੀ ਕੰਪਲੇਂਟ ਦੇ ਵਿੱਚ ਪਾਇਆ ਹੋਇਆ ਵੀ ਉਹਨੇ ਜਾਲੀ ਡਾਕੂਮੈਂਟ ਬਣਾਏ ਆ ਤੇ ਉਹਦਾ ਕੇਸ ਤਾਂ ਸਟਰੋਂਗ ਤਾਂ ਹੀ ਹੋਊਗਾ ਜੇ ਇਹ ਸਾਨੂੰ ਉਹ ਡਾਕੂਮੈਂਟ ਦਊਗਾ। ਹੁਣ ਇਹ ਤੁਹਾਨੂੰ ਮੈਂ ਦੱਸਦਾ ਕੈਲਗਰੀ ਤੱਕ ਸਤਨਾਮ ਹੁਣੀ ਇਹਨੂੰ ਬਿਠਾ ਕੇ ਗੱਡੀ 'ਚ ਲੈ ਕੇ ਗਏ ਆ, ਨਾਲ ਪੱਟਾ ਤੇ ਨਾਲ ਤੂਰ ਵੀ ਜਤਿੰਦਰ ਤੇ ਕੰਪਲੇਂਟ ਕਰ ਕਿਸੇ ਢੰਗ ਨਾਲ। ਭਲੇ ਮੇਰੇ ਕੰਪਲੇਂਟ ਦਾ ਕੀ ਹੋਣਾ, ਜਿਹੜਾ ਸਭ ਤੋਂ ਪੈਸੇ ਲੈ ਕੇ ਉਹਦੀ ਕੰਪਲੇਂਟ ਕਰੋ। ਅੱਛਾ, ਲਾਸਟ ਟਾਈਮ ਜਦ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਆਹ ਸੁਸਾਇਟੀਆਂ ਬਣੀਆਂ, ਤੁਹਾਡਾ ਨਾਂ ਆ, ਤੁਸੀਂ ਕਹਿੰਦੇ ਸੀ ਵੀ ਮੇਰਾ ਨਾਂ ਨਹੀਂ, ਇਹ ਵਾਕਈ ਹੁਣ ਨਾਂ ਤੁਹਾਡਾ ਹੀ ਆ ਗੁਰਸਿੱਖ ਟੈਂਪਲ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ ਤੇ? ਮੈਂ ਬਿਲਕੁਲ ਸਹੀ ਆ, ਮੇਰੇ ਨਾਂ ਤੇ 5 ਸੁਸਾਇਟੀਆਂ ਨੇ, ਮੈਂ ਸਾਰੀਆਂ ਸੁਸਾਇਟੀਆਂ ਦਾ ਫਿਗਰ ਆਊਟ ਕਰ ਲਿਆ ਤੇ ਜਿਹਦੇ ਵਿੱਚ ਮੇਰਾ ਨਹੀਂ ਸੀ ਨਾਂ ਜਾਂ ਕਿਸੇ ਭੁਲੇਖੇ ਨਾਲ ਪਿਆ ਸੀ ਉਹ ਮੈਂ ਕਰਤਾ। ਇਹ ਮੇਰਾ ਪਰਸਨਲ, ਹੁਣ ਅਸੀਂ ਆਪਦੇ ਮਕਸਦ ਲਈ ਜਿਹੜੀਆਂ ਬਣਾਉਂਦੇ ਆ, ਕੋਈ ਉਹਦਾ ਕਿਸੇ ਦਾ ਢੰਗ ਕਿਸ ਤਰ੍ਹਾਂ ਦਾ, ਕਿਸੇ ਨੂੰ ਕਿਸ ਤਰ੍ਹਾਂ, ਜਿੱਦਾਂ ਵੀ ਅਸੀਂ ਆਪਦੇ ਵੱਲੋਂ ਲੋਕ ਸੇਵਾ ਜਿਹੜੀ ਆ ਕਰਦੇ ਆ, ਉਹਨੂੰ ਕਿਸੇ ਨੂੰ ਗਲਤ ਲੱਗਦਾ ਉਹ ਅਗਲੀ ਦੀ ਮਰਜ਼ੀ ਆ। ਅਸੀਂ ਆਪਦੇ ਜਾਣੀ ਨਹੀਂ ਚਾਹੇ ਤੁਸੀਂ ਮੈਨੂੰ ਇਹ ਕਹਿੰਦੇ ਸੀ ਉਸ ਦਿਨ ਵੀ ਨਹੀਂ ਮੈਂ ਨਹੀਂ ਬਣਾਈਆਂ, ਤੁਸੀਂ ਇਹ ਕਹਿੰਦੇ ਸੀ, ਮੈਂ ਤੁਹਾਨੂੰ ਇਹ ਕਹਿੰਦਾ ਵੀ ਤੁਹਾਡੀ ਆਈਡੀ ਨਾ ਚੋਰੀ ਹੋ ਗਈ ਹੋਵੇ, ਤੁਸੀਂ ਚੈੱਕ ਕਰ ਲਈ। ਇੱਕ ਸੁਸਾਇਟੀ ਦਾ ਪੁੱਛਿਆ ਸੀ, ਮੇਰੇ ਤੋਂ ਇੱਕ ਸੁਸਾਇਟੀ ਦਾ ਪੁੱਛਿਆ ਸੀ ਵੀ ਤੁਹਾਡਾ ਉਹਦੇ ਵਿੱਚ ਨਾਮ ਬੋਲਦਾ, ਉਹਦੇ ਵਿੱਚ 2 ਬੰਦਿਆਂ ਦਾ ਹੋਰ ਨਾਂ। ਮੈਂ ਤੁਹਾਨੂੰ ਕਿਹਾ ਸੀ ਵੀਰ ਜੀ ਮੈਂ ਪਤਾ ਕਰਕੇ ਦੱਸ ਦੂੰ ਹਨਾ, ਉਹਦੇ ਵਿੱਚ ਮੈਂ ਆਲਰੇਡੀ ਪਤਾ ਕਰਿਆ ਤੇ ਉਹਦੇ ਵਿੱਚ ਮੇਰਾ ਨਾਂ ਹੁਣ ਨਹੀਂ ਹੈਗਾ। ਮੈਂ ਉਹ ਪੁੱਛਿਆ ਬੰਦੇ ਨੂੰ, ਉਹ ਕਹਿੰਦੇ ਵੀ ਦੇਖ ਤੇਰਾ ਨਾਂ ਜਿਹੜਾ ਵੀ ਸਾਨੂੰ ਪੇਪਰ ਹੈਗਾ, ਮੈਨੂੰ ਪੇਪਰ ਹੈ ਜਿਹੜੇ ਉਹ ਤੁਹਾਡੇ ਕੋਲ ਮਿਲੇ ਸੀ, ਮੈਂ ਉਹਦਾ ਫਿਗਰ ਆਊਟ ਕਰ ਲਿਆ। ਮੈਂ ਜਦੋਂ ਉਹਦਾ ਦੁਬਾਰਾ ਦੇਖਿਆ ਹਨਾ ਵਕੀਲ ਕੋਲ ਜਾ ਕੇ, ਮੇਰਾ ਉਹਦੇ ਵਿੱਚ ਨਾਂ ਨਹੀਂ ਹੈਗਾ। ਵਕੀਲ ਕਹਿੰਦਾ ਵੀ ਜਦੋਂ ਤੇਰਾ ਨਾਂ ਨਹੀਂ ਹੈਗਾ ਤੂੰ ਕੁਛ ਨਹੀਂ ਕਰ ਸਕਦਾ, ਪਹਿਲਾਂ ਸੀਗਾ ਆਲਰੇਡੀ ਮੂਵ ਹੋ ਗਿਆ, ਕਹਿੰਦਾ ਵੀ ਇਹ 'ਚ ਹੁਣ ਕੁਛ ਨਹੀਂ ਕਰ ਸਕਦਾ। ਓਕੇ ਤੇ ਗੁਰਸਿੱਖ ਟੈਂਪਲ ਵਾਲੀ 'ਚ ਇਹ ਤਿੰਨਾਂ ਦੇ ਤੁਹਾਡੇ ਨਾਂ ਆ? ਦੇਖੋ ਜੀ ਜਤਿੰਦਰ ਵੀਰ ਜੀ, ਇੱਕ ਸੈਕਿੰਡ, ਬਿਲਕੁਲ ਸਾਡੀ ਇਹ ਸੁਸਾਇਟੀ ਆ, ਅਸੀਂ ਬਣਾਈ ਹੋਈ ਆ, ਲੀਗਲੀ ਇਹਦਾ ਨਾਂ ਆ। ਓਕੇ ਹਾਂਜੀ। ਤੇ ਜਿਹੜੀਆਂ ਬਾਕੀ ਸਵਾਲ ਤੁਹਾਨੂੰ ਮੈਨੂੰ ਨਹੀਂ ਕੋਈ ਮੈਂ ਪੁੱਛਣ ਦੀ, ਮੇਰੀ ਤਾਂ ਗੱਲ ਇਹ ਸੀ ਵੀ ਲਾਸਟ ਟਾਈਮ ਤੁਸੀਂ ਗੱਲ ਜਿਹੜੀ ਕੀਤੀ ਸੀ ਉਹ ਮੈਂ ਤੁਹਾਡਾ ਕਰ ਰਿਹਾ, ਤੁਸੀਂ ਆਪਣੀ ਲਾਸਟ ਟਾਈਮ ਵਾਲੀ ਦਾ ਹਾਂ ਬਸ ਠੀਕ ਹੈ। ਜਿਹੜੀ ਆਹ ਤਿੰਨੇ ਮੈਂਬਰ ਨੇ, ਗੱਲ ਸੁਣੋ ਮੇਰੀ, ਜੇ ਇਸ ਬੰਦੇ ਨਾਲ ਫਰਾਡ ਹੋਇਆ ਮੇਰੇ ਨਾਲ ਚੱਲੇ, ਮੇਰਾ ਵਕੀਲ ਕੀਤਾ ਗੁਰਪ੍ਰੀਤ ਸਿੰਘ ਬਾਅਦ, ਉਹਦੇ ਨਾਲ ਗੱਲ ਕਰ ਲਵੇ। ਜੇ ਕਪੂਰ ਦੇ ਆਲਰੇਡੀ ਆਫਿਸ ਤੱਕ ਬੰਦ ਕਰਾ ਦਾ, ਜੇ ਬੰਦੇ ਨਾਲ ਸੱਚੀ ਹੋਇਆ ਫਰਾਡ ਤਾਂ ਉਹਦੇ ਕੋਲ ਜਾ ਕੇ ਜੋ ਵੀ ਇਹਦੇ ਨਾਲ ਫਰਾਡ ਹੋਇਆ ਉਹਨੂੰ ਸਟੇਟਮੈਂਟ ਦੇ ਦੇਵੇ, ਜਾਂ ਇਹ ਪੇਪਰ ਮੈਨੂੰ ਦੇਵੇ। ਇਹ ਕੰਮ ਅਨਲੀਗਲੀ ਕਰਦਾ ਰਿਹਾ ਹਰਵਿੰਦਰ ਸਿੰਘ ਤੂਰ ਦੇ ਨਾਲ, ਜਿਹੜੇ ਕਿ ਸਾਤੋਂ ਆਪੋਜੀਸ਼ਨ ਵਾਲੇ ਆ, ਉਹਨਾਂ ਨੇ ਜਾਣ ਕੇ ਇਹਨੂੰ ਜਾਣੀ ਤੇ ਲੋਕਾਂ 'ਚ ਰੌਲਾ ਪਾਉਣ ਦੇ ਕਰਕੇ ਇਹਨੂੰ ਵਰਤਿਆ। ਸਿਰਫ ਉਹਨਾਂ ਨੂੰ ਇੱਕੋ ਹੀ ਆ ਵੀ ਸਾਨੂੰ ਗੁਰਦੁਆਰੇ ਦੇ ਵਿੱਚ ਚੌਧਰ ਮਿਲੇ, ਉਸ ਚੌਧਰ ਨਾ ਮੈਂ ਦੇਣੀ ਆ ਨਾ ਹੋਰ ਨੇ, ਸੰਗਤ ਨੇ ਦੇਣੀ ਆ, ਗੁਰੂ ਮਹਾਰਾਜ ਨੇ ਬਖਸ਼ਣੀ। ਇਹ ਜਿੰਨਾ ਰੌਲਾ ਝੂਠ ਪਤਵਾਨ ਕਰਦੇ, ਕੱਲ ਮੈਂ ਉਹ ਸਾਰੀ ਪ੍ਰੈਸ ਦੀ ਸੁਣੀ ਆ, ਉਹ ਇੱਕੋ ਹੀ ਗੱਲ ਕਹਿੰਦਾ ਮੇਰੇ ਨਾਲ ਜੇ ਕਪੂਰ ਨੂੰ ਮੈਂ ਪੈਸੇ ਦਿੱਤੇ ਆ, ਜੇ ਉਹਨੇ ਪੈਸੇ ਦਿੱਤੇ ਆ ਤਾਂ ਸਾਡੇ ਨਾਲ ਆਵੇ, ਸਾਡਾ ਕੇਸ ਸਟਰੋਂਗ ਕਰੇ। ਓਕੇ, ਅਸੀਂ ਪਿਛਲੀ ਵਾਰ ਮੈਂ ਤੁਹਾਨੂੰ ਰਹੀ ਕਰਦੇ ਆ ਵੀ ਵੀਰ ਜੀ ਆਓ, ਮੈਂ ਤੁਹਾਨੂੰ ਪਿਛਲੀ ਵਾਰ ਹੈਪੀ ਜੀ ਮੈਂ ਕਿਹਾ ਸੀ ਮਲਕੀਤ ਸਿੰਘ ਨੂੰ ਤੁਸੀਂ ਜਾਣਦੇ, ਤੁਸੀਂ ਕਿਹਾ ਮੈਂ ਜਾਣਦਾ ਨਹੀਂ, ਤੁਸੀਂ ਜਾਣਦੇ ਹੋ ਬੰਦੇ ਨੂੰ? ਵੀਰ ਜੀ ਹੁਣ ਮੈਂ ਉਹਨੂੰ ਜਾਣਦਾ, ਹੁਣ ਉਹਦੇ ਕੋਲ ਮੈਂ ਕੱਲ ਵੀ ਜਾ ਕੇ ਆਇਆ, ਉਹ ਤੁਹਾਡਾ ਹੀ ਤੁਸੀਂ ਬਣਾਉਣ ਵਾਲੇ, ਮੈਂ ਤੁਹਾਨੂੰ ਦੱਸਾਂ ਉਹਦੇ ਕੋਲ ਜਾ ਕੇ ਆਇਆ, ਮਲਕੀਤ ਸਿੰਘ ਸਰਤਾਜ ਕੋਲੇ ਵੀ ਜਾ ਕੇ ਆਇਆ। ਮੈਂ ਨਹੀਂ ਮਿਲਾਉਣ ਵਾਲਾ, ਮੈਂ ਤਾਂ ਤੁਹਾਡਾ ਨਾਂ ਹੀ ਤੁਹਾਨੂੰ ਨਾਂ ਹੀ ਦੱਸਿਆ।
ਨਹੀਂ ਉਹ ਮੈਂ ਹੋ ਸਕਦਾ ਜੇ ਤੁਸੀਂ ਨਾਂ ਨਾ ਦੱਸਦੇ ਮੈਂ ਮਿਲਣਾ ਹੀ ਨਹੀਂ ਸੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਤੁਸੀਂ ਦੱਸਤਾ, ਮੈਂ ਇਨਕੁਆਇਰੀਆਂ ਕਰੀਆਂ, ਪਤਾ ਲੱਗਿਆ। ਹੁਣ ਵੀ ਮੈਂ ਕਹਿੰਦਾ ਜਿਹੜਾ ਪ੍ਰਭਜੋਤ ਸਿੰਘ ਆ ਉਹ ਜਾਵੇ, ਉਹਦੇ ਕੋਲ ਗੁਰਪ੍ਰੀਤ ਬਾਦ ਕੋਲੇ ਆਪਦੀ ਸਟੇਟਮੈਂਟ ਦਿਆਵੇ ਜੋ ਕਾਨੂੰਨੀ ਉਹਦੇ ਨਾਲ ਜੇ ਕੋਈ ਫਰਾਡ ਹੋਇਆ ਕਿਸੇ ਕਿਸਮ ਦਾ ਕੈਨੇਡਾ 'ਚ, ਉਹ ਆਪਦੇ ਲੈਵਲ ਤੇ ਕਰੇ। ਉਹ ਰੌਲਾ ਕਾਹਦੇ ਪਈ ਜਾਂਦਾ? ਜਾ ਕੇ ਜਿਹਨੇ ਪੈਸੇ ਲਏ ਆ ਉਹ ਤੇ ਕਾਨੂੰਨੀ ਕਾਰਵਾਈ ਕਰੇ। ਜੇ ਮੇਰੇ 'ਚ ਕੋਈ ਗਲਤੀ ਮੇਰੇ ਤੇ ਵੀ ਕਾਨੂੰਨੀ ਕਾਰਵਾਈ ਕਰੇ। ਧੰਨਵਾਦ, ਥੈਂਕ ਯੂ। ਥੈਂਕ ਯੂ ਜੀ, ਧੰਨਵਾਦ ਤੁਹਾਡਾ, ਥੈਂਕ ਯੂ। ਇਹ ਸੀ ਜੀ ਪਹਿਲਾਂ ਤੁਸੀਂ ਜਸਕਰਨ ਸਿੰਘ ਹੋਣਾ ਤੋਂ ਸੁਣਿਆ। ਉਹ ਇੱਕ ਗਰੁੱਪ ਹੈ ਜਿਹੜੇ ਉਹ ਮੁੰਡੇ ਨੂੰ ਨਾਲ ਲੈ ਕੇ ਆਏ, ਵਿਕਟਮ ਜਿਹੜਾ ਕਹਿੰਦਾ ਆਪਣੇ ਆਪ ਨੂੰ। ਪਿਛਲੀ ਵਾਰ ਦੀ ਕਨਵਰਸੇਸ਼ਨ ਜਿਹੜੀ ਮੇਰੀ ਹੈਪੀ ਉਹਨਾਂ ਨਾਲ ਸੀ, ਜਤਿੰਦਰ ਸਿੰਘ ਗਿੱਲ ਉਹਨਾਂ ਨਾਲ, ਜਦ ਗੱਲ ਗੁਰਦੁਆਰਾ ਸਾਹਿਬ ਸਰੀ ਡੈਲਟਾ ਤੋਂ ਚੱਲੀ ਤਾਂ ਉਸ ਤੋਂ ਬਾਅਦ ਫਿਰ ਆਪਾਂ ਸੁਸਾਇਟੀਆਂ, 5 ਸੁਸਾਇਟੀਆਂ ਜਿਹੜਾ ਮੈਂ ਤੁਹਾਨੂੰ ਨਾਮ ਪੜ੍ਹਿਆ ਇਹਦੇ ਬਾਰੇ ਪੁੱਛਿਆ ਤਾਂ ਜਤਿੰਦਰ ਸਿੰਘ ਗਿੱਲ ਉਹਨਾਂ ਨੇ ਕਿਹਾ ਸੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਤੇ ਹੁਣ ਉਹ ਕਹਿੰਦੇ ਹਾਂ ਮੈਨੂੰ ਪਤਾ ਹੈ, ਮੈਂ ਉਹਨੂੰ ਚੇਂਜ ਕਰਾਤਾ। ਮੇਰਾ ਵੈਸੇ ਸੁਸਾਇਟੀ ਕਿਸੇ ਦੇ ਨਾਂ ਦੇ ਨਾਲ ਹੈ, ਮੇਰਾ ਹੁਣ ਬੈਠੇ ਦਾ ਇੱਥੇ ਮੈਂ ਰੇਡੀਓ ਤੇ ਪ੍ਰੋਗਰਾਮ ਕਰਦਾ, ਮੇਰਾ ਕੋਈ ਦੋਸਤ ਨਾਂ ਪਾ ਕੇ ਮੇਰੀ ਸੁਸਾਇਟੀ ਮੇਰੇ ਨਾਂ ਤੇ ਨਹੀਂ ਬਣਾ ਸਕਦਾ। ਲਾਅ ਵਕੀਲ ਦੇ ਵੀ ਜਿਹੜਾ ਲਾਇਸੈਂਸ ਜਾਏਗਾ। ਸੋ ਆਹ 5 ਜਿਹੜੀਆਂ ਸੁਸਾਇਟੀਆਂ ਜਿਨ੍ਹਾਂ ਦਾ ਟੂ ਹੂਮ ਇਟ ਮੇ ਕੰਸਰਨ, ਖਾਲਸਾ ਦੀਵਾਨ ਸੁਸਾਇਟੀ ਨੇ ਕਿਹਾ, ਗੁਰਸਿੱਖ ਟੈਂਪਲ ਤੇ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ, ਨਾਮਰਸ ਸਿੱਖ ਸੇਵਾ ਸੁਸਾਇਟੀ, ਬਾਬਾ ਦੀਪ ਸਿੰਘ ਸਿੱਖ ਸੁਸਾਇਟੀ, ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ, ਸਿੱਖ ਚਿਲਡਰਨ ਕਲਚਰਲ ਐਂਟਰਟੇਨਮੈਂਟ ਸੁਸਾਇਟੀ। ਇਹਦੇ ਵਿੱਚੋਂ ਇੱਕ ਸੁਸਾਇਟੀ ਸੀ ਜਿਹਦੇ ਵਿੱਚ ਜਤਿੰਦਰ ਸਿੰਘ ਗਿੱਲ ਦੇ ਨਾਲ ਇਹਨਾਂ ਦੇ ਬ੍ਰਦਰ ਵੀ ਡਾਇਰੈਕਟਰ ਸੀ। ਇੱਕੋ ਹੀ ਐਡਰੈਸ ਸੀ ਉਹਨਾਂ ਦਾ ਜਿਹੜਾ ਫਲੈਗਮੈਨ ਨਾਲ, ਤੇ ਜਿਹਦੇ ਵਿੱਚ ਉਹ ਕਹਿੰਦੇ ਨਹੀਂ ਮੈਨੂੰ ਕਿਸੇ ਦਾ ਨਹੀਂ ਪਤਾ, ਮੇਰੀ ਕੋਈ ਸੁਸਾਇਟੀ ਨਹੀਂ। ਹੁਣ ਉਹ ਕਹਿੰਦੇ ਵੀ ਹਾਂ ਮੈਨੂੰ ਪਤਾ ਲੱਗ ਗਿਆ ਪਰ ਮੈਂ ਨਾਂ ਉਹਦੇ ਚੋਂ ਕਢਾ ਰਿਹਾ। ਸੋ ਸਾਰੀ ਕਨਵਰਸੇਸ਼ਨ ਤੁਸੀਂ ਸੁਣੀ ਹੈ। ਪਰ ਕੱਲ ਇੱਕ ਚਿੱਠੀ ਜਿਹੜੀ ਦੋਨੇ ਵੱਡੀਆਂ ਗਰੁੱਪਾਂ ਨੇ, ਜਿਹੜਾ BC ਗੁਰਦੁਆਰਾ ਕੌਂਸਲ ਤੇ ontario ਗੁਰਦੁਆਰਾ ਕਮੇਟੀ ਨੇ ਮਿਨਿਸਟਰ ਆਨਰੇਬਲ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਨੂੰ ਲਿਖ ਦਿੱਤੀ ਹੈ। ਉਹਨਾਂ ਨੇ ਕਹਿ ਦਿੱਤਾ ਹੈ ਕਿ ਬਈ ਇੱਥੇ ਫਰਾਡ ਹੋ ਰਿਹਾ ਹੈ। ਇਹ ਸਾਰੀਆਂ ਜਿੰਨੀਆਂ ਸੋ ਕਾਲਡ ਸੁਸਾਇਟੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਚੈੱਕ ਕਰੋ। ਕਹਿੰਦੇ ਜੇਸਨ ਕੈਨੀ ਨੇ ਇੱਕ ਵਾਰ ਮੀਟਿੰਗ ਕੀਤੀ ਜਦ ਕੰਸਰਵੇਟਿਵ ਵਾਲਿਆਂ ਦੀ ਸਰਕਾਰ ਸੀ, ਗੁਰਦੁਆਰੇ ਵਾਲੇ ਸਾਰੇ ਸੱਦ ਲਿਓ, ਕਹਿੰਦੇ ਸਾਨੂੰ ਜਥੇ ਨਹੀਂ ਦਿੰਦੇ, ਤੁਸੀਂ ਜਥੇ ਦਿਓ ਸਾਨੂੰ। ਜੇਸਨ ਕੈਨੀ ਨੇ ਪਲੰਦਾ ਕੱਢ ਕੇ ਇੱਕ ontario ਦੇ ਗੁਰਦੁਆਰੇ ਵਾਲਿਆਂ ਨੂੰ ਕਿਹਾ ਵੀ ਕਿੰਨੇ ਜਥੇ ਚਾਹੀਦੇ ਨੇ ਸਾਲ ਦੇ। ਉਹ ਕਹਿੰਦਾ ਵੀ ਸਾਲ ਦੇ ਜਥੇ 2-2 ਮਹੀਨੇ ਹੁੰਦੇ ਹੀ ਨੇ, ਵੀ 3 ਜਥੇ ਘੱਟੋ ਘੱਟ 10-15 ਜਥੇ ਸਾਨੂੰ ਚਾਹੀਦਾ। ਉਹ ਕਹਿੰਦਾ ਵੀ ਤੁਸੀਂ 750 ਜਥਿਆਂ ਦੀ ਐਪਲੀਕੇਸ਼ਨ ਪਾਈ ਹੋਈ ਹੈ ਇੱਕ ਸਾਲ ਦੀ, ਮਤਲਬ ਇੱਕ ਦਿਨ 'ਚ ਤੁਹਾਨੂੰ 2 ਜਥੇ ਚਾਹੀਦੇ ਆ। ਜਾਨੂੰ ਇੱਕ ਦੂਜਾ ਬੋਲਿਆ ਕਹਿੰਦਾ ਤੂੰ ਵੀ ਆ ਜਾ, ਤੁਸੀਂ ਕਹਿੰਦਾ 350 ਦੀ ਪਾਈ ਹੈ। ਜਾਨੂੰ ਸਰੀ ਵਾਲੇ ਆ ਗਏ ਕਹਿੰਦੇ ਤੈਂ 250 ਦੀ ਪਾਈ ਆ, ਤੈਂ 300 ਦੀ ਪਾਈ ਆ। ਇਹ ਜਦ ਪਹਿਲਾਂ ਉੱਪਰੋਂ ਹੁੰਦਾ, ਥੱਲਿਓਂ ਇਹ ਸੁਸਾਇਟੀਆਂ ਹੁਣ ਬਣ ਗਈਆਂ। ਮੇਨ ਗੁਰਦੁਆਰਾ ਸਾਹਿਬ ਤੋਂ ਅੱਗੇ ਇਹਦੇ 'ਚ ਕੋਈ LMIA ਇਨਵੋਲਵ ਨਹੀਂ। ਇਹਦੇ 'ਚ ਗੁਰਦੁਆਰਾ ਸਾਹਿਬ ਅਪਲਾਈ ਕਰਦਾ ਵੀ ਫਲਾਣਾ ਰਾਗੀ ਫਲਾਣਾ ਢਾਡੀ ਸਾਨੂੰ ਚਾਹੀਦਾ, ਉਹਨੂੰ ਵੀਜ਼ਾ ਲੱਗ ਜਾਂਦਾ, ਉੱਥੇ ਉਹ ਰਾਗੀ ਢਾਡੀ ਹੋਵੇ ਬਸ। ਇਹ LMIA ਨਹੀਂ ਇਹਦੇ 'ਚ ਹੁੰਦੀ। LMIA ਜਿਹੜੀਆਂ ਹੋਰ ਵਰਕ ਕੰਮ ਵਾਲੀਆਂ ਕੰਪਨੀਆਂ 'ਚ ਹੁੰਦੀ ਹੈ, ਰਿਲੀਜੀਅਸ ਸੁਸਾਇਟੀ 'ਚ LMIA ਨਹੀਂ ਹੁੰਦੀ। 2012 ਤੋਂ ਇਹ ਵਧੀਆ ਇਹਨਾਂ ਨੂੰ ਸਿਸਟਮ ਲਾਗੂ ਕੀਤਾ ਸੀ, ਅਪ੍ਰੈਲ 2012 ਤੋਂ। ਤੇ ਐਨੂਅਲੀ ਕੰਟੈਕਟ ਵੀਜ਼ਾ ਆਫਿਸ ਚੰਡੀਗੜ੍ਹ ਵਾਲਾ ਕਰਦਾ ਸੀ ਗੁਰਦੁਆਰਿਆਂ ਨੂੰ ਵੀ ਆਹ ਬੰਦੇ ਆ ਗਏ ਤੁਹਾਡੇ ਕੋਲੇ, ਕਿੱਥੇ ਨੇ। ਦੇਖੋ ਇਹ ਬੰਦੇ ਗੁਰਦੁਆਰਿਆਂ 'ਚ ਆਉਂਦੇ ਰਹੇ, ਗੁਰਦੁਆਰਿਆਂ 'ਚੋਂ ਭੱਜਦੇ ਰਹੇ, ਕੋਈ ਨਵਾਂ ਕੰਮ ਨਹੀਂ। ਹੁਣ ਇਹ ਜਦ ਬਾਹਰ LMIA ਮਿਲਣ ਲੱਗ ਗਈਆਂ ਤਾਂ ਸੁਸਾਇਟੀਆਂ, ਹੁਣ ਆਹ ਤਾਂ 5 ਸੁਸਾਇਟੀਆਂ ਦਾ ਪਤਾ ਲੱਗਿਆ, ਘੱਟੋ ਘੱਟ ਮੈਨੂੰ ਲੱਗਦਾ 1000 ਤੋਂ 1500 ਸੁਸਾਇਟੀ ਹੋਊ ਸਾਰੇ ਕੈਨੇਡਾ 'ਚ। ਔਰ ਇਹਦੇ 'ਚ ਕੋਈ ਵੀ ਨਾਤਾ ਨਹੀਂ ਹੋਇਆ ਦੁੱਧ ਦਾ। ਇੱਥੇ ਕੋਈ ਵੀ ਵਿਰਲਾ ਹੀ ਹੈ ਜਿਹੜਾ ਕੋਈ ਬਚਿਆ ਹੋ ਵੀ ਜਿਹਨੇ ਨਾ ਕੋਈ ਸੱਦਿਆ ਹੋਵੇ ਨਾ ਪੱਕਾ ਕਰਾਇਆ ਹੋ। ਵਪਾਰਕ ਸੰਦੇਸ਼ ਇਸ ਤੋਂ ਬਾਅਦ ਅਗਲੇ 20 ਮਿੰਟ ਤੁਹਾਡੀਆਂ ਕਾਲਜ ਸੰਖੇਪ ਰੱਖਿਓ, ਕਿਸੇ ਤੇ ਦੂਸ਼ਣ ਨਾ ਲਾਇਓ। ਤੁਸੀਂ ਆਪਣਾ, ਕਿਉਂਕਿ ਇਹ ਗੱਲ ਚੱਲ ਰਹੀ ਹੈ, ਇੱਕ ਦੂਜੇ ਨੂੰ ਕਹਿ ਰਹੇ ਨੇ, ਤੁਸੀਂ ਆਪਣਾ ਓਪੀਨੀਅਨ ਦੇ ਦਿਓ ਵੀ ਸਾਨੂੰ ਇਸ ਤਰ੍ਹਾਂ ਲੱਗਦਾ। ਹਰਵਿੰਦਰਪਾਲ ਸਿੰਘ ਤੂਰ ਉਹਨਾਂ ਨੇ ਲਿਖ ਕੇ ਭੇਜਿਆ ਮੈਸੇਜ ਕਿ ਬਿਲਕੁਲ ਇਹ ਬੰਦਾ ਮੇਰੇ ਲਈ ਪ੍ਰਭਜੋਤ ਕੰਮ ਨਹੀਂ ਕਰਦਾ। ਜਤਿੰਦਰ ਗਿੱਲ ਉਹਨਾਂ ਨੇ ਗਲਤ ਇਨਫੋਰਮੇਸ਼ਨ ਦਿੱਤੀ ਆਨ ਏਅਰ, ਮੇਰੇ ਲਈ ਉਹ ਕੰਮ ਨਹੀਂ ਕਰਦਾ। ਇਹ ਉਹਨਾਂ ਨੇ ਤੂਰ ਉਹਨਾਂ ਨੇ ਕਿਹਾ। ਮੈਨੂੰ ਕਲੀਅਰ ਕਰਨ ਦੀ ਲੋੜ ਹੈ ਜਿਹੜੀ ਵੀ ਕੋਈ ਗੱਲ ਕਹਿੰਦਾ ਜਾਂ ਨਾ। ਹਰਮਨ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਗਿੱਲ ਸਾਹਿਬ, ਅਸੀਂ ਦੋਨਾਂ ਪ੍ਰਬੰਧਕਾਂ ਦੀ ਗੱਲ ਸੁਣੀ। ਹੁਣ ਝੂਠ ਦਾ ਝੂਠ, ਸੱਚ ਦਾ ਸੱਚ ਤਾਂ ਸੰਗਤ ਦੇ ਸਾਹਮਣੇ ਆਈ ਗਿਆ ਜੀ। ਦੇਖੋ ਉਦਣ
ਹੈਪੀ ਕਹਿੰਦਾ ਜੀ ਮੈਂ ਜਾਣਦਾ ਹੀ ਨਹੀਂ, ਮੇਰੇ ਸਾਈਨ ਹੀ ਹੈ ਨਹੀਂ। ਹੁਣ ਜਾਂ ਤਾਂ ਇਹ 3 ਬੰਦਿਆਂ ਦਾ ਨਾਮ ਸਾਹਮਣੇ ਆ ਰਿਹਾ ਜੀ, ਇੱਕ ਰਣਜੀਤ ਸੰਧੂ ਆ, ਸੁਰਿੰਦਰਪਾਲ ਸਿੰਘ ਗਰੇਵਾਲ ਆ, ਹੈਪੀ ਆ, ਵੀ ਇਹ 3 ਬੰਦੇ ਹੀ ਸਾਰਾ ਕੁਝ ਕਰ ਰਹੇ ਆ, ਵੀ ਬਾਕੀ ਕਮੇਟੀ ਕੁਝ ਵੀ ਨਹੀਂ ਕਰ ਰਹੀ, ਵੀ ਜਾਂ ਬਾਕੀ ਉਹਨੂੰ ਪਤਾ ਹੀ ਨਹੀਂ ਕੁਝ ਵੀ ਕੀ ਹੋ ਰਿਹਾ, ਵੀ ਬੋਲ ਕਾਤੇ ਨਹੀਂ ਰਹੇ, ਵੀ ਆਪਾਂ ਇਹ ਗਾਂ ਸ਼ਿਮਲਾਪੁਰੀ ਚ ਰਹਿੰਦੇ ਆ, ਵੀ ਬਿਨਾਂ ਸਾਈਨਾਂ ਤੋਂ ਸੁਸਾਇਟੀ ਖੁੱਲ ਗਈ, ਵੀ ਹੋ ਕੀ ਰਿਹਾ ਜੀ ਇੱਥੇ ਕੈਨੇਡਾ ਚ। ਬਿਲਕੁਲ ਕਮਾਲ ਦੀ ਗੱਲ ਹੈ। ਪਰ ਹੁਣ ਜਿਹੜੀ ਗੱਲ ਇਹ ਆ ਹਰਮਨ ਜੀ, ਬਈ ਮੈਨੂੰ ਇਹਦਾ ਰੌਲਾ ਨਹੀਂ ਹੈ। ਦੇਖੋ ਮੈਂ ਪਹਿਲਾਂ ਕਹਿਤਾ ਬਹੁਤ ਨੇ ਇੱਥੇ, ਬਹੁਤ ਆਏ ਹੋਏ ਨੇ, ਪਰ ਹੈਰੀਟੇਜ ਸਾਨੂੰ ਉਹਦਾ ਤੁਸੀਂ ਇਹ ਦੇਖੋ ਹੈਰੀਟੇਜ ਦਾ ਰੁਤਬਾ ਦਿੱਤਾ ਹੋਇਆ, ਤੁਸੀਂ ਅਸੀਂ ਕੀ ਕਰਾਂਗੇ। ਹਾਂ ਬਿਲਕੁਲ, ਤੁਸੀਂ ਇਹ ਦੇਖੋ ਵੀਰ ਜੀ, ਵੀ ਪਰਸਨਲ ਐਡਰੈਸ ਦੇ ਕੇ ਸੁਸਾਇਟੀਆਂ ਖੁੱਲ ਗਈਆਂ। ਐਡੀ ਕੀ ਜ਼ਰੂਰਤ ਪੈ ਗਈ ਵੀ 5-5 6-6 ਸੁਸਾਇਟੀਆਂ ਖੋਲਣ ਦੀ, ਵੀ ਆਪਾਂ ਨੂੰ ਵੀ ਇੱਕ ਦੇ ਅੰਡਰ ਕਾਹਦੇ ਨਹੀਂ ਹੋ ਸਕਦਾ ਸਾਰਾ ਕੁਝ। ਨਾਲੇ ਮੇਨ ਸੁਸਾਇਟੀ ਤੋਂ ਛੋਟੀ ਸੁਸਾਇਟੀ ਆ ਜਿਹੜੀ, ਉਹਦਾ ਨਹੀਂ ਮੈਨੂੰ ਪਤਾ ਲੱਗ ਰਿਹਾ ਵੀ ਉਹ ਕਿਉਂ ਖੁੱਲੀ ਆ। ਹੋਰ ਗੁਰਦੁਆਰੇ ਸਾਰਾ ਕੁਝ ਸਾਹਮਣੇ ਆ ਜਾਣਾ, ਪਰਦੇ ਖੁੱਲੀ ਜਾਂਦੇ ਆ ਜੀ, ਹੁਣ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਸਭ ਕੁਝ ਮੂਹਰੇ ਆ ਜਾਣਾ ਜੀ। ਥੈਂਕ ਯੂ। ਅਜੇ ਤਾਂ ਹੋਰ ਵਿਅਕਤੀਆਂ ਆਉਣਗੇ ਜਿਨ੍ਹਾਂ ਦੇ ਸਾਹਮਣੇ ਆਉਣਾ। ਸ਼ਾਹ ਅਮਰੀਕ ਸਿੰਘ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਇਹ ਲਾਸਟ ਟਾਈਮ ਆ ਨਾ, ਮੈਂ ਇਹਨਾਂ ਦੀ ਇੰਟਰਵਿਊ ਵੀ ਸੁਣੀ ਸੀਗੀ ਤੇ ਹੁਣ ਵੀ ਸੁਣੀ ਆ। ਹੁਣ ਦੀ ਇੰਟਰਵਿਊ ਤੇ ਪਹਿਲਾਂ ਦੀ ਇੰਟਰਵਿਊ 'ਚ ਜ਼ਮੀਨ ਆਸਮਾਨ ਦਾ ਫਰਕ ਆ ਜੀ। ਉਦਣ ਇਹਨੀ ਕੋਰੀ ਨਾ ਕਰੀ ਜਾਂਦੇ ਸੀਗੇ ਕਿ ਮੈਂ ਨਹੀਂ ਉਹਦਾ ਮੈਂਬਰ ਨਹੀਂ, ਮੈਂ ਉਹ ਫਲਾਨੇ ਪਰਸਨ ਨੂੰ ਨਹੀਂ ਜਾਣਦਾ। ਹੁਣ ਇਹ ਮੈਨੂੰ ਲੱਗਦਾ ਤਕਰੀਬਨ 2 ਮਹੀਨੇ ਪਹਿਲਾਂ ਦੀ ਗੱਲ ਆ ਨਾ। ਇਹ 2 ਮਹੀਨਿਆਂ ਦੇ ਵਿੱਚ ਸਾਰਿਆਂ ਨੂੰ ਜਾਣਨ ਵੀ ਲੱਗ ਪਏ ਆ ਤੇ ਸਾਰਿਆਂ ਨੇ ਇਹਨਾਂ ਨੂੰ ਬਿਨਾਂ ਪੁੱਛੇ ਇਹਨਾਂ ਦਾ ਨਾਮ ਵੀ ਐਡ ਕਰਾਤਾ ਸੁਸਾਇਟੀ ਵਿੱਚ। ਇਹ ਕਿੱਦਾਂ ਪੋਸੀਬਲ ਹੈ ਜੀ? ਕਿੱਦਾਂ ਤੁਹਾਡੇ ਤੋਂ ਬਿਨਾਂ ਪੁੱਛੇ ਤੋਂ? ਅਸੀਂ ਬਿਨਾਂ ਪੁੱਛੇ ਤੋਂ ਤਾਂ ਤੁਸੀਂ ਕਿਸੇ ਦੇ ਸਾਈਨ ਦੀ ਕਾਪੀ ਵੀ ਨਹੀਂ ਕਰ ਸਕਦੇ, ਕਿਸੇ ਦੇ ਨਾਂ ਤੇ ਸੁਸਾਇਟੀ ਖੋਲ੍ਹਣਾ ਤਾਂ ਬਹੁਤ ਦੂਰ ਦੀ ਗੱਲ ਆ। ਬਾਕੀ ਜੀ ਬਹੁਤ ਨਿਗਾਰ ਆ ਚੁੱਕਾ ਹੈ। ਤੁਸੀਂ ਕਹਿੰਦੇ 1000 ਤੋਂ 1500, ਮੈਂ ਕਹਿੰਦਾ 700-800 ਤਾਂ ਇੱਥੇ ਸਰੀ ਦੇ ਵਿੱਚੇ ਹੋਣੀਆਂ ਜੀ, ਜਿਹੜੀਆਂ ਖਾਲਸਾ ਦੇ ਨਾਂ ਤੇ ਸੁਸਾਇਟੀਜ਼ ਬਣੀਆਂ ਹੈ, ਜਿੱਦਾਂ ਧਾਰਮਿਕ ਰਿਲੀਜਨ ਦੇ ਨਾਂ ਤੇ ਬਣੀਆਂ ਸੁਸਾਇਟੀਆਂ। ਤੇ ਹਰੇਕ ਸੁਸਾਇਟੀ ਸਿਰਫ ਆਪਣੇ ਟੈਕਸ ਬਚਾਉਣ ਲਈ ਜਾਂ ਟੈਕਸ ਡਿਡਕਸ਼ਨ ਕਰਨ ਲਈ ਬਣੀਆਂ ਆ। ਤੇ ਨਿਗਾਰ ਬਹੁਤ ਆ ਚੁੱਕਾ ਆ ਆਪਣੇ ਲੋਕਾਂ ਨੂੰ, ਜਾਨੀ ਮਤਲਬ ਇੱਥੇ ਆ ਕੇ ਵੀ ਰੱਜ ਨਹੀਂ ਆਇਆ। ਠੱਗੀਆਂ ਠੋਰੀਆਂ ਕਰਕੇ ਅਸੀਂ ਕੁਛ ਨਾ ਕੁਛ ਮਤਲਬ ਐਡੇ ਵਿਲਾਸ ਬਣਾਉਣੇ ਚਾਹੁੰਦੇ ਆ ਨਾ। ਤੇ ਇਹ ਦੂਜੇ ਪਾਸੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਕੱਲ ਉਹ ਮੈਂ ਮੁੰਡੇ ਦੀ ਇੰਟਰਵਿਊ ਲਾਈਵ ਸੁਣੀ ਹੈ ਜੀ, ਜਦੋਂ ਕਾਨਫਰੰਸ ਹੋ ਰਹੀ ਸੀਗੀ। ਉਹ ਮੈਨੂੰ ਦੱਸੋ ਕਿਹੜਾ ਬੰਦਾ ਜਿਹੜਾ ਐਡਾ ਉਹ ਨੌਜਵਾਨ ਮੁੰਡਾ ਜਿਹੜਾ ਫੁੱਸ ਕਰਕੇ ਕੱਲੀ ਗੱਲ ਤੇ ਰੋ ਰਿਹਾ, ਉਹਦੇ 2 ਬੱਚੀਆਂ ਆ, ਉਹ ਕਿੱਥੇ ਜਾਣਗੇ ਹਨਾ। ਤੇ ਇਹ ਭਾਈ ਸਾਹਿਬ ਕਹੀ ਜਾਂਦੇ ਉਹ ਇਲੀਗਲ ਕੰਮ ਕਰਦਾ ਸੀ। ਤੁਸੀਂ ਉਹਨੂੰ ਲੀਗਲ ਕਰਾਉਣ ਦੇ ਚੱਕਰ 'ਚ ਪੇ ਛੱਪਾਂ ਲਈ ਉਹ ਤੋਂ ਹਰੇਕ ਮਹੀਨੇ $3500 ਲੈ ਰਹੇ ਆ ਤੇ ਦੂਜੇ ਪਾਸੇ ਤੁਸੀਂ ਉਹਨੂੰ ਕੰਮ ਵੀ ਨਹੀਂ ਦੇ ਰਹੇ। ਹੁਣ ਜਿਹਨੇ ਬੰਦੇ ਨੇ $3500 ਐਵਰੀ ਮੰਥ ਤੁਹਾਨੂੰ ਦੇਣਾ ਹੈ, ਉਹ ਫਿਰ ਹੁਣ ਇਲੀਗਲ ਕੰਮ ਵੀ ਨਾ ਕਰੇ ਜੀ। ਉਹ ਕਿੱਥੋਂ $3500 ਤੁਹਾਨੂੰ ਦਊਂਗਾ ਲਿਆ ਕੇ ਹਰੇਕ ਮਹੀਨੇ? ਇਹ ਸਰਾਸਰ ਝੂਠ ਬੋਲ ਰਹੇ ਆ ਜੀ। ਆਪਣੇ ਜਿਹੜੇ ਐਡੇ ਪਿਕਅਪ ਟਰੱਕ ਲੈ ਕੇ ਘੁੰਮ ਰਹੇ ਆ ਨਾ ਇਹ ਇੱਥੇ ਸ਼ਹਿਰਾਂ 'ਚ, ਇਹ ਸਿਰਫ ਸੁਸਾਇਟੀਆਂ ਦੇ ਸਿਰ ਤੇ ਆ ਜੀ। ਪਲੀਜ਼ ਆਪਣੀ ਕਿਤੇ ਮਨੁੱਖਤਾ ਦਾ ਵੀ ਦਿਖਾ ਦਿਓ, ਤੁਸੀਂ ਹਿਊਮਨ ਬੀਇੰਗ ਵੀ ਦਿਖਾ ਦਿਓ ਵੀ ਅਸੀਂ ਕਿਸੇ ਦਾ ਭਲਾ ਕੀਤਾ ਆ। ਸਿਰਫ ਇਹ ਨਹੀਂ ਕਿ ਅਨਾਊਂਸਮੈਂਟਾਂ ਜਾਂ ਟੂਰਨਾਮੈਂਟ 'ਚ ਸਰਬੱਤ ਦੇ ਭਲੇ ਮੰਗਣੇ ਆ। ਇੱਕ ਮਨੁੱਖਤਾ ਦੇ ਆਧਾਰ ਤੇ ਵੀ ਕਿਸੇ ਦਾ ਭਲਾ ਕਰ ਦਿਓ। ਥੈਂਕ ਯੂ ਜੀ। ਠੀਕ ਹੈ ਜੀ। ਮਨਜਿੰਦਰ ਸਿੰਘ ਜੀ, ਲਾਈਨ ਨੰਬਰ 4। ਹਾਂਜੀ, ਮੈਂ ਆਪਣੇ ਜਿਹੜਾ ਐਲਐਮਆਈ ਨਾਲ ਵਰਕਰਾਂ ਦਾ ਸ਼ੋਸ਼ਣ ਹੁੰਦਾ ਜੀ, ਮੈਂ ਉਹਦੇ ਬਾਰੇ ਗੱਲ ਕਰਨੀ ਸੀਗੀ ਕਿ ਸਿਰਫ ਵਰਕਰਾਂ ਦਾ ਸ਼ੋਸ਼ਣ ਨਹੀਂ ਹੁੰਦਾ ਜੀ, ਬਿਜ਼ਨਸ ਟੂ ਬਿਜ਼ਨਸ ਵੀ ਬਹੁਤ ਸ਼ੋਸ਼ਣ ਹੁੰਦਾ। ਇਮਾਨਦਾਰ ਬੰਦਿਆਂ ਨੂੰ ਮਜਬੂਰ ਕੀਤਾ ਜਾਂਦਾ ਦੂਜੇ ਵਰਕਰਾਂ ਸ਼ੋਸ਼ਣ ਕਰਨ ਲਈ। ਮੈਂ ਤੁਹਾਨੂੰ ਐਗਜ਼ਾਮਪਲ ਸ਼ੇਅਰ ਕਰਨੀ ਚਾਹੂੰਗਾ ਮੇਰੇ ਨਾਲ ਕੀ ਹੋਇਆ। ਆਪਾਂ ਨੂੰ ਕੰਮ ਮਿਲਿਆ, ਉਹਦੀ ਪ੍ਰਾਈਸ ਕੋਟ ਕੀਤੀ ਤੇ ਆਪਾਂ ਉਹ ਕੰਮ ਦੀ ਸਰਵਿਸ ਲਾਤੀ। ਮੈਂ ਇਲੈਕਟ੍ਰੀਸ਼ੀਅਨ ਹੈ ਜੀ, ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਉੱਥੇ ਲਿਆ ਸੀਗਾ। ਆਪਾਂ ਉੱਥੋਂ ਦੇ ਪਰਮਿਟ ਵੀ ਚੱਕ ਲਏ। ਉੱਥੇ ਕੋਈ ਹੋਰ ਇਲੈਕਟ੍ਰੀਸ਼ੀਅਨ ਆਇਆ ਆਪਣੇ ਬਰਾਬਰ, ਉਹਨੇ ਆਪਣੇ ਤੋਂ 90,000 ਘੱਟ ਕੇ ਪ੍ਰਾਈਸ ਦੇਤੀ ਤੇ ਆਪਾਂ ਨੂੰ ਬਿਲਡਰ ਲਈ ਹੁਣੇ ਬਹੁਤ ਮਹਿੰਗੇ ਰੱਖਦਾ ਸੀਗਾ। ਉਹਨੇ ਰੀਨੈਗੋਸ਼ੀਏਟ ਕਰਨ ਨੂੰ ਕਿਹਾ। ਅਸੀਂ ਕਿਹਾ ਵੀ ਅਸੀਂ ਨਹੀਂ ਕਰ ਸਕਦੇ, ਵੀ ਸਾਨੂੰ ਇਦੋਂ ਘੱਟ ਵਾਰਾ ਨਹੀਂ ਖਾਂਦਾ, ਅਸੀਂ ਪਹਿਲਾਂ ਹੀ ਆਪਦਾ ਜਿੰਨਾ ਹੋ ਸਕੇ ਉਨਾ ਕਰਕੇ ਤੁਹਾਨੂੰ ਪ੍ਰਾਈਸ ਦਿੱਤੀ ਆ। ਚਲੋ ਜੀ, ਕਾਂਟਰੈਕਟ ਹੋਰ ਬੰਦੇ ਕੋਲ ਚਲਾ ਗਿਆ। ਹੌਲੀ ਹੌਲੀ ਸਾਨੂੰ ਪਤਾ ਲੱਗਿਆ ਜਿੱਥੋਂ ਉਹਨਾਂ ਨੇ ਇਮੀਗ੍ਰੇਸ਼ਨ ਕਰਾਈ ਸੀਗੀ, ਮੈਂ ਕਿਸੇ ਦਾ ਨਾਮ ਨਹੀਂ ਲਊਂਗਾ, ਸਾਨੂੰ ਸਾਰਾ ਕੁਛ ਪਤਾ ਉਹਨਾਂ ਬਾਰੇ। ਸਾਨੂੰ ਕਹਿੰਦੇ
ਕਿ ਤੁਸੀਂ LMIs ਲੈ ਲਓ ਤੇ ਤੁਸੀਂ ਵੀ ਕੰਮ ਕਰਵਾ ਲਓ। ਅਸੀਂ ਕਿਹਾ ਵੀ ਇਹ ਕੀ ਹੁੰਦਾ? ਉਹਨੇ ਸਾਨੂੰ ਐਕਸਪਲੇਨ ਕੀਤਾ ਵੀ ਉਹ ਬੰਦਾ ਕੀ ਕੀਤਾ, ਉਹਨੇ 5 ਨਵੇਂ ਬੰਦੇ ਹਾਇਰ ਕੀਤੇ LMIs ਦੇ ਕੇ, ਉਹਨਾਂ ਨੂੰ 1 ਸਾਲ ਪੇ ਨਹੀਂ ਦੇਣੀ ਉਹਨੇ ਬਿਲਕੁਲ ਵੀ। 1 ਸਾਲ ਤੋਂ ਬਾਅਦ ਉਹਨੇ ਮਿਨੀਮਮ ਪੇ ਤੋਂ ਸ਼ੁਰੂ ਕਰਨਾ ਉਹਨਾਂ ਨੂੰ ਪੇ ਦੇਣੀ। ਮੇਰੇ ਕੋਲ ਜੀ 3 LMIs ਪਈਆਂ, ਮੈਂ ਕੰਮ ਵਾਲੇ ਬੰਦੇ ਲੱਭਦਾ, ਬੰਦਾ ਇਮਾਨਦਾਰ ਨਾਲ ਕੰਮ ਕਰੇ, ਆਪਾਂ ਫ੍ਰੀ LMI ਦੇਵਾਂਗੇ। ਜਦੋਂ ਮੇਰੇ ਬਰਾਬਰ ਕੋਈ ਬੰਦਾ ਏਦਾਂ ਬਿਜ਼ਨਸ ਕੰਪੀਟ ਕਰੂਗਾ, ਮੇਰੇ ਵਰਕਰ ਹੁਣ ਘਰੇ ਵਿਹਲੇ ਬੈਠੇ ਆ, ਤੇ ਫਿਰ ਮੈਂ ਵੀ ਇਹ ਕੰਮ ਕਰਨ ਲਈ ਮਜਬੂਰ ਹੋ ਰਿਹਾ। ਤੁਸੀਂ ਦੱਸੋ ਮੈਂ 80-90 ਹਜ਼ਾਰ ਡਾਲਰ ਕਿੱਥੋਂ ਕੱਢਾਂ? ਉਸ ਬੰਦੇ ਦੇ ਮੂੰਹ 'ਚ ਰੋਟੀ ਕੱਢ ਕੇ ਆਪਦੇ ਢੱਡ 'ਚ ਪਾਉਣ ਵਾਲੀ ਗੱਲ ਆ। ਇੱਥੋਂ ਤੱਕ ਸ਼ੋਸ਼ਣ ਕੀਤਾ ਜਾਂਦਾ। ਇਮਾਨਦਾਰ ਬੰਦਿਆਂ ਨੂੰ ਵੀ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਵੀ ਇਹ ਕੰਮ ਕਰੋ। ਇਮੀਗ੍ਰੇਸ਼ਨ ਵਾਲੇ ਤੁਹਾਨੂੰ ਸਲਾਹਾਂ ਦਿੰਦੇ ਆ ਕਿ ਤੁਸੀਂ ਵੀ ਐਂ ਕਰ ਲਓ। ਇਹ ਜੀ ਕਿਹੜੀ ਐਥਿਕਸ ਆ? ਅਸੀਂ ਕਿਹੜੇ ਕੈਨੇਡਾ 'ਚ ਪਹੁੰਚ ਚੁੱਕੇ ਆ? ਚੰਗੀ ਜ਼ਿੰਦਗੀ ਲਈ ਆਏ ਸੀਗੇ, ਲੋਕਾਂ ਨੂੰ ਅਸੀਂ ਆਹ ਕੁਛ ਦਿਖਾ ਰਹੇ ਹਾਂ, ਫਿਰ ਲੋਕਾਂ ਨੇ ਓਬਵੀਅਸਲੀ ਰੇਡੀਓ ਤੇ ਆ ਕੇ ਗੱਲਾਂ ਕਰਨੀਆਂ। ਹੁਣ ਬਾਹਲਾ ਟਾਈਮ ਨਹੀਂ ਲੈਂਦਾ ਮੈਂ, ਮੇਰੇ ਕੋਲ ਕੋਈ ਕਿਸੇ ਗੱਲ 'ਚ ਕੋਈ, ਅਸੀਂ ਪ੍ਰਾਈਸ ਕੋਟ ਕਰਾਇਆ, ਜਿੱਥੋਂ ਸਮਾਨ ਉਹ ਚੱਕਦੇ ਆ ਐਗਜ਼ੈਕਟਲੀ ਉਹੀ ਸਟੋਰ ਤੋਂ ਸਮਾਨ ਆਪਾਂ ਚੱਕਦੇ ਆ, ਸੇਮ ਪ੍ਰਾਈਸ ਤੇ ਸਮਾਨ ਮਿਲਦਾ, ਕਿਸੇ ਚੀਜ਼ ਦੀ ਹੇਰ ਫੇਰ ਨਹੀਂ। ਸਿਰਫ ਉਹ ਬੰਦਿਆਂ ਦੇ ਮੂੰਹ ਚੋਂ ਕੱਢ ਕੇ ਉਹਨਾਂ ਦਾ ਗਾਲਾ ਵੱਢ ਕੇ ਆਪਦੇ ਢਿੱਡ 'ਚ ਪਾਇਆ ਜਾ ਰਿਹਾ। ਬੜਾ ਯਾਰ ਹੁਣ ਇਹਦੇ ਵਿੱਚ ਕੀ ਕਰ ਸਕਦੇ ਆ ਜੀ? ਕਰਾਂਗੇ ਯਾਰ, ਟੂ ਮਚ ਹੋ ਗਿਆ ਯਾਰ। 3 LMIs ਪਈਆਂ, ਬੰਦੇ ਲੱਭਦੇ ਆ। ਇੱਕ ਬੰਦਾ ਮਿਹਨਤ ਕਰ ਰਿਹਾ, ਦੂਜੇ ਨੇ 5 LMI ਦਾ 2 ਲੱਖ ਲੈ ਲਿਆ, ਉਹ ਜੌਬ ਦਾ ਹੀ 10,000 ਦੇਈ ਜਾਂਦਾ, ਉਹਨੇ ਕੰਮ ਇਹ ਫ੍ਰੀ ਕਰਾ ਲੈਣਾ ਨਾਲ। ਚੱਲ ਖਤਮ ਕਹਾਣੀ। ਨਾਲ ਬੰਦਿਆਂ ਦਾ ਸ਼ੋਸ਼ਣ ਹੋਇਆ, ਨਾਲ ਹੋਰ ਜਿਹੜਾ ਬਿਜ਼ਨਸ ਟੂ ਬਿਜ਼ਨਸ ਜਿਹੜਾ ਬੈਡ ਇਫੈਕਟ ਪੈ ਰਿਹਾ ਉਹ ਵੀ। ਇਮਾਨਦਾਰ ਬੰਦੇ ਜਿਹੜੇ ਮਜਬੂਰ ਹੋ ਰਹੇ ਆਹ ਕੰਮਾਂ ਤੇ ਜਾਣ ਲਈ, ਉਹ ਵੱਖਰਾ। ਬਸ ਜੀ ਮੈਂ ਇਹੀ ਕਹਿਣਾ ਸੀਗਾ। ਥੈਂਕ ਯੂ ਵੀਰ ਜੀ, ਧੰਨਵਾਦ ਜੀ। ਸਰ ਤਜਿੰਦਰ ਸਿੰਘ ਲਾਈਨ ਨੰਬਰ 5। ਜਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਅੱਗੇ ਮੁੰਡੇ ਇਸ ਨਾਲ ਗੱਲਾਂ ਕਰਦੇ ਜਦੋਂ ਆਪਾਂ ਫੋਨ ਤੇ ਸੁਣਿਆ, ਉਹ ਕਹਿੰਦੇ ਗੁਰਦੁਆਰਾ ਸਾਹਿਬ ਹੁੰਦੇ ਆ, ਉਹਦੇ ਵਿੱਚ ਵੀਜ਼ਾ ਮਿਲਦਾ ਹੁੰਦਾ ਤੇ LMI ਉਹ ਕਹਿੰਦੇ ਦੇ ਰਹੇ ਆ, ਇਹ ਕਿਸ ਤਰੀਕੇ ਨਾਲ ਦੇ ਦਿੰਦੇ ਆ? ਇਹ ਇੱਕ ਸਵਾਲ ਹੈ ਜੀ। ਨਹੀਂ ਜੀ LMI ਹੈ ਹੀ ਨਹੀਂ ਜੀ। LMI ਉਹ ਕੱਲ ਗਲਤ ਹੈ, ਉਸਨੂੰ ਉਹ ਗਲਤ ਗੱਲ ਕਰ ਰਹੇ ਸੀ ਕੱਲ ਪੱਤਰਕਾਰ ਜਿਹੜਾ ਪੁੱਛ ਰਹੇ ਸੀ। LMI ਇਹ ਨਹੀਂ ਹੈ ਇਹਦੇ 'ਚ, ਉਹ ਇਨਫੋਰਮੇਸ਼ਨ ਗਲਤ ਸੀ। ਇਹਦੇ 'ਚ LMI ਨਹੀਂ ਇਨਵੋਲਵ ਹੁੰਦੀ, ਤਾਂ ਸਿੱਧਾ ਵੀਜ਼ਾ ਮਿਲਦਾ, ਵੀਜ਼ਾ ਹੁੰਦਾ। ਔਰ ਦੂਸਰੀ ਗੱਲ ਸਾਹਿਬ, ਮੈਂ ਕਦੇ ਸੋਚਦਾ ਵੀ ਇਹ ਪ੍ਰਧਾਨਗੀਆਂ ਕਰਦੇ ਆ, ਇਲੈਕਸ਼ਨ ਲੜਦੇ ਆ, ਜਿੱਦਾਂ ਦੂਜੇ ਇਲੈਕਸ਼ਨ ਹੁੰਦੇ ਆ, ਫਿਰ ਵੋਟਾਂ ਨੂੰ ਜਾਂਦੇ ਆ, ਫਿਰ ਲੜਾਈਆਂ ਗਰੁੱਪ ਬਣਦੇ ਆ, ਫਿਰ ਅਦਾਲਤਾਂ 'ਚ ਕੇਸ ਜਾਂਦੇ ਆ, ਸੰਗਤ ਦਾ ਪੈਸਾ ਕਿੰਨਾ ਉਹ ਕੋਟਾਂ 'ਚ ਲੱਗਦਾ, ਕੋਈ ਜੇਬ 'ਚੋਂ ਤਾਂ ਲਾਉਂਦਾ ਨਹੀਂ। ਸਾਰੇ ਝਮੇਲੇ ਨਾਲੋਂ ਇਹ ਤੋਂ ਬਿਹਤਰ ਹੈ ਕਿ ਇਹ ਨਹੀਂ ਵੀ ਇੱਕ ਬੰਦਾ ਉੱਥੇ ਬਿਠਾ ਦਿੱਤਾ ਜਾਵੇ, ਚਾਹੇ ਰਾਗੀ ਸਿੰਘ ਹੀ ਆ, ਉਹਨੂੰ ਤਨਖਾਹ ਦੇ ਦਿੱਤੀ ਜਾਵੇ, ਲੈ ਵੀ ਜੋ ਵੀ ਬਿਲਵਤੀ ਜਾਂ ਗੁਰਦੁਆਰੇ ਦਾ ਜੋ ਹਿਸਾਬ ਕਿਤਾਬ ਆ, ਕੋਈ ਕੰਮ ਆ, ਇਹ ਤੇਰੀ ਜ਼ਿੰਮੇਵਾਰੀ ਹੈ, ਤੇਰੀ ਇੱਕ ਤਰ੍ਹਾਂ ਦੀ ਨੌਕਰੀ ਆ। ਜੋ ਪ੍ਰਧਾਨਗੀਆਂ, ਜੋ ਚੌਧਰਾ ਮਾਈਕਾਂ ਬੋਲਣਾ, ਸਕੱਤਰ ਜੀ ਆ, ਖਜ਼ਾਨਚੀ ਜੀ, ਇਹ ਸਭ ਛੱਡਿਆ ਜਾਵੇ। ਇੱਕ ਵੈਬਸਾਈਟ ਬਣੇ, ਜਿੰਨਾ ਚੜਾਵਾ ਆਉਂਦਾ ਵੀਕ ਦੀ ਵੀਕ ਉਹ ਵੈਬਸਾਈਟ ਤੇ ਜਾਵੇ, ਸੰਗਤ ਵੀ ਵੇਖੇ ਤੇ ਇੰਨਾ ਪੈਸਾ ਆਇਆ ਸੀਗਾ ਤੇ ਇੰਨਾ ਕਿੱਥੇ ਲੱਗਿਆ, ਕਿੰਨਾ ਰਹਿ ਗਿਆ, ਤੇ ਬਾਕੀ ਦਾ ਬੱਚਾ ਕਿਸੇ ਵੀ ਕੋਈ ਗਰੀਬ, ਕੋਈ ਇੰਡੀਆ ਇਲਾਜ ਵੱਲੋਂ ਮਰੀਜ਼ ਆ, ਕਾਹਤੋਂ ਨਹੀਂ ਬੰਦ ਕਰਦੇ ਜੀ ਸਾਰਾ ਕੁਛ? ਚੌਧਰਾ ਪ੍ਰਧਾਨਗੀਆਂ, ਇਹ ਨੰਬਰਦਾਰੀਆਂ ਜਿੰਨੀਆਂ ਵੀ ਆ। ਤੇ ਜੇ ਇੱਕ ਵੇਖੋ ਆਪਾਂ ਟਰੱਕ ਚਲਾਉਂਦੇ ਆ ਇੱਥੇ ਜੀ, ਸਾਡੇ ਵਰਜੀਨੀਆ ਇੱਥੇ ਮੈਨੂੰ ਦੱਸਿਆ ਸੀ ਕਿਸੇ ਬੰਦੇ ਨੇ, ਗੁਰਦੁਆਰੇ ਦੇ ਵਿੱਚ ਗੁਰਬਾਣੀ ਦੇ ਟੈਸਟ ਹੁੰਦੇ ਆ। ਜੇ ਕੋਈ ਪ੍ਰਧਾਨ ਬਣਦਾ, ਉਹ ਗੁਰਬਾਣੀ ਦਾ ਟੈਸਟ ਹੁੰਦਾ, ਉਹਨੂੰ ਸਵਾਲ ਪੁੱਛੇ ਜਾਂਦੇ ਆ, ਉਹਨੂੰ ਜੋ ਵੀ ਇਤਿਹਾਸ ਬਾਰੇ ਆ, ਮੈਨੂੰ ਲੱਗਦਾ ਨੀ ਗਾ ਵੀ ਕੋਈ ਪਾਸ ਕਰ ਜੂਗਾ। ਕੋਈ ਹੋਊਗਾ ਵੀ, ਪਰ ਮੈਨੂੰ 90% ਤਾਂ ਮੈਨੂੰ ਲੱਗਦਾ ਕੋਈ ਟੈਸਟ ਦੀ ਨੌਲੇਜ ਵੀ ਹੈ ਨਹੀਂ ਬਹੁਤਿਆਂ ਤਾਂ ਵੇਖੀ ਦਾ ਇੱਥੇ। ਮੈਂ ਜੀ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਨਿਊ ਜਰਸੀ ਗਿਆ, ਅਖੀਰਲੀ ਗੱਲ ਵੇਚ ਦਿੰਦਾ, ਕਿਸੇ ਗੁਰਦੁਆਰਾ ਸਾਹਿਬ ਮੈਨੂੰ ਲੋੜ ਨਹੀਂ ਮਿਲਿਆ। ਮੈਂ ਇਹਨੂੰ ਆਖਿਆ ਕਿ ਮੈਂ ਰਾਤ ਕੱਟਣੀ ਆ, ਵੀ ਟਰੱਕ ਇੱਥੇ ਖੜਾ ਸਕਦੇ ਆ, ਵੀ ਮੈਂ ਵੈਸ਼ਨੂੰ ਬੰਦਾ, ਉੱਥੇ ਕੁਛ ਨਹੀਂ, ਵੀ ਟਰੱਕ ਦੇ ਮੀਟ ਸ਼ਰਾਬ ਕੁਛ ਵੀ ਨਹੀਂ। ਔਰ ਉੱਥੇ ਕਹਿੰਦਾ ਜੀ ਪ੍ਰਧਾਨ ਨੂੰ ਫੋਨ ਕਰ ਲਓ, ਜੇ ਕਹੂਗਾ ਤਾਂ ਤੁਸੀਂ ਲਾ ਲਓਗੇ, ਤੇ ਨਹੀਂ ਆ ਤਾਂ ਤੁਹਾਨੂੰ ਇੱਥੇ ਜਾਣਾ ਪਊਗਾ। ਮੈਂ ਕਿਹਾ ਜਗ੍ਹਾ ਇੰਨੀ ਆ, ਕੋਈ ਮੈਂ ਇੱਥੇ ਮਤਲਬ ਕੋਈ ਸ਼ੇਵ ਨਹੀਂ ਕਰਨੀ, ਉਹ ਮੈਨੂੰ ਪਤਾ ਸਾਰੇ ਮਰਿਆਦਾ ਦਾ, ਕੋਈ ਮੇਰੇ ਟਰੱਕ 'ਚ ਮੀਟ ਸ਼ਰਾਬ ਨਹੀਂ, ਖੜਨ ਵੀ ਨਹੀਂ ਦਿੱਤਾ ਮੈਨੂੰ ਕਹਿੰਦੇ ਨੋ ਪਾਰਕਿੰਗ ਲਾਟ, ਕੋਈ ਦਿਨ ਦਿਹਾੜ ਵੀ ਨਹੀਂ ਸੀ ਵਿਹਲਾ। ਤੇ ਜਿਵੇਂ ਆਪਾਂ ਤਾਂ ਮਾਣਨਾ ਜਾਂਦੇ ਆ ਵੀ ਆਪਾਂ ਪੰਜਾਬੀ ਆ, ਯਾਰ ਲੋੜ ਨਹੀਂ ਮਿਲਿਆ, ਚੱਲ ਇੱਕ ਫਸ ਗਿਆ, ਆਪਾਂ ਵੀਕਐਂਡ ਤੇ ਫਰਾਈਡੇ ਸੈਟਰਡੇ ਸੰਡੇ ਨਾਲੇ ਗੁਰਬਾਣੀ ਸੁਣਾਂਗੇ, ਥੋੜੀ ਬਹੁਤ ਸੇਵਾ ਕਰਾਂਗੇ,
ਤਾਜ਼ਾ ਪ੍ਰਸ਼ਾਦਾ ਛਕਾਂਗੇ। ਉਹਨਾਂ ਨੇ ਜੀ ਖੜਨ ਵੀ ਨਹੀਂ ਦਿੱਤਾ ਉੱਥੇ। ਕਹਿੰਦੇ ਚੱਲ ਬਈ ਉੱਡ ਜਾ ਕੇ ਨਾ, ਕਹਿੰਦੇ ਵੀ ਇੱਥੇ ਪਾਰਕਿੰਗ ਦੇ ਪਈ ਆ ਵਿਹਲੀ। ਮੈਂ ਕਿਹਾ ਪਈ ਆ। ਕਹਿੰਦੇ ਨਹੀਂ ਬਈ ਉਹ ਪ੍ਰਧਾਨ ਨੂੰ ਪੁੱਛ ਲੈ, ਜੇ ਲਵਾਉਂਦਾ ਤਾਂ ਲਾ ਦੇਵੇ, ਨਹੀਂ ਤਾਂ ਜਾ ਇੱਥੋਂ, ਬਸ ਪ੍ਰਸ਼ਾਦਾ ਖਾ ਲਿਆ ਚੱਲ ਜਾ। ਫਿਰ ਟਰੱਕ ਸਟਾਪ ਤੇ ਜਾ ਕੇ 3 ਦਿਨ ਕੱਟੇ। ਥੈਂਕ ਯੂ ਵੀਰ ਜੀ। ਸੇਵਾ ਤਾਂ ਰਜਿਸਟਰ ਕਰਾਉਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰੇ ਲੈ ਕੇ ਆਉਣੇ ਨੇ, ਬਸ ਕੰਮ ਇੰਨਾ ਹੀ ਹੈ। ਵਿਨੀਪੈਗ ਦੇ ਵਿੱਚੋਂ ਖਬਰ ਆਈਆਂ ਵੀ 200 ਤਾਂ ਇਕੱਲੇ ਵਿਨੀਪੈਗ ਦੇ ਵਿੱਚ ਸੁਸਾਇਟੀਆਂ ਹੋਣਗੀਆਂ। ਜਾਓਗੇ ਕਿੱਥੇ ਨੂੰ, ਤੁਸੀਂ ਕੀ ਕਰੋਗੇ? ਤੁਸੀਂ ਸਿੱਖ ਕਹਾਉਣ ਦੇ ਲਈ ਕਾਬਲ ਹੋ, ਸ਼ੀਸ਼ੇ 'ਚ ਖੜ ਕੇ ਤਾਂ ਦੇਖਿਓ। ਜਿਹੜੇ ਵੀ ਇਹ ਕਰਦੇ ਆ, ਮੈਂ ਨਹੀਂ ਕਿਸੇ ਨੂੰ ਕਹਿੰਦਾ ਦੋਸ਼, ਕਿਉਂਕਿ ਜਦ ਤੱਕ ਦੋਸ਼ ਕੀ ਸਾਬਤ ਨਹੀਂ ਹੁੰਦੇ ਕਿਸੇ ਨੂੰ ਨਹੀਂ ਮੈਂ ਕਹਿ ਸਕਦਾ। ਜਨਰਲ ਗੱਲ ਕਰਦਾ ਬਈ ਇਹ ਬਹੁਤ, ਅੱਜ ਹੁਣ ਚਿੱਠੀ ਲਿਖਤੀ ਦੇਖਦੇ ਆ ਇਮੀਗ੍ਰੇਸ਼ਨ ਮਿਨਿਸਟਰ ਵੀ ਮੱਥੇ ਤੇ ਹੱਥ ਮਾਰਦਾ ਉਹ ਵੀ ਆਹ ਗੁਰਦੁਆਰੇ ਵਾਲੇ ਮੈਨੂੰ ਕੀ ਲਿਖਦੇ ਨੇ। ਔਰ ਉਹ ਗੁਰਦੁਆਰਾ ਸਾਹਿਬ ਦਾ ਮੈਂ ਇੱਕ ਨਿੱਜੀ ਤੌਰ ਤੇ ਸਿੱਖ ਦੇ ਤੌਰ ਤੇ ਸੋਚਦਾ ਵੀ ਬਹੁਤ ਵੱਡਾ ਸਟੇਟਸ ਹੈ ਹੈਰੀਟੇਜ ਗੁਰਦੁਆਰਾ ਸਾਹਿਬ ਦਾ। ਉੱਥੇ ਕੋਈ ਵੀ ਸੁਸਾਇਟੀ ਆ ਕੇ ਕੋਈ ਵੀ ਗਲਤ ਕਰਦੀ ਹੈ ਕਿਸੇ ਸਮੇਂ ਵੀ, ਉਹ ਸਾਰੀ ਕੌਮ ਦੇ ਲਈ ਪੇਨਫੁਲ ਹੈ। ਇਹ ਆਪਾਂ ਖਿਆਲ ਰੱਖੀਏ। ਜੱਸਾ ਜੀ ਲਾਈਨ ਨੰਬਰ 2। ਜੱਸਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਾ ਤੁਸੀਂ ਪ੍ਰੋਗਰਾਮ ਰੱਖਿਆ ਵੀ ਲੋਕ ਬਾਹਰੋਂ ਮੱਥਾ ਕਿਉਂ ਟੇਕ ਕੇ ਜਾਂਦੇ ਆ ਗੁਰਦੁਆਰੇ। ਉਹ ਇਹ ਆ ਜਿਹੜੇ ਸੁੱਖੀਆਂ ਚੌਧਰਾਂ ਵਾਲੇ ਬੈਠੇ ਨਾ ਪ੍ਰਧਾਨ ਤੇ ਖਜ਼ਾਨਚੀ, ਉਹ ਇਹਨਾਂ ਤੋਂ ਡਰਦੇ ਮਾਰੇ ਮੱਥਾ ਟੇਕ ਕੇ ਪਾਸੇ ਦੀ ਟੱਪ ਜਾਂਦੇ, ਉਹ ਮੱਥੇ ਨਾਲ ਲੱਗ ਜਾਣ। ਹੁਣ ਤੁਸੀਂ ਇਹ ਵੇਖ ਲਓ, ਇਹਨੂੰ ਹੈਪੀ ਨੂੰ ਤੇ ਇਹਨਾਂ ਨੂੰ ਪਤਾ ਨਹੀਂ ਵੀ ਸਾਡੇ ਨਾਂ ਤੇ ਕੰਪਨੀਆਂ ਬਣੀਆਂ ਹੋਈਆਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਥਾਣਾ ਧੰਨਵਾਦ ਜੀ ਉੱਤੇ ਤੁਹਾਨੂੰ ਕਹਿ ਕੇ ਗਿਆ ਮੇਰੇ ਨਾਂ ਤੇ ਕੰਪਨੀ ਨਹੀਂ ਬਣੀ, ਅੱਜ ਕਹੀ ਜਾਂਦੇ ਸਾਡੇ ਨਾਂ ਤੇ ਕੰਪਨੀਆਂ ਬਣੀਆਂ। ਇਹ ਤਾਂ ਤੁਹਾਡੇ ਸਾਹਮਣੇ ਜੀ, ਅੱਜ ਤਾਂ ਉਹ ਕਹਿ ਗਏ। ਹਾਂ ਉੱਤੇ ਕਹਿ ਕੇ ਅੱਜ ਉਹ ਮੰਨ ਗਏ, ਕਹਿੰਦੇ ਪਰ ਮੈਂ ਕਢਾਤਾ ਨਾ, ਮੈਨੂੰ ਪਤਾ ਲੱਗ ਗਿਆ ਸੀ। ਮਨਜੀਤ ਸਿੰਘ ਜੀ। ਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਮਨਜੀਤ ਸਿੰਘ ਬੋਲਦਾ ਫ੍ਰਿਜਨੋ ਕੈਲੀਫੋਰਨੀਆ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ 29 ਮਈ ਨੂੰ ਸ਼ਾਇਦ ਜਾਂ 30 ਮਈ ਨੂੰ ਤੁਸੀਂ ਇੱਕ ਪ੍ਰੋਗਰਾਮ ਕੀਤਾ ਸੀ ਇਸੇ ਸਬੰਧ ਦੇ ਵਿੱਚ, ਤੇ ਮੈਂ ਉਹ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਜੀ। ਤੇ ਉਹਦੇ ਥੱਲੇ ਜਤਿੰਦਰ ਸਿੰਘ ਜਿਹੜੇ ਹੁਣੇ ਗੱਲਬਾਤ ਕਰਕੇ ਗਏ, ਇਹਨਾਂ ਨੇ ਮੇਰੀ ਤੇ ਮੇਰੀ ਵਾਈਫ ਦੀ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਉੱਤੇ ਲਿਖਿਆ ਵੀ ਮਨਜੀਤ ਸਿੰਘ ਪੱਤੜ ਇਹ ਲੱਖਾਂ ਡਾਲਰ ਜਿਹੜਾ ਉਹ ਖਾ ਗਿਆ ਤੇ ਮੇਰੀ ਤਨਖਾਹ ਵੀ ਇਹ ਮਾਰ ਗਿਆ ਜੀ। ਔਰ ਮੈਂ ਤੁਹਾਨੂੰ ਮਾਧਿਅਮ ਦੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਵੀਰ ਜੀ, ਮੈਂ 2001 ਤੋਂ ਫ੍ਰਿਜਨੋ ਦੇ ਵਿੱਚ ਰਹਿ ਰਿਹਾ ਜੀ। ਜੇਕਰ ਮੈਂ ਕੋਈ ਵੀ ਤੁਹਾਡਾ ਪੈਸਾ ਦੇਣਾ ਤੇ ਤੁਸੀਂ ਮੇਰੇ ਨਾਲ ਸੰਪਰਕ ਕਰੋ, ਮੈਂ ਤੁਹਾਡੇ ਪੈਸੇ ਦਊਂਗਾ ਜੀ। ਇਹਨੇ ਕਿਹਾ ਵੀ ਲੱਖਾਂ ਡਾਲਰ ਟੈਕਸ ਦਾ ਖਾ ਗਿਆ ਜੀ। ਸੋ ਮੇਰੀ ਇਹਨਾਂ ਨੂੰ ਬੇਨਤੀ ਵੀ ਤੁਸੀਂ ਪ੍ਰੂਫ ਕਰ ਦਿਓ, ਮੇਰੇ ਕੋਲੇ ਜੋ ਕੁਝ ਵੀ ਹੈਗਾ ਮੈਂ ਤੁਹਾਨੂੰ ਸਾਰੀ ਐਪਸਪੋਰਟ ਆਣ ਕੇ ਦੇ ਕੇ ਜਾਊਂਗਾ। ਤੇ ਇਹਨਾਂ ਨੇ ਸਿਰਫ ਇਸ ਕਰਕੇ ਮੇਰੇ ਤੇ ਦੋਸ਼ ਲਾਏ ਕਿਉਂਕਿ ਉਹ ਮੈਂ ਪੋਸਟ ਜਿਹੜੀ ਸ਼ੇਅਰ ਕੀਤੀ ਸੀਗੀ, ਜਿਹੜੀ ਤੁਸੀਂ ਉੱਤੇ ਗੱਲਬਾਤ ਵੀ ਕੀਤੀ ਸੀ, ਜਿਹਦੇ ਵਿੱਚ ਜੁਝਾਰ ਸਿੰਘ ਦਾ ਨਾਂ ਸੀ, ਮਲਕੀਤ ਸਿੰਘ ਦਾ ਨਾਂ ਸੀ, ਟਹਿਲ ਸਿੰਘ ਦਾ ਨਾਂ ਸੀ ਤੇ ਜਤਿੰਦਰ ਗਿੱਲ ਦਾ ਨਾਂ ਸੀ ਜੀ। ਔਰ ਉਹਦੇ ਬਾਰੇ ਹੋਰ ਵੀ ਮੇਰੇ ਕੋਲੇ ਗੱਲਬਾਤ ਹੈਗੀ ਆ, ਜੇ ਤੁਸੀਂ ਮੈਨੂੰ ਸਮਾਂ ਦਿਓ ਤਾਂ ਮੈਂ ਕੁਝ ਸ਼ੇਅਰ ਕਰ ਸਕਦਾ, ਕਿਉਂਕਿ ਜਿਹੜੇ ਇਹਨਾਂ ਨੇ ਉੱਥੇ ਰਲ ਮਿਲ ਕੇ ਕੱਪੜੇਬਾਜ਼ੀ ਕੀਤੀ ਆ ਉਹਦੇ ਮੇਰੇ ਕੋਲ ਕੁਝ ਪ੍ਰੂਫ ਆ। ਕੁਝ ਬੰਦਿਆਂ ਨੇ ਜਦੋਂ ਮੈਂ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਤੇ ਵੀਰ ਗੁਰਮੁਖ ਸਿੰਘ ਆ ਜੀ, ਭਗਵਾਨਪੁਰ ਦਾ ਪਿੰਡ ਆ, ਰਮਦਾਸ ਦੇ ਲਾਗੇ ਦਾ ਬੰਦਾ ਜੀ, ਉਹਦਾ ਇਹਨਾਂ ਨੇ 2013 ਦੇ ਵਿੱਚ 7 ਲੱਖ ਰੁਪਇਆ ਲਿਆ ਸੀ ਮਲਕੀਤ ਸਿੰਘ ਨੇ, ਜਿਹੜਾ ਕਿ 2015 ਦੇ ਵਿੱਚ ਤੁਸੀਂ ਜਿਹੜਾ ਆਪਣਾ ਇਸ਼ੂ ਸੀ ਜੀ ਉਹ ਦੱਸਤਾ ਜੀ। ਹੁਣ ਆਪਾਂ ਇਹਨੂੰ ਫਰਦਰ ਮੈਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਇੱਕ ਸਾਈਡ ਹੋਣੀ ਆ, ਫਿਰ ਉਹ ਤੁਹਾਨੂੰ ਕਹਿਣਗੇ। ਮੈਂ ਪਹਿਲੇ ਕੇਸ ਬਾਰੇ ਹਲੇ ਡਿਸਕਸ ਕਰ ਲਵਾਂ। ਪੱਤਰ ਸਾਹਿਬ ਧੰਨਵਾਦ, ਤੁਸੀਂ ਫੋਨ ਕੀਤਾ ਜੀ। ਧਾਲੀਵਾਲ ਜੀ ਲਾਈਨ ਨੰਬਰ 4। ਹੈਲੋ ਜੀ, ਹਰਦੀਪ ਸਿੰਘ ਗੱਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਮੈਂ ਤਾਂ ਬੇਨਤੀ ਕਰਦਾ ਵੀ ਕੋਈ ਵੀ ਬੰਦਾ ਉਹ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਆਪਣੀ ਕੌਮ ਦਾ ਨਾਂ ਉੱਚਾ ਹੋਵੇ। ਇਹੋ ਜਿਹਾ ਕੰਮ ਨਾ ਕਰੋ ਜਿਹਦੇ ਚ ਆਪਣੀ ਕੌਮ ਦੀ ਬਦਨਾਮੀ ਹੋਵੇ ਤੇ ਦੂਜੇ ਜਿਹੜੇ ਬੰਦੇ ਆ ਉਹ ਵੀ ਅੰਗਰੇਜ਼ੀ ਚ ਕਹਿਣ ਤੇ ਸਾਨੂੰ ਸਮਝ ਹੀ ਨਾ ਆਵੇ ਵੀ ਉਹ ਸਾਨੂੰ ਕੀ ਕਹਿੰਦੇ ਆ। ਜਿਹੜੇ ਪਹਿਲੀ ਤਾਂ ਗੱਲ ਇਹ ਆ, ਗਿੱਲ ਸਾਹਿਬ ਕੇਸ ਹੀ ਨਹੀਂ ਹੋਣਾ ਚਾਹੀਦਾ, ਛੱਡ ਕੇ ਪਾਸੇ ਹੋ ਜੋ ਸਾਂਭੋ ਭਾਈ। ਤੇ ਉਹ ਜਦੋਂ ਉਹਨਾਂ ਨੂੰ ਦਿਸੇ ਬਈ ਸਾਡੇ ਤੇ ਉਂਗਲ ਉੱਠਦੀ ਆ, ਉਹ ਕਹਿਣਾ ਚੱਕੋ ਸਾਹ ਭਾਈ ਪਿਆ ਤੇ ਸਾਂਭ ਲਓ। ਕੇਸ ਦਾ ਤਾਂ ਮਤਲਬ ਹੀ ਨਹੀਂ ਕੋਈ ਬਈ ਗੁਰੂ ਘਰ ਦੇ ਕੇਸ ਅਦਾਲਤਾਂ ਚੱਲਣ ਤੇ ਲੱਖਾਂ ਰੁਪਇਆ ਉੱਥੇ ਸਾਡਾ ਬਰਬਾਦ ਹੋ ਜੇ। ਸੰਗਤਾਂ ਸਰਦਾ ਨੂੰ ਜਾਂਦੀਆਂ ਤੇ ਇਹਨਾਂ ਦਾ ਵੀ ਫਰਜ਼ ਬਣਦਾ ਬਈ ਇੰਨਾ ਗੁਰਦੁਆਰਾ ਸਾਹਿਬ ਜੋ ਸ਼ਾਨ ਮਰਜ਼ਾਦਾ
ਤੇ ਵੀ ਉਹਦੇ 'ਚ ਤੁਸੀਂ ਕੀ ਕਰਨ ਲੱਗੇ ਆ, ਇਹ ਬਹੁਤ ਗਲਤ ਆ ਗੱਲ। ਦੂਜੀ ਗੱਲ ਫਿਰ ਇਹ ਆ ਜੀ, ਮੇਰੀ ਜਿਹੜਾ ਤੁਸੀਂ ਕੱਲ ਸ਼ੂਗਰ ਦਾ ਦੱਸਿਆ ਸੀ ਉਹ ਫੇਰ ਲਿਖਾ ਦਿਓ। ਅੱਜ ਕਈਆਂ ਬੰਦਿਆਂ ਨੇ ਮੈਨੂੰ ਫੋਨ ਕੀਤੇ ਆ। ਤੇ ਇੱਕ ਗੱਲ ਹੋਰ ਆ ਸਕਦੀ ਮਾੜੀ ਜੀ, ਮੈਂ ਹਾਂਜੀ ਜੀ ਉਹ ਮੈਂ ਉਹ ਕਰਨੀ ਆ, ਅਸੀਂ ਸੁਣਦੇ ਹੁੰਦੇ ਸੀ ਪਿੰਡਾਂ 'ਚ ਬਈ ਗੁਰਦੁਆਰੇ 'ਚੋਂ ਪ੍ਰਧਾਨ ਤੇ ਚਰੀ 'ਚੋਂ ਸਾਨ ਕੱਢਣਾ ਬਹੁਤ ਔਖਾ। ਇੱਥੇ ਹੁਣ ਪ੍ਰਤੱਖ ਗੱਲ ਹੋ ਗਈ, ਉੱਥੇ ਵੀ ਇਹੀ ਹਾਲ ਆ। ਮਿਹਰਬਾਨੀ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ। ਉਹ ਗੱਲ ਬਣਦੀ ਹੈ ਢਾਲੀ ਵਾਲੇ, ਉਹ ਗੱਲ ਚਰੀ ਚੋਂ ਸਾਨ, ਚਰੀ ਸੰਘਣੀ ਬਹੁਤ ਹੁੰਦੇ, ਦਿਖਦਾ ਨੀ ਸਾਨ ਕਿਤੇ। ਗੁਰਦੁਆਰੇ ਦਾ ਪ੍ਰਧਾਨ ਲਾਉਣਾ ਬਹੁਤ ਔਖਾ ਬਾਈ ਸਾਹਿਬ, ਮੰਨ ਲਾ ਗੱਲ, ਇਹ ਬਹੁਤ ਔਖਾ ਕੰਮ। ਨਾਲੇ ਹੱਥ ਜੋੜ ਕੇ ਕਹਿਣਗੇ, ਹਜੂਰੀਆ ਲੰਬਾ ਹੁੰਦਾ ਉਹ ਦਿਨ ਗੋਡਿਆਂ ਤੱਕ, ਦੋਨਾਂ ਹੱਥਾਂ 'ਚ ਫੜਿਆ ਹੁੰਦਾ। ਦਸ ਅੰਦਾਜ਼ ਹੋਰ ਸੇਵਾ ਕਰਨੀ ਚਾਹੁੰਦਾ, ਬਾਕੀ ਸੰਗਤਾਂ ਦੀ ਮਰਜ਼ੀ ਹੈ। ਜੇ ਕੋਈ ਗਲਤੀ ਹੈ ਤਾਂ ਮੇਰੇ ਪੱਲੇ ਪਾਓ, ਗਾਂ ਨੂੰ ਮੈਂ ਫੇਰ ਸੇਵਾ ਕਰਨੀ ਚਾਹੁੰਦਾ ਤੇ ਬਿਲਕੁਲ ਸੇਵਾ ਵਧੀਆ ਤਰੀਕੇ ਨਾਲ ਕਰਾਂ। ਜਿੱਦਣ ਸੇਵਾ ਹੋਈ ਫਿਰ ਥੱਲੜੇ ਦਫ਼ਤਰਾਂ 'ਚ ਬੈਠੇ ਦੇਖ ਜਾ, ਮੁੱਛ ਨੂੰ ਦੇ ਕੇ ਗੇੜਾ ਕਹਿੰਦੇ ਆਹ ਦੁੱਧ ਪੱਤੀ, ਨਾਲੇ ਭਾਈ ਜੀ ਨੂੰ ਕਹਿ ਦੇਖ ਜਾਵੇ ਇੱਥੇ। ਕੁਲਵਿੰਦਰ ਸਿੰਘ ਜੀ, ਲਾਈਨ ਨੰਬਰ 5। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਤਿ ਸ਼੍ਰੀ ਅਕਾਲ ਜੀ। ਛੋਟੀ ਜਿਹੀ ਗੱਲ ਹੀ ਕਰਨੀ ਸੀਗੀ ਬਈ, ਜਿਵੇਂ ਕੋਈ ਪੱਤਰਕਾਰ ਹੁੰਦੇ ਆ ਨਾ, ਪੱਤਰਕਾਰਾਂ ਤੇ ਵੀ ਲਿਆਓ ਜੀ ਕੋਈ ਟੌਪਿਕ, ਬੜਾ ਮਨ ਜਿਹਾ ਭਰਿਆ ਪਿਆ ਵਾ, ਕੀ ਕਰੀਏ। ਤੇ ਅੱਜ ਵੀ ਤੁਸੀਂ ਦੱਸਿਆ ਪੱਤਰਕਾਰ ਵੀ ਨਾ ਆਪਦੀ ਭੂਮਿਕਾ ਨਹੀਂ ਚੱਜ ਨਾਲ ਨਿਭਾ ਰਹੇ, ਬਸ ਜਿਵੇਂ ਨਾ ਕੀ ਕਹੀਏ। ਚਲੋ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਬਈ ਗੱਲ ਇਹ ਚੱਲਦੀ ਆ ਬਈ ਜਿਵੇਂ ਹਰ ਪੱਤਰਕਾਰ ਜੇ ਕੋਈ ਹੁੰਦਾ ਆਪਦੇ ਆਪ ਨੂੰ ਵਧੀਆ ਸਾਬਤ ਕਰਨ ਲਈ, ਉਹ ਪਤਾ ਕੀ ਕਹਿੰਦਾ ਹੁੰਦਾ, ਉਹਦਾ ਇੱਕ ਡਾਇਲਾਗ ਹੁੰਦਾ ਬਹੁਤ ਤਕੜਾ, ਮੇਰੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਮੈਨੂੰ। ਅਗਲਾ ਗਾਂਹ ਵਾਲਾ ਕਹਿੰਦਾ ਲੈ ਵੀ ਪਤਾ ਨਹੀਂ ਕਿਹੜੇ ਭਰੋਸੇਯੋਗ ਸੂਤਰ ਆ, ਵੀ ਖਣੀ ਕਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਬੈਠਾ ਹੋਣਾ ਗੋਡਾ ਜੋੜ ਕੇ, ਜਿਹਨੇ ਇਹਨੂੰ ਗੱਲ ਦੱਸੀ ਆ। ਸੋ ਮੈਂ ਵੀ ਇਹੀ ਦੱਸਣਾ ਚਾਹੁੰਦਾ ਸੀਗਾ ਜੀ, ਜਿਵੇਂ ਆਹ ਤੁਸੀਂ ਕਮੇਟੀ ਦੀ ਗੱਲ ਕੀਤੀ ਆ ਵੀ 1000-1500 ਬਾਹਲੀ ਤਾਂ ਮੈਨੂੰ ਗਿਣਤੀ ਪਤਾ ਨਹੀਂ, ਮੇਰੇ ਵੀ ਭਰੋਸੇਯੋਗ ਸੂਤਰਾਂ ਦਾ ਫੋਨ ਆਇਆ ਮੈਨੂੰ ਐਪੀਸੋਡ ਤੋਂ। ਹੁਣ ਉਹ ਕਹਿੰਦੇ ਐਪੀਸੋਡ 'ਚ ਇਕੱਲੇ ਹੀ ਗੁਰਦੁਆਰੇ 100 ਤੋਂ ਉੱਤੇ ਆ, 101 ਵੀ ਹੋ ਸਕਦਾ, 110, 111 ਵੀ ਹੋ ਸਕਦੇ, 117 ਤੱਕ, ਮਤਲਬ 100 ਤੋਂ ਉੱਤੇ ਇਕੱਲੇ ਗੁਰਦੁਆਰੇ ਆ। ਹਾਲਾਂਕਿ ਐਪੀਸੋਡ 'ਚ ਸਿਰਫ 3 ਗੁਰਦੁਆਰੇ ਦਿਖਦੇ ਆ ਤੇ ਚੌਥਾ ਥੋੜਾ ਜਿਹਾ ਨਵਾਂ ਹੀ ਆ ਹਜੇ ਹਿਡਨ ਆ, 4 ਗੁਰਦੁਆਰੇ ਐਪੀਸੋਡ 'ਚ ਜਿਹੜੇ ਦਿਖਦੇ ਆ। ਪਰ ਆਪਣੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ 100 ਤੋਂ ਉੱਤੇ ਗੁਰਦੁਆਰੇ ਰਜਿਸਟਰਡ ਨੇ ਐਪੀਸੋਡ 'ਚ। ਹੁਣ ਤੁਸੀਂ ਲਾ ਲਓ ਹਿਸਾਬ ਬਈ ਗਾਂ ਕੀ ਕੁਛ ਹੁੰਦਾ ਹੋਊਗਾ ਜੀ। ਧੰਨਵਾਦ ਜੀ ਭੁਪਿੰਦਰ ਸਿੰਘ ਜੀ। ਮੇਰੇ ਖਿਆਲ ਇਹ ਗੁਰੂ ਨਾਨਕ ਦਾ ਦਾਰਾ, ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ, ਮੈਂ ਇਹਦੇ ਤੇ ਗੱਲ ਕਰਨੀ ਛੱਡ ਦੇਣੀ। ਧਾਰਮਿਕ ਮਾਮਲਾ ਇਹਦੇ ਜਿਹੜਾ ਕੁਝ ਕਰੂ ਉਹਨੇ ਭਰ ਲੈਣਾ ਇੱਥੇ ਮਿੱਤਰਾ, ਇੱਥੇ ਹੀ ਹੋ ਜਾਣਾ, ਇੱਥੇ ਹੀ ਸਾਰਾ ਕੁਝ ਹੋ ਜਾਣਾ। ਤੇ ਕਿਸੇ ਪਿੰਡ ਨਾ ਕੋਈ ਦੇਗ ਬਣਦਾ ਹੁੰਦਾ, ਦੇਗ ਬਹੁਤ ਗੁਰਮੁਖ, ਦਾੜੀ ਤੇ ਚਿਹਰਾ ਚਿੱਟੀ, ਦਸਤਾਰ ਚਿੱਟੇ ਕੱਪੜੇ, ਉਹ ਬੀਬੀਆਂ ਵੱਲ ਦੇਗ ਬਣਦਾ ਉਹ ਪੈਰ ਰੱਖਦਾ, ਉਹਦਾ ਗੂਠਾ ਬਹੁਤ ਹਿਲਦਾ, ਸੱਜਾ ਗੂਠਾ ਚੱਕੀ ਜਾਂਦਾ, ਉਹ ਚੱਕੀ ਜਾਂਦਾ। ਤੇ ਹੁਣ ਕਿਸੇ ਨੂੰ ਪਤਾ ਨਾ, ਇਕੱਠ 'ਚ ਕੌਣ ਬੋਲੇ ਬਈ ਗੂਠਾ ਕਿਉਂ ਹਿਲਦਾ, ਸਭ ਬੀਬੀਆਂ ਬੈਠੀਆਂ। ਮੈਂ ਉਹਦਾ ਗਵਾਹ। ਉਹ ਗੂਠੇ ਤੇ ਕੈਂਸਰ ਹੋ ਗਿਆ, ਫਿਰ ਗੂਠੇ ਤੋਂ ਕੈਂਸਰ ਚੱਲਿਆ ਸਾਰੇ ਸਰੀਰ 'ਚ ਹੋਇਆ, ਫਿਰ ਤੁਰਿਆ ਗੂਠੇ ਤੋਂ। ਡਾਕਟਰ ਸਿਰ ਮਾਰਦਾ, ਉਹ ਕਹਿੰਦਾ ਗੂਠੇ ਤੋਂ ਕੈਂਸਰ, ਇਹਦੇ ਤੋਂ ਕਿਸੇ ਦੇ ਪੈਂਕਰੀਅਸ ਦਾ ਹੁੰਦਾ, ਕਿਸੇ ਦਾ ਕਿਤੋਂ ਹੁੰਦਾ, ਕਿਸੇ ਦੇ ਗਲ ਦਾ ਹੁੰਦਾ, ਕਿਸੇ ਦਾ ਗੂਠੇ ਤੋਂ ਕੈਂਸਰ। ਸਾਰਿਆਂ ਨੂੰ ਪਤਾ ਸੀ ਵੀ ਇਹਦਾ ਗੂਠਾ ਨੱਚਦਾ ਬਹੁਤ ਆ ਜਦ ਇਹ ਦੇਗ ਵੰਡਦਾ। ਇਹ ਗੁਰੂ ਨਾਨਕ ਦਾ ਘਰ ਹੈ, ਮਾੜਾ ਨਹੀਂ ਕਿਸੇ ਦਾ ਕਰਦਾ, ਪਰ ਅਸੀਂ ਸੋਚਣਾ ਛੱਡ ਦਈਏ। ਮੈਨੂੰ ਤਾਂ ਇਹ ਆ ਵੀ ਜਦ ਇਹ ਮੈਂ ਹੁਣ ਪੰਡ ਖੋਲਣੀ ਹੈ, ਇਹਦੇ 'ਚੋਂ ਬਹੁਤ ਲੀਰਾਂ ਨਿਕਲਣੀਆਂ ਨੇ, ਗੱਲ ਕਰਨ ਨੂੰ ਜੀ ਨਹੀਂ ਕਰਦਾ। ਜਿਹਦੀ ਖਾਤਰ, ਜਿਹਦੀ ਅਜ਼ਮਤ ਖਾਤਰ ਅਸੀਂ ਪਿਛਲੀਆਂ 3 ਸਦੀਆਂ ਤੋਂ ਉੱਜੜ ਗਏ, 1708 ਤੋਂ ਬਾਅਦ ਸਿਰਾਂ ਦੇ ਸਾਡੇ ਮੁੱਲ ਪੈ ਗਏ, ਪੁੱਠੀਆਂ ਖੱਲਾਂ ਸਾਡੀਆਂ ਲਹਾ ਗਏ, ਖੱਲਾਂ ਦੇ ਵਿੱਚ ਸੁੱਕਾ ਘਾਹ ਭਰ ਕੇ ਅੱਗ ਲਾ ਦਿੱਤੀ, ਸਾਡੇ ਸਿਰਾਂ ਦੇ ਮਨਾਰ ਬਣਾ ਦਿੱਤੇ, ਖੂਨ ਦੇ ਨਾਲ ਮਸਜਿਦਾਂ ਧੋਤੀਆਂ ਤੇ ਮਾਵਾਂ ਦੇ ਕੱਢ ਕੇ ਆਂਤਰਾਂ ਪੁੱਤਾਂ ਦੀਆਂ ਗਲ 'ਚ ਪਾਤੀਆਂ। ਤੇ ਯੋਧਿਆਂ ਨੇ 1978 ਤੋਂ ਲੈ ਕੇ 1995 ਤੱਕ ਦੁਸ਼ਮਣ ਨੂੰ ਢਾਹ ਕੇ ਮਾਰਿਆ, ਭਜਾ ਕੇ, ਲਲਕਰਾ ਮਾਰ ਕੇ, ਜਿਹਨੇ ਬੇਹਰਮਤੀ ਕੀਤੀ। ਅੱਜ ਅਸੀਂ ਕਰਨ ਕੀ ਲੱਗੇ ਹੋਏ ਹਾਂ? ਔਰ ਉਹ ਦੇਸ਼ 'ਚ ਜਿੱਥੇ ਇੰਨਾ ਕੁਛ ਬਖਸ਼ਿਆ ਸਾਨੂੰ, ਇੰਨਾ ਕੁਛ ਸਾਨੂੰ ਬਖਸ਼ਿਆ, ਉਹਦੇ ਤੇ
ਆਹ ਕੁਛ ਕਰਕੇ ਜਿਉਵੋਗੇ ਕਿਵੇਂ ਤੁਸੀਂ? ਜੇ ਕੋਈ ਕਰਦਾ ਜਾਂ ਨਹੀਂ ਕਰਦਾ, ਕਿਵੇਂ ਸਰਵਾਈਵ ਕਰੋਗੇ? ਤੇ ਜਿਹਦੀ ਅਜ਼ਮਤ ਲਈ ਅਸੀਂ ਮਰਨ ਮਾਰਨ ਨੂੰ ਤਿਆਰ ਆ, RSS ਵਾਲੇ ਖਾ ਗਏ ਹੋਏ, ਸਾਨੂੰ ਹਿੰਦੂ ਤਵੀਏ ਖਾ ਗਏ ਹੋਏ, ਆਹ ਜਲੂਸ ਜਦ ਨਿਕਲੂਗਾ ਤੁਸੀਂ ਹੈ ਕੁਛ ਕਰਨ ਜੋਗੇ? ਚਿਹਰੇ ਮੋਹਰੇ ਤੁਸੀਂ ਲਈ ਫਿਰਦੇ ਹੋ ਲੋਕਾਂ ਦੇ ਵਿੱਚ, ਦਾੜੀਆਂ ਕੇਸ ਰੱਖੀ ਫਿਰਦੇ ਹੋ, ਤੁਸੀਂ ਦੇਣਾ ਦਓਗੇ ਕਿੱਥੇ? ਔਰ ਦੁਨੀਆ ਨੇ ਇੱਥੇ ਤੁਹਾਡਾ ਵੇਖ ਲੈਣਾ ਡਮਰੂ ਵੱਜਦਾ। ਯਾਦ ਰੱਖ ਲਿਓ 10-12 ਸਾਲਾਂ 'ਚ ਜਦ ਗਿੱਧਾ ਪੈਣਾ ਲੋਕਾਂ ਨੇ ਗੱਲਾਂ ਕਰਨੀਆਂ ਤੁਹਾਡੀਆਂ ਵੀ ਆਹ ਦੇਖ ਲੈ, ਖਾ ਲਿਓ ਪੈਸੇ, ਹੁਣ ਬਣਾ ਲਓ ਪੈਸੇ। ਜਿਹਨੇ ਵੀ ਜਿਹੜੇ ਵੀ ਖਾ ਰਹੇ, ਮੈਂ ਉਹਨਾਂ ਨੂੰ ਕਹਿਣਾ, ਜਿਹੜੇ ਨਹੀਂ ਖਾ ਰਹੇ ਉਹਨਾਂ ਨੂੰ ਨਹੀਂ ਮੈਂ ਕਹਿੰਦਾ, ਪਰ ਜਿਹਦੀ ਖਾਤਰ ਅਸੀਂ ਸਭ ਕੁਛ ਕੀਤਾ, ਉਸ ਗੁਰੂ ਦੇ ਨਾਂ ਤੇ ਅਸੀਂ ਠੱਗੀਆਂ ਲੱਗੇ ਹੋਏ ਮਾਰਨ। ਇਹ ਮਸੰਦਾਂ ਵਾਲਾ ਕੰਮ ਹੈ ਜਿਹੜਾ ਸ਼ੁਰੂ ਹੋਇਆ ਸੀ ਗੁਰੂ ਸਾਹਿਬ ਵੇਲੇ। ਤੇ ਕੜਾਹੇ ਵੀ ਯਾਦ ਕਰ, ਤੇ ਨਾ ਹੀ ਸਿੰਘ ਮੁੱਕੇ ਆ, ਤੇ ਨਾ ਹੀ ਕੜਾਹੇ ਮੁੱਕਿਆ, ਨਾ ਹੀ ਤੇਲ ਮੁੱਕਿਆ। ਲੋਕਾਂ ਨੇ ਰੱਖੇ ਹੀ ਨੇ, ਖੁਰਚਣੇ ਫੇਰਨੇ ਨਹੀਂ ਭੁੱਲੇ। ਉਹ ਮੈਂ ਬੇਨਤੀ ਕਰਦਾ, ਆਪਾਂ ਹਲੇ ਵੀ ਘਰ ਨੂੰ ਮਰਿਆਈਏ ਨਾ ਕਰੀਏ। ਅਸੀਂ ਕੀ ਕਰ ਲੈਣਾ, ਸਵਾਰ ਲੈਣਾ? ਜਦ ਇਮੀਗ੍ਰੇਸ਼ਨ ਮਿਨਿਸਟਰ ਦੇ ਮੂਹਰੇ ਪਈ ਹੋਈ ਐਪਲੀਕੇਸ਼ਨ, ਜਾਂ ਕੈਨੀ ਨੇ ਜਦ ਕੀਤੀ ਬੇਇੱਜ਼ਤੀ, ਬੈਠੇ ਸੀ ਉੱਥੇ ਚੋਲੇ ਪਾਈ, ਕਹਿੰਦਾ ਤੂੰ 750 ਮੰਗਦਾ ਇੱਕ ਸਾਲ ਦੇ ਵਿੱਚ, 750 ਜਥਾ, ਯਾਨੀ 2 ਜਥੇ ਤੈਨੂੰ ਹਰ ਰੋਜ਼ ਚਾਹੀਦੇ ਨੇ ਨਵੇਂ, ਐਵਰੀ ਡੇ। ਜਦ ਬਾਗਰੂ ਕਹਿੰਦੇ ਨੇ ਤਾਂ ਡਕਾਰ ਮਾਰਦੇ ਨਾਲ ਅੰਦਰੋਂ ਦੇਸੀ ਜਿਹੜਾ ਘਿਓ ਛਕਿਆ ਹੁੰਦਾ ਉਹ ਵੀ ਅੰਦਰੋਂ ਬੋਲਦਾ। ਕੋਈ 40 ਸੇ ਕੱਢਦਾ, ਕੋਈ 50 ਸੇ ਕੱਢਦਾ, ਤੇ 750 ਦੀਆਂ ਥੱਬਾ ਐਪਲੀਕੇਸ਼ਨਾਂ ਦਾ। ਕਿੱਥੋਂ ਸ਼ੁਰੂ ਹੋਇਆ ਇਹ? ਜਿਵੇਂ ਸਾਨੂੰ ਦਾਰੂ ਪਿਲਾਉਣੀ ਸਾਡੇ ਮਾਪਿਆਂ ਨੇ ਸਿਖਾਇਆ ਨਾ, ਬਜ਼ੁਰਗਾਂ ਨੇ, ਲਿਆਓ ਪਾਣੀ, ਲਿਆਓ ਇੱਥੋਂ, ਉਹ ਖੰਘਦਾ ਕਿਉਂ, ਲਿਆ ਮਾੜੀ ਜਿਹੀ ਉਂਗਲ ਲਾਵਾਂ ਗੱਲ ਨੂੰ, ਖੰਘ ਹੋਈ ਆ ਬਰਾਂਡੀ ਦੇ ਦਿਓ। ਇਹ ਬੜਿਆਂ ਨੂੰ ਦੇਖ ਕੇ ਛੋਟੇ ਲੱਗਿਆ, ਇਹ ਯਾਦ ਰੱਖ ਲਓ, ਨਵੇਂ ਨਹੀਂ ਲੱਗੇ, ਪਹਿਲਿਆਂ ਨੂੰ ਦੇਖ ਕੇ ਲੱਗਾ ਵੀ ਇਹਨੂੰ ਕੀ ਹੋ ਗਿਆ, ਆਪਾਂ ਕਰ ਲਈਏ। ਤੇ ਤਿਆਰੀ ਵੇਖੀ, ਬਾਹਰੋਂ ਤਿਆਰੀ, ਨਗਰ ਕੀਰਤਨ ਤੇ ਵੇਖੀ ਤਿਆਰੀਆਂ, ਇੱਕ ਇੱਧਰ ਦੀ, ਇੱਕ ਇੱਧਰ ਦੀ, ਇੱਕ ਹੱਥ 'ਚ ਬਰਸ਼ਾ, ਇੱਕ ਸਿਰ ਤੇ ਦਮਾਲਾ, ਨੰਗੇ ਪੈਰੀ ਚੱਲਦੇ ਆ ਬਸ, ਨੰਗੇ ਪੈਰੀ ਰਹਿਣਾ ਗੁਰੂ ਮਹਾਰਾਜ ਦੇ ਨਾਲ, ਨੰਗੇ ਪੈਰੀ ਰਹਿਣਾ। ਅਸੀਂ ਫਲਾਣੇ ਜਥੇ ਦੇ, ਅਸੀਂ ਫਲਾਣੇ ਜਥੇ ਦੇ ਆ, ਬਿੰਦ ਲਾਉਂਦੇ ਆ। ਜਿਨ੍ਹਾਂ ਦੇ ਮੋਟਰਾਂ ਉੱਥੇ ਚੋਰੀ ਕਰਕੇ ਵੇਚੀਆਂ ਨਾ ਪੰਜਾਬ 'ਚ, ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਇੱਥੇ ਕੀ ਹੈ? ਪਰ ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲੇ, ਇਹਨਾਂ 10-10, 20-20 ਹਜ਼ਾਰਾਂ ਨੇ ਨਹੀਂ ਸਾਰਨਾ। ਅਸਲ ਸਾਰੂਗਾ ਉਹ ਜਿਹੜਾ ਹੱਕ ਹਲਾਲ ਦਾ ਹੋ। ਹੁਣ ਕਾਲ ਨਾ ਜੀ ਕਰਿਓ, ਗੱਲਾਂ ਆਪਾਂ ਸੁਣ ਲਈਆਂ ਤੁਹਾਡੀਆਂ, ਮੈਨੂੰ ਪਤਾ ਇਹੀ ਗੱਲਾਂ ਰਿਪੀਟ ਹੋਣੀਆਂ ਨੇ। ਅੱਜ ਸ਼ੁੱਕਰਵਾਰ ਦਾ ਦਿਨ ਹੈ, ਮਾੜਾ ਜਿਹਾ ਰੇਮ ਰੱਖ ਲਈਏ, ਕੰਮ ਅਗਲੇ ਹਫ਼ਤੇ ਫੇਰ ਤੋਰ ਲਾਂਗੇ। ਇਹ ਮੁੱਕਣੀ ਨਹੀਂ ਗੱਲ ਹੈ, ਮੈਨੂੰ ਪਤਾ ਬਹੁਤ ਤੁਸੀਂ ਗੱਲਾਂ ਕਰਨੀ ਚਾਹੁੰਦੇ ਹੋ। ਮੈਨੂੰ ਜੇ ਉੱਧਰ ਨਹੀਂ ਫੋਨ ਆਉਂਦਾ ਮੈਨੂੰ ਮੈਸੇਜ ਕਰ ਦਿੰਦੇ ਹੋ। ਇਹ ਮੁੱਕਣੀ ਨਹੀਂ। ਇਹ ਜਿਵੇਂ ਪੰਜਾਬੀ 'ਚ ਕਹਿੰਦੇ ਸਵਾਹ ਸ਼ੱਕਰ ਸੇਵੀਆਂ ਹੋਈਆਂ ਨੇ, ਇਹ ਜਿੰਨੀ ਭੁੱਬਲ ਅੜਾਓਗੇ ਮੱਥੇ ਤੇ ਪੈਣੀ ਆ। ਇਹਦਾ ਕੋਈ ਹੀਲਾ ਨਹੀਂ, ਤਾਂ ਸਰਕਾਰ ਬੰਦ ਕਰੇ ਫੇਰ ਬੰਦ ਹੋਣੀਆਂ, ਨਹੀਂ ਇਹਨੂੰ ਬੰਦ ਨਹੀਂ ਕਰ ਸਕਦੇ। ਇੱਕ ਤੁਸੀਂ ਮਸ਼ਕੇਰ ਦੱਬੋਗੇ ਕਹੀ ਦੇ ਪੀਣ ਨਾਲ, ਪੁੱਠੀ ਮਾਰ ਕੇ, ਮਤਲਬ ਖੱਡ, ਸੱਪ ਨੇ ਦੂਜੇ ਪਾਸਿਓਂ ਨਿਕਲ ਆਉਣਾ, ਇਹਨੂੰ ਬਚਿਓ। ਤੇ ਨਾਲ ਆਟਾ ਚਿਕਨ ਕੋਟਕਪੂਰੇ ਵਾਲੀ ਰੈਸਪੀ ਲਿਆਂਦੀ ਬਾਦਲ ਹੋਰਾਂ ਦੀ, ਕਿਸੇ ਨੇ ਖਾਂਦਾ ਦੇਖਿਆ ਨਹੀਂ, ਕਹਿੰਦਾ ਤੈਨੂੰ ਨਹੀਂ ਪਤਾ। ਮੈਂ ਕਿਵੇਂ? ਕਹਿੰਦਾ ਫੁੱਟ ਦਾ ਹੱਥ ਆ ਬਾਬੇ ਦਾ, ਫੁੱਟ ਦੇ ਪੈਰ ਨੇ, ਮੁਰਗੇ ਬਿਨਾਂ ਸੌਂਦਾ ਹੀ ਨਹੀਂ ਉਹ, ਜਿਵੇਂ ਨਾ ਤੋੜ ਕੇ ਮੂੰਹ 'ਚ ਪਾ ਕੇ ਆਏ ਹੁੰਦੇ ਨੇ। ਐਡੀ ਗੱਲ ਕਈ ਬਣਾਉਂਦੇ ਨੇ, ਛੱਡੇ ਗੱਲ ਦਾ। ਕਹਿੰਦਾ ਜਿੱਥੇ ਮਰਜ਼ੀ ਹੋਵੇ, ਘੋੜੇ ਵਾਲੀ ਬੱਸ ਦੀ ਜ਼ਿੰਮੇਵਾਰੀ ਲਾਈ ਹੋਈ ਹੈ ਪੈਪਸੂ ਰੋਡਵੇਜ਼ ਦੀ, ਉਹ ਮੁਰਗਾ ਲੈ ਕੇ ਚੰਡੀਗੜ੍ਹ ਪਹੁੰਚਦਾ। ਮੈਂ ਜੇ ਬਾਦਲ ਪਿੰਡ ਹੋਵੇ ਫੇਰ ਕਹਿੰਦਾ ਚੰਡੀਗੜ੍ਹ ਮੁੜ ਕੇ ਬਾਦਲ ਆ ਜਾਂਦੇ ਨੇ। ਇੱਕ ਵਾਰ ਚੰਡੀਗੜ੍ਹ ਜਾਂਦਾ, ਪਰ ਮੈਨੂੰ ਯਾਦ ਹੈ SSP ਅਸਥਾਨਾ ਹੁੰਦਾ ਹੀ ਪਟਿਆਲੇ। ਅਸੀਂ ਪਟਿਆਲੇ ਬੈਠੇ ਤਾਂ 2 ਜਿਪਸੀਆਂ ਆ ਕੇ ਰੁਕੀਆਂ, ਤਾਂ ਕਹਿੰਦੇ ਕਿੱਥੋਂ ਆਏ? ਕਹਿੰਦੇ ਅਸਥਾਨਾ ਸਾਹਿਬ ਲਈ ਹਰੀਕੇ ਤੋਂ ਤਾਜ਼ਾ ਮੱਛੀ ਆਈ ਹੈ। ਬੰਗਾਲੀ ਸੀ ਉਹ, ਬੰਗਾਲੀ ਹੈ ਹਲੇ ਵੀ ਹੈ ਬਈ। ਉਹ ਹਰ ਰੋਜ਼ ਫਰੈਸ਼ ਮੱਛੀ ਪਟਿਆਲਿਓਂ ਜਾ ਕੇ ਹਰੀਕੇ ਤੋਂ ਲੈ ਕੇ ਆਉਂਦੀਆਂ 2 ਜਿਪਸੀਆਂ। ਮੈਂ ਕਿਹਾ ਇੱਕ 'ਚ ਨਹੀਂ ਆਉਂਦੀ? ਕਹਿੰਦੇ ਦੂਜੀ ਨਾਲ ਜਾਂਦੀ ਹੈ, 2 ਜਿਪਸੀਆਂ 'ਚ ਜਾਂਦੀ। SSP ਜ਼ਿਲ੍ਹੇ ਦਾ ਮਾਲਕ ਹੁੰਦਾ, ਮਨਵਰਜੀਆਂ ਕਰਦੇ ਨੇ। IPS ਵਾਲਿਆਂ ਦਾ ਜਿਹੜਾ ਲਾਣਾ ਬਾਹਰਲਾ ਪੰਜਾਬ ਤੋਂ, ਕੱਟਾ ਹਾਥੀ ਦਾ ਕੀ ਲੱਗਦਾ, ਉਹਨਾਂ ਦਾ ਕੋਈ ਮਤਲਬ ਨਹੀਂ। ਪੰਜਾਬ ਵਾਲੇ ਫੇਰ ਵੀ, ਪਰ ਛੱਡਦਾ ਕੋਈ ਨਹੀਂ। ਪਰ ਮੈਂ ਉਹ ਗੱਲ ਕਰਦਾ, IPS ਕੇਡਰ ਜਿਹੜਾ ਬਾਹਰਲਾ ਉਹ ਚੰਗੇ ਵੀ ਹੋਣਗੇ, ਪਰ ਸਾਰੇ। ਕੱਲ ਇੱਕ ਸ਼ੂਗਰ ਦਾ ਇਲਾਜ ਬਾਈ ਜੀ ਦੱਸ ਕੇ ਗਏ ਸੀ, ਮੇਰੀ ਤਾਂ ਖੱਲ ਖਾਲੀ ਕਰ ਲਈ ਕੱਲ ਦੀ, ਤੇ ਮੇਰੇ ਕਿਤੇ ਲਿਖਣਾ ਭੁੱਲ ਗਿਆ। ਪਲੀਜ਼ ਮੈਨੂੰ ਮੈਸੇਜ ਕਰ ਦਿਓ ਜੀ ਉਹ ਵੀ ਕੀ ਸ਼ੂਗਰ ਕਿਹਦੇ ਨਾਲ ਠੀਕ ਹੁੰਦਾ। ਜੇ ਅੱਜ ਨਹੀਂ ਕਰ ਸਕਦੇ ਤਾਂ ਵੀਕਐਂਡ ਤੇ ਕਰ ਦਿਓ। 604 729 1224 6047291224।
ਕੱਲ ਦੀ ਰਿਕਾਰਡਿੰਗ ਕਿਸ ਨੇ ਭੇਜੀ ਹੈ ਵੀ ਕੱਲ ਦੱਸ ਕੇ ਗਏ ਭਾਈ ਸਾਹਿਬ ਵੀ ਪੁਦੀਨਾ ਅਦਰਕ ਲਸਣ ਦੀ ਚਟਣੀ ਹੈ, ਪੇਸਟ ਤਿੰਨੇ ਉਹਦਾ ਚਟਨੀ ਬਣਾ ਲੈਣੀ ਹੈ ਤੇ ਉਹਦੇ 'ਚ ਅਜਮੈਣ, ਸ਼ਹਿਦ ਤੇ ਕਾਲਾ ਲੂਣ ਵੀ ਪਾਉਣਾ। ਲੂਣ ਵੀ ਸਵਾਦ ਨਾਲ, ਸ਼ਹਿਦ ਤੇ ਅਜਮੈਣ, 1 ਚਮਚਾ ਅਜਮੈਣ ਦਾ ਤੇ ਸ਼ਹਿਦ ਤਾਂ ਜਦੇ ਪਾਉਣਾ। ਬਸ ਉਹ 1-1 ਗਲਾਸ ਸਵੇਰੇ ਨਿਰਣੇ ਕਾਲਜੇ, ਦੁਪਹਿਰੇ ਤੇ ਹੱਥ ਨੂੰ ਚਟਨੀ ਬਣਾਉਣੀ ਹੈ। ਚਟਨੀ ਨੂੰ ਫਿਰ ਪਾਣੀ ਵਾਂਗੂ ਜਲ ਜੀਰੇ ਵਾਂਗੂ ਲਾ ਲਾ। ਫਿਰ ਸਿੱਧੀ ਗੱਲ ਹੈ, ਪੁਦੀਨਾ ਅਦਰਕ ਲਸਣ ਦੀ ਚਟਨੀ, ਅਜਮੈਣ 1 ਚਮਚਾ ਉਹਦੇ ਵਿੱਚ ਕੁੱਟ ਲੈਣਾ, ਸ਼ਹਿਦ ਤੇ ਕਾਲਾ ਲੂਣ ਵੀ ਕੁੱਟਣਾ ਪਊ, ਜਾਂ ਕਾਲਾ ਲੂਣ ਕੁੱਟਿਆ ਤਾਂ ਮੌਕੇ ਤੇ ਪਾ ਲਓ। ਜਿੰਨਾ ਕੁ ਸ਼ਹਿਦ, ਲੂਣ ਬਾਹਲਾ ਨਹੀਂ ਪਾਉਣਾ, ਨਾਲ ਸ਼ਹਿਦ ਪਾ ਲੈਣਾ ਤੇ ਬਸ ਉਹਦਾ ਗਲਾਸ 1 ਬਣਾ ਕੇ ਸਵੇਰੇ ਤੇ ਦੁਪਹਿਰੇ ਹੱਥ ਨੇ ਕਿਹਾ। ਸੋਮਵਾਰ ਨੂੰ ਆ ਕੇ ਫਿਰ ਉਹ ਦੱਸ ਜਾਣਗੇ ਨਹੀਂ ਜਿਹਦੀ ਮਾਤਰਾ ਪੂਰੀ। ਪਰ ਕੱਲ ਦੀ ਰਿਕਾਰਡਿੰਗ ਜਿਹੜੀ ਕਿਸ ਨੇ ਭੇਜੀ ਆ, ਇਸ ਤਰ੍ਹਾਂ ਭੇਜਿਆ। ਧੰਨਵਾਦ। ਇਹ ਸੀ ਅੱਜ ਦਾ ਪ੍ਰੋਗਰਾਮ। ਸੋਮਵਾਰ ਨੂੰ 11 ਵਜੇ ਮੁੜਦਾ। 12 ਐਤਵਾਰ ਵਧੀਆ ਮਨਾਇਓ, ਚੜ੍ਹਦੀ ਕਲਾ 'ਚ ਰਹੋ ਤੇ ਅਖੀਰ 'ਚ ਮਾਣਕ ਤੁਹਾਡੇ ਲਈ। ਜਿਉਂਦੇ ਵਸਦੇ ਰਹੋ, ਕੌਮ ਚੜ੍ਹਦੀ ਕਲਾ 'ਚ ਰਹੇ।